ਅੱਜ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ 14ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸ਼ਰਧਾਂਜਲੀ ਸਮਾਗਮ ਭਕਨਾ ਟਰੱਸਟ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਭਵਨ ਸੈਕਟਰ 29D ਚੰਡੀਗੜ੍ਹ ਵਿਖੇ ਕੀਤਾ ਗਿਆ। ਕਾਮਰੇਡ ਸੀਤਾਰਾਮ ਯੇਚੂਰੀ ਕੌਮੀ ਜਨਰਲ ਸਕੱਤਰ CPIM ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ CPIM ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸਮੇਤ ਵੱਖ-ਵੱਖ ਆਗੂ ਸਾਹਿਬਾਨ ਹਾਜ਼ਰ ਰਹੇ। ਕਾਮਰੇਡ ਸੀਤਾਰਾਮ ਯੇਚੂਰੀ, ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਬਾਕੀ ਹੋਰ ਆਗੂਆਂ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਵੇਖੋ ਤੇ ਸੁਣੋ ਇਸ ਮੌਕੇ ਆਗੂ ਸਾਹਿਬਾਨਾਂ ਨੇ ਕੀ ਕਿਹਾ। ਦੇਸ਼ ਸੇਵਕ ਬਿਊਰੋ ਰਿਪੋਰਟ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਣਾ ਦੀ 14ਵੀਂ ਬਰਸੀ ਦਾ ਜਿਹੜਾ ਸਮਾਗਮ ਆ ਉਹਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ। ਫੁੱਲ ਫੁਲਾਵਾਂ ਭੇਟ ਕਰਨ ਤੋਂ ਬਾਅਦ ਕਾਮਰੇਡ ਸੁਰਜੀਤ ਹੋਣਾ ਦੀ ਯਾਦ ਵਿੱਚ ਜੋ ਉੱਪਰ ਆਪਣੀ ਲਾਇਬ੍ਰੇਰੀ ਹੈ ਉਹ ਵੀ ਅੱਜ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਣਾ ਨੂੰ ਸਮਰਪਿਤ ਕੀਤੀ ਹੈ। ਕਾਮਰੇਡ ਸੀਤਾਰਾਮ ਯੇਚੂਰੀ ਹੋਣਾ ਵੱਲੋਂ ਉਦਘਾਟਨ ਕੀਤਾ ਗਿਆ ਤੇ ਅੱਜ ਦਾ ਫੰਕਸ਼ਨ ਹੈ ਜਿਹੜਾ ਉਹਦੀ ਪ੍ਰਧਾਨਗੀ ਸਾਥੀ ਗੁਰਦਰਸ਼ਨ ਸਿੰਘ ਖਾਸ ਪਰੌਣੀ ਕਰਨਗੇ। CPIM ਦੇ ਕੋਲਮ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੂਰੀ ਜੀ ਸਟੇਜ ਤੇ ਸੋਭਤ ਨੇ। ਇਹਨਾਂ ਦੇ ਨਾਲ ਹੀ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜੀ, ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ। ਇਹਨਾਂ ਦੇ ਨਾਲ ਸਾਥੀ ਬੰਦ ਸਿੰਘ ਬਰਾੜ ਜੋ CPI ਦੀ ਸੂਬਾ ਕਮੇਟੀ ਦੇ ਸਕੱਤਰ ਨੇ, ਉਹ ਪਹੁੰਚੇ, ਉਹਨਾਂ ਨੂੰ ਵੀ ਜੀ ਆਇਆਂ। ਸੂਬੇ ਦਾ ਸਾਰਾ ਸਕੱਤਰੇਤ ਇਸ ਭਕਨਾ ਟਰੱਸਟ ਦੇ ਜਿਹੜੇ ਟਰੱਸਟੀ ਆ ਨਾਲ ਉਹ ਸੂਬਾ ਸਕੱਤਰੇਤ ਦੇ ਮੈਂਬਰ ਵੀ ਨੇ। ਉਹਨਾਂ ਤੋਂ ਬਿਨਾਂ ਜਿਹੜੇ ਸਾਰੇ ਸੂਬਾ ਸੈਕਟਰੀ ਦੇ ਮੈਂਬਰ CPIM ਦੇ ਉਹ ਸਟੇਜ 'ਤੇ ਸੋਭਤ ਨੇ। ਤੇ ਹੁਣ ਬਕਾਇਦਾ ਤੌਰ 'ਤੇ ਅਸੀਂ ਆਪਣੇ ਫੰਕਸ਼ਨ ਦੀ ਕਾਰਵਾਈ ਸ਼ੁਰੂ ਕਰਾਂਗੇ ਔਰ ਸਟੇਜ ਦਾ ਸੰਚਾਲਨ ਸਾਥੀ ਭੂਪਚੰਦ ਚੰਨੂ ਹੋਣੀ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਟੇਜ ਦੀ ਜਿਹੜਾ ਸੰਚਾਲਨ ਉਹ ਕਰਨ। ਬਹੁਤ ਹੀ ਸਤਿਕਾਰਯੋਗ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੂਰੀ ਜੀ ਤੇ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਸੁਖਵਿੰਦਰ ਸੇਖੋਂ ਜੀ ਤੇ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ, ਕਾਮਰੇਡ ਸੁਰਜੀਤ ਦੇ ਵੀ ਤੇ ਆਪਣੇ ਸਾਰਿਆਂ ਦੇ ਜਿਹੜੇ ਨਜ਼ਦੀਕੀ ਨੇ ਸਰਦਾਰ ਬਲਵੰਤ ਸਿੰਘ ਜੀ ਰਾਮੂਵਾਲੀਆ, CPI ਦੇ ਸਕੱਤਰ, ਸੂਬਾਈ ਸਕੱਤਰ ਸਤਿਕਾਰਯੋਗ ਸਰਦਾਰ ਕਾਮਰੇਡ ਬੰਦ ਸਿੰਘ ਬਰਾੜ ਜੀ ਤੇ ਉਹਨਾਂ ਦੇ ਨਾਲ ਦੇਸ਼ ਸੇਵਕ ਦੇ ਟਰੱਸਟੀ, ਸੂਬਾ ਸਕੱਤਰੇਤ ਦੇ ਮੈਂਬਰ ਤੇ ਸਾਹਮਣੇ ਬੈਠੇ ਮੇਰੇ ਸਤਿਕਾਰਯੋਗ ਪੰਜਾਬ ਦੇ ਕੋਨੇ-ਕੋਨੇ 'ਚੋਂ ਆਏ ਪਾਰਟੀ ਦੇ ਅਤੇ ਦੇਸ਼ ਸੇਵਕ ਦੇ ਵੀਰੋ ਤੇ ਭੈਣੋ, ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੀ 14ਵੀਂ ਬਰਸੀ ਹੈ ਜਿਹੜੀ ਉਹ ਇੱਥੇ ਦੇਸ਼ ਸੇਵਕ ਦੇ ਵਿੱਚ ਜਿਹੜੀ 1 ਤਰੀਕ ਨੂੰ ਮਨਾਉਂਦੇ ਆ, ਉਹਦੀ ਡੇਟ ਥੋੜ੍ਹੀ ਚੇਂਜ ਕਰਨੀ ਪਈ ਹੈ ਕੁਝ ਖਾਸ ਕਾਰਨਾਂ ਕਰਕੇ। ਅੱਜ 3 ਤਰੀਕ ਨੂੰ ਅਸੀਂ ਕਾਮਰੇਡ ਸੁਰਜੀਤ ਹੋਰਾਂ ਦੀ ਬਰਸੀ ਮਨਾ ਰਹੇ ਹਾਂ। ਕਾਮਰੇਡ ਸੁਰਜੀਤ ਹੋਰੀ ਜਿਨ੍ਹਾਂ ਨੂੰ ਹਿੰਦੁਸਤਾਨ ਦੇ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਮਿਊਨਿਸਟ ਪਾਰਟੀ ਦੇ ਤੌਰ 'ਤੇ ਤੇ ਉਸ ਤੋਂ ਬਾਅਦ ਵੱਖ-ਵੱਖ ਨਾਮਾਂ ਦੇ ਨਾਂ ਨਾਲ ਰੁਸਤਮੇ ਹਿੰਦ, ਭਾਰਤੀ ਰਾਜਨੀਤੀ ਦੇ ਭੀਸ਼ਮ ਪਿਤਾਮਾ, ਕਿੰਗ ਮੇਕਰ
ਤੇ ਕਿੰਨੀ ਮਤਲਬ ਨਾਵਾਂ ਦੇ ਨਾਲ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਕੋਲੀਸ਼ਨ ਸਰਕਾਰਾਂ ਦੇ ਜਿਹੜੇ ਜਨਮਦਾਤਾ ਸੀ ਇਹਨਾਂ ਦੇ ਨਾਵਾਂ ਨਾਲ ਉਹਨਾਂ ਨੂੰ ਬਹੁਤ ਨਾਵਾਂ ਨਾਲ ਜਾਣਿਆ ਜਾਂਦਾ ਸੀ। ਔਰ ਇਹ ਇੱਕ ਹਕੀਕਤ ਵੀ ਹੈ ਕਿ ਕਾਵੜ ਸੁਰਜੀਤ ਹੋਰੀ ਘੱਟੋ ਘੱਟ 8 ਦਹਾਕੇ ਤੋਂ ਵੀ ਵੱਧ ਸਮਾਂ ਜਿਹੜਾ ਹੈਗਾ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਆਪਣਾ ਵਿਸ਼ੇਸ਼ ਹੈ ਜਿਹੜਾ ਉਹ ਯੋਗਦਾਨ ਪਾਉਂਦੇ ਰਹੇ। ਤੁਸੀਂ ਕਹੋਗੇ ਵੀ 92 ਸਾਲ ਦੀ ਉਮਰ ਸੀ ਕਾਂਵੜ ਜੀ, 8 ਦਹਾਕਿਆਂ ਤੋਂ ਵੱਧ ਮਤਲਬ ਜਿਹੜਾ ਹੈਗਾ ਕਿੱਦਾਂ ਮਤਲਬ ਉਹ ਆਪਣਾ ਰੋਲ ਹੈ ਜਿਹੜਾ ਅਦਾ ਕਰਦੇ ਰਹੇ। ਕਾਂਵੜ ਜੀ ਦਾ ਜਨਮ ਜਿਹੜਾ ਉਹਨਾਂ ਨੇ ਭਗਤ ਸਿੰਘ ਦੇ ਜਨਮ ਦੇ ਤੌਰ ਤੇ ਉਹ ਕਹਿੰਦੇ ਸੀ ਸਾਨੂੰ ਜਨਮ ਤਰੀਕ ਨਹੀਂ ਪਤਾ, 23 ਮਾਰਚ 1916 ਦਾ ਦਿਨ ਉਹਨਾਂ ਨੇ ਚੁਣਿਆ ਸੀਗਾ। ਉਹਨਾਂ ਦਾ ਪਿੰਡ ਰੂਪਿਆ ਜਿਹੜਾ ਉਹਨਾਂ ਦੇ ਨਾਨਕੇ ਪਿੰਡ ਸੀਗਾ, ਉੱਥੇ ਪਿਤਾ ਹਰਨਾਮ ਸਿੰਘ ਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਜਿਹੜਾ ਉਹ ਪੈਦਾ ਹੋਏ। ਔਰ 8 ਸਾਲਾਂ ਦੀ ਉਮਰ ਦੇ ਵਿੱਚ ਹੀ ਉਹ ਬਚਪਨ ਤੋਂ ਹੀ ਆਪਣਾ ਜਿਹੜਾ ਹੈਗਾ ਆਜ਼ਾਦੀ ਦੀ ਲੜਾਈ ਦੇ ਆਜ਼ਾਦੀ ਦੀ ਲਹਿਰ ਦਾ ਹਿੱਸਾ ਬਣ ਗਏ, ਕਿਉਂਕਿ ਉਹਨਾਂ ਨੇ ਜੈਤੋਂ ਦਾ ਮੋਰਚਾ ਚੱਲ ਰਿਹਾ ਸੀਗਾ, ਉਸ ਦੇ ਵਿੱਚ ਆਪਣੀ ਮਾਤਾ ਦੇ ਨਾਲ ਲੰਗਰ ਪਾਣੀ ਛਕਾਉਣ ਦਾ ਕੰਮ, ਤੇ ਉਸ ਤੋਂ ਇਲਾਵਾ ਜਦੋਂ ਉਹਨਾਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੱਥੇ ਜਲਸਾ ਜਿਹੜਾ ਕੀਤਾ, ਉਸ ਦੇ ਵਿੱਚ ਉਹਨਾਂ ਨੇ ਜਾ ਕੇ ਬੜੀ ਵੱਡੀ ਆਪਣੀ ਜਿਹੜੀ ਸ਼ਮੂਲੀਅਤ ਹੈ ਉਹ ਕੀਤੀ। 1924 ਦੇ ਵਿੱਚ ਸਾਰੀ 8 ਸਾਲ ਦੀ ਉਹਨਾਂ ਦੀ ਉਮਰ ਸੀ। ਔਰ 1930 ਦੇ ਵਿੱਚ ਜਿਹੜੀ ਬੜੀ ਇਤਿਹਾਸਕ ਘਟਨਾ ਹੈ ਵੀ ਉੱਥੇ ਪਿੰਡ ਦੇ ਵਿੱਚ ਜਲਸਾ ਰੱਖ ਦਿੱਤਾ ਗਿਆ, ਜਿਹਦੇ 'ਚ ਕਾਂਵੜ ਕਰਮ ਸਿੰਘ ਚੀਮਾ ਤੇ ਭਾਗ ਸਿੰਘ ਕੈਨੇਡੀਅਨ ਹੋਰਾਂ ਨੇ ਉਸ ਨੂੰ ਸੰਬੋਧਨ ਕਰਨਾ ਸੀ। ਕਾਂਵੜ ਜੀ ਨੂੰ ਉਸ ਜਲਸੇ ਦੀ ਬਦੌਲਤ ਜਿਹੜੀ ਗੱਲ ਸਾਡੇ ਸਮਝਣ ਵਾਲੀ ਹੈ ਵੀ ਉਹਨਾਂ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ। ਉਸ ਸਕੂਲ ਦਾ ਅੱਜ ਇਤਿਹਾਸ ਹੈ ਕਿ ਜਿਹੜੇ ਸਕੂਲ ਦੇ ਵਿੱਚ ਉਹਨਾਂ ਨੂੰ ਉਸ ਆਜ਼ਾਦੀ ਲਹਿਰ ਦੇ ਵਿੱਚ ਹਿੱਸਾ ਪਾਉਣ ਤੋਂ ਕੱਢ ਦਿੱਤਾ ਗਿਆ ਸੀ, ਪਿਛਲੇ ਸਮੇਂ ਦੇ ਵਿੱਚ ਪਾਰਟੀ ਦਾ ਵਿਸ਼ੇਸ਼ ਉਪਰਾਲਾ ਕਰਕੇ ਉਸ ਸਕੂਲ ਦਾ ਨਾਂ ਅੱਜ ਜਿਹੜਾ ਹੈਗਾ ਕਾਂਵੜ ਹਰਕਿਸ਼ਨ ਸਿੰਘ ਸੁਰਜੀਤ, ਤੇ ਉਸ ਸੜਕ ਦਾ ਨਾਂ ਜਿਹੜਾ ਹੈਗਾ ਉਹਨਾਂ ਦੇ ਨਾਂ ਦੇ ਉੱਤੇ ਅੱਜ ਰੱਖਿਆ ਗਿਆ। ਤੇ ਇਹ ਬੜੀ ਵੱਡਾ ਮਤਲਬ ਇਤਿਹਾਸਕ ਜਿਹੜਾ ਹੈਗਾ ਉਹ ਹੈ। ਤੇ ਕਾਂਵੜ ਜੀ ਦਾ ਰੋਲ ਜਿੱਥੇ ਬਾਕੀ ਹਿੰਦੁਸਤਾਨ ਦੀਆਂ ਗੈਰ ਕਾਂਗਰਸੀ ਗੈਰ ਬੀਜੇਪੀ ਸਰਕਾਰਾਂ ਨੂੰ ਬਣਾਉਣ ਦੇ ਵਿੱਚ ਅਦਾ ਰਿਹਾ ਜਾਂ ਆਜ਼ਾਦੀ ਦੀ ਲੜਾਈ ਦੇ ਵਿੱਚ, ਉੱਥੇ CPIM ਦੇ ਗਠਨ ਦੇ ਵਿੱਚ ਤੇ ਸੋਵੀਅਤ ਯੂਨੀਅਨ ਦਾ ਜਦੋਂ ਟੁੱਟਣਾ ਹੋਇਆ ਉਹਦੇ ਵਿੱਚ, ਉਸ ਤੋਂ ਬਾਅਦ ਮਾਰਕਸਵਾਦ ਲੈਨਨਵਾਦ ਦੀ ਸੇਧ ਦੇ ਦੁਆਰਾ ਵਰਲਡ ਪੱਧਰ ਤੇ ਉਹਨੂੰ ਗਠਨ ਕਰਨਾ, ਤੇ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ 1975 ਦਾ ਆਜ਼ਾਦੀ ਦੀ ਲੜਾਈ ਤੋਂ ਬਾਅਦ ਐਮਰਜੈਂਸੀ ਦਾ ਵਿਰੋਧ, ਫਿਰ 1967 ਤੋਂ ਲੈ ਕੇ 92 ਤੱਕ 1967 ਦੇ ਵਿੱਚ ਇੱਥੇ ਜਿਹੜੀ ਸੰਤ ਫਤਿਹ ਸਿੰਘ ਦੀ ਅਗਵਾਈ ਦੇ ਥੱਲੇ ਸਾਂਝੇ ਮੋਰਚੇ ਦੀ ਸਰਕਾਰ ਬਣੀ, ਉਸ ਦਾ ਕਨਵੀਨਰ ਹੋਣਾ, MLA ਚੁਣੇ ਹੋਣਾ, ਤੇ ਉਸ ਤੋਂ ਬਾਅਦ 75 ਦੀ ਐਮਰਜੈਂਸੀ ਦੇ ਵਿੱਚ ਉਸ ਦਾ ਵਿਰੋਧ ਕਰਨਾ, ਖਾਸ ਕਰਕੇ ਜਿਹੜਾ ਅੱਤਵਾਦ ਦਾ ਦੌਰ ਹੈ ਉਹਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਉਣੀ, ਔਰ ਬਾਰ-ਬਾਰ ਖਾਲਿਸਤਾਨੀਆਂ ਅੱਤਵਾਦੀਆਂ ਦਾ ਵਿਰੋਧ ਕਰਦੇ ਹੋਏ ਜਿਹੜੇ ਨਰਮ ਖਿਆਲੀ ਸੀਗੇ ਜਾਂ ਪੰਜਾਬ ਦਾ ਭਵਿੱਖ ਨੂੰ ਇਹਨਾਂ ਜਿਹੜੀਆਂ ਸਾਮਰਾਜੀ ਤਾਕਤਾਂ ਸੀਗੀਆਂ ਜਾਂ ਬਾਹਰੀ ਖਾਲਿਸਤਾਨੀ ਤਾਕਤਾਂ ਸੀ, ਉਹਨਾਂ ਤੋਂ ਪੰਜਾਬ ਦੇ ਸੇਕ ਨੂੰ ਬਚਾਉਣ ਵਾਸਤੇ 1992 ਤੱਕ ਵਿਸ਼ੇਸ਼ ਉਪਰਾਲਾ ਜਿਹੜਾ ਹੈਗਾ ਉਹ
ਕਿਸੇ ਨੂੰ ਭੁੱਲਿਆ ਹੋਇਆ ਨਹੀਂ। ਤੇ 1999 ਦੇ ਵਿੱਚ ਬੀਪੀ ਸਿੰਘ ਦੀ ਸਰਕਾਰ, ਜਿਹਦੇ 'ਚ ਉਹਨਾਂ ਨੇ ਖਾਸ ਕਰਕੇ ਵੰਡਵਾਦੀ ਤੇ ਫਿਰਕਾ ਪ੍ਰਸਤ ਜਿਹੜੀ ਸ਼ਕਤੀਆਂ ਨੇ ਉਹਨਾਂ ਨੂੰ ਬਾਹਰ ਰੱਖਣਾ। ਫਿਰ 1996 ਦੇ ਵਿੱਚ ਬੜਾ ਵੱਡਾ ਰੋਲ ਕਿ ਇਹਨਾਂ ਫਿਰਕੂ ਫਾਸ਼ੀਵਾਦੀ ਤੇ ਜਿਹੜੀਆਂ ਬੀਜੇਪੀ ਦੀ ਪਾਰਟੀ ਹੈ ਉਸ ਨੂੰ ਬਾਹਰ ਰੱਖ ਕੇ ਦੇਵਗੌੜਾ ਤੇ ਗੁਜਰਾਲ ਦੀਆਂ ਸਰਕਾਰਾਂ ਬਣਾਉਣੀਆਂ, ਜਿਹਦੇ 'ਚ ਸਾਡੇ ਦਰਮਿਆਨ ਬੈਠੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜੀ ਵੀ ਉਸ ਕੈਬਨਿਟ ਦਾ ਹਿੱਸਾ ਰਹੇ ਨੇ ਤੇ ਬੜਾ ਵੱਡਾ ਇਹਨਾਂ ਨੇ ਯੋਗਦਾਨ ਪਾਇਆ। ਖਾਸ ਕਰਕੇ 2004 ਤੱਕ ਵਾਜਪਾਈ ਵਰਗਿਆਂ ਨੂੰ ਪਰੇ ਰੱਖ ਕੇ ਮਨਮੋਹਨ ਸਿੰਘ ਦੀ ਸਰਕਾਰ 13 ਪਾਰਟੀਆਂ ਨੂੰ ਇਕੱਠੇ ਕਰਕੇ ਬਣਾਉਣਾ, ਔਰ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ 92 ਦੇ ਵਿੱਚ ਕਾਮਰੇਡ ਜੀ ਨੇ ਰੋਲ ਅਦਾ ਕੀਤਾ, ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਸੀ ਤੇ ਕਿਊਬਾ ਦੇ ਉੱਤੇ ਬੜੀਆਂ ਵੱਡੀਆਂ ਰੁਕਾਵਟਾਂ ਜਿਹੜੀਆਂ ਨੇ ਉਹ ਪੈਦਾ ਕਰ ਦਿੱਤੀਆਂ ਸੀ। ਔਰ ਨਰਸਿਮਹਾ ਰਾਓ ਹੈ ਜਿਹੜਾ ਭੱਜ ਗਿਆ ਸੀਗਾ, ਉਹਨਾਂ ਨੂੰ 10,000 ਟਨ ਕਣਕ ਦਾ ਵਾਅਦਾ ਕਰਕੇ ਕਾਮਰੇਡ ਸੁਰਜੀਤ ਨੇ ਉਸ ਦੇ ਡਰਪੋਕਪਣੇ ਨੂੰ ਪਰੇ ਰੱਖਦੇ ਹੋਏ ਸਾਰੇ ਹਿੰਦੁਸਤਾਨ ਦੇ ਵਿੱਚੋਂ 10,000 ਟਨ ਜਿਹੜਾ ਕਣਕ ਤਾਂ ਮਤਲਬ ਭੇਜੀਓ, ਉਹਦੇ ਨਾਲ ਦਵਾਈਆਂ, ਉਹਦੇ ਨਾਲ ਹੋਰ ਲੋੜੀਂਦੀਆਂ ਵਸਤੂਆਂ ਨੇ ਜਿਹੜੀਆਂ ਉਹ ਭੇਜ ਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣਾ ਜਿਹੜਾ ਬੜਮੁੱਲਾ ਕਮਿਊਨਿਸਟ ਅੰਤਰਰਾਸ਼ਟਰੀ ਲੀਡਰ ਹੋਣ ਦਾ ਜਿਹੜਾ ਮਾਣ ਮਿਲਿਆ। ਔਰ ਉਸ ਬੰਦਰਗਾਹ ਦੇ ਉੱਤੇ ਫੀਦਲ ਕਾਸਤਰੋ ਹੈ ਜਿਹੜਾ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਆ। ਕਹਿਣ ਦਾ ਭਾਵ, ਜੇਕਰ ਕਾਮਰੇਡ ਸੁਰਜੀਤ ਦੇ ਜ਼ਿੰਦਗੀ ਨੂੰ, ਹਿਸਟਰੀ ਨੂੰ ਮਤਲਬ ਅਸੀਂ ਕਰਨ ਲੱਗ ਜਾਈਏ ਤਾਂ ਕਈ ਦਹਾਕੇ ਉਸ ਦੇ ਉੱਤੇ ਮਤਲਬ ਜਿਹੜਾ ਹੈਗਾ ਕਿਹਾ ਜਾ ਸਕਦਾ ਹੈ। ਪਰ ਬਹੁਤ ਵੱਡਾ ਰੋਲ ਅੱਜ ਅਸੀਂ ਉਹਨਾਂ ਦਾ ਜਿਹੜਾ 14ਵੀਂ ਬਰਸੀ ਮਨਾ ਰਹੇ ਹਾਂ, ਜਿਹੜੀ ਸਾਡੇ ਵਾਸਤੇ ਅੱਜ ਵੀ ਜਿਸ ਤਰ੍ਹਾਂ ਦੇ ਤਾਕਤਾਂ ਨੇ ਜਿਹੜੀਆਂ ਹਿੰਦੁਸਤਾਨ ਦੀ ਰਾਜਗੱਦੀ ਦੇ ਉੱਤੇ ਬਿਰਾਜਮਾਨ ਨੇ ਜਾਂ ਪੰਜਾਬ ਦੇ ਉੱਤੇ, ਅੱਜ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਜਿਹੜੇ ਜਦੋਂ ਬਾਰ-ਬਾਰ ਉਹ ਸਰਕਾਰਾਂ ਨੂੰ ਗੱਦੀ ਤੋਂ ਲਾਉਂਦੇ ਸੀ ਤੇ ਅਗਾਂਹ ਵਧੂ ਜਮਹੂਰੀ ਜਿਹੜੀਆਂ ਸ਼ਕਤੀਆਂ ਨੂੰ ਅੱਗੇ ਲਿਆਉਂਦੇ ਸੀ। ਅੱਜ ਪਤਾ ਲੱਗਦਾ ਹੈ ਕਿ ਉਹਨਾਂ ਦਾ ਰੋਲ ਹੈ ਜਿਹੜਾ ਉਹ ਕਿੰਨਾ ਮਹੱਤਵਪੂਰਨ ਸੀ। ਅੱਜ ਵੀ ਉਹਨਾਂ ਤੋਂ ਸਾਨੂੰ ਦਿਸ਼ਾ ਨਿਰਦੇਸ਼ ਲੈਣ ਦੀ ਲੋੜ ਹੈ ਤੇ ਮੈਂ ਬਹੁਤਾ ਸਮਾਂ ਨਾ ਲਾਵਾਂ ਇਸ 'ਤੇ। ਮੈਂ ਸਭ ਤੋਂ ਪਹਿਲਾਂ ਕਾਮਰੇਡ ਬੰਤ ਸਿੰਘ ਬਰਾੜ ਜੀ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਕਾਮਰੇਡ ਸੁਰਜੀਤ ਹੋਰਾਂ ਨੂੰ ਸ਼ਰਧਾਂਜਲੀ ਅਰਪਣ ਕਰਨ। CPI ਦੇ ਸੂਬਾਈ ਸਕੱਤਰ ਸਤਿਕਾਰਯੋਗ ਕਾਮਰੇਡ ਬੰਤ ਸਿੰਘ ਜੀ ਬਰਾੜ। ਬਹੁਤ ਹੀ ਸਤਿਕਾਰਯੋਗ ਸਾਡੇ ਸਾਰੇ ਇੰਡੀਆ ਦੇ ਲੈਫਟ ਮੂਵਮੈਂਟ ਦੇ ਆਗੂ, CPIM ਦੇ ਜਨਰਲ ਸੈਕਟਰੀ ਕਾਮਰੇਡ ਸੀਤਾਰਾਮ ਯੇਚੁਰੀ ਜੀ, ਕਾਮਰੇਡ ਸੁਖਵਿੰਦਰ ਸਿੰਘ ਜੀ ਮੇਰੇ ਸਾਥੀ, ਬਲਵੰਤ ਸਿੰਘ ਰਾਮੂਵਾਲੀਆ ਜੀ ਸਾਡੇ ਵੱਡੇ ਵੀਰ, ਔਰ ਸੈਕਟਰੀ ਦੇ ਮੈਂਬਰ ਸਾਹਿਬਾਨ। ਅੱਜ ਬਹੁਤ ਹੀ ਸਵਾਗਤਯੋਗ ਗੱਲ ਹੈ ਕਿ ਪੰਜਾਬ ਦੀ CPIM ਹਮੇਸ਼ਾ ਉਸ ਮਹਾਨ ਆਗੂ ਜਿਸ ਨੇ ਇਕੱਲੇ ਸਾਡੇ ਦੇਸ਼ ਦੀਆਂ ਕਮਿਊਨਿਸਟ ਪਾਰਟੀ, ਸਾਡੇ ਦੇਸ਼ ਦੀ ਲੈਫਟ ਮੂਵਮੈਂਟ ਨੂੰ ਅੱਗੇ ਨਹੀਂ ਵਧਾਇਆ, ਬਲਕਿ ਸਾਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਤੌਰ ਦੇ ਉੱਤੇ ਪ੍ਰਸਿੱਧੀ ਖੱਟੀ ਔਰ ਪੰਜਾਬ ਦਾ ਨਾਮ ਉੱਚਾ ਕੀਤਾ, ਹਿੰਦੁਸਤਾਨ ਦੀ ਕਮਿਊਨਿਸਟ ਮੂਵਮੈਂਟ ਦਾ ਨਾਮ ਉੱਚਾ ਕੀਤਾ। ਕਾਮਰੇਡ ਹਰਕਿਸ਼ਨ ਸੁਰਜੀਤ ਨੂੰ ਯਾਦ ਕਰ ਰਹੇ ਹਾਂ ਔਰ ਇੱਕ ਚੰਗੀ ਰਵਾਇਤ ਹੈ, ਹਰ ਸਾਲ ਤੁਸੀਂ ਕਰਦੇ ਹੋ, ਵਧਾਈ ਦੇ ਪਾਤਰ ਹੋ। ਮੈਂ ਪੰਜਾਬ ਦੀ CPI ਵੱਲੋਂ ਤੁਹਾਡੀ ਇਸ ਕੰਟਰੀਬਿਊਸ਼ਨ 'ਚ, ਇਸ ਇਕੱਤਰਤਾ 'ਚ ਔਰ ਉਹਨਾਂ ਨੂੰ ਯਾਦ ਕਰਨ ਦੇ ਵਾਸਤੇ ਮੈਂ ਵੀ ਤੁਹਾਡੇ ਸ਼ਾਮਲ ਹੋਣਾ। ਕਾਮਰੇਡ ਸੀਤਾਰਾਮ ਯੇਚੁਰੀ ਜੀ ਨੂੰ ਮੈਂ ਪੰਜਾਬ ਦੀ CPI ਵੱਲੋਂ ਵੈਲਕਮ ਕਰਦਾ। ਕਾਮਰੇਡ, ਮੈਂ 2-4 ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹਾਂਗਾ। ਇੱਕ ਤਾਂ ਇਹ ਹੈ ਕਿ ਦੇਸ਼ ਅੰਦਰ ਕਾਮਰੇਡ ਦੱਸਣਗੇ ਬਹੁਤ ਸਾਰੀਆਂ ਗੱਲਾਂ, ਮੈਂ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ।
ਦੇਸ਼ ਅੰਦਰ ਉਹ ਤਾਕਤਾਂ ਜਿਹੜੀਆਂ ਸਾਡੇ ਦੇਸ਼ ਅੱਗੇ ਆਈਆਂ, ਜਿਹੜੇ ਇਤਿਹਾਸ ਨੂੰ ਹੀ ਪੁੱਠਾ ਗੇੜਾ ਦੇਣਾ ਚਾਹੁੰਦੇ ਨੇ। ਸਾਡੀ ਦੀ ਆਜ਼ਾਦੀ ਦੀ ਲਹਿਰ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਪਿੱਠ ਪੂਰੀ, ਉਸ ਲਹਿਰ ਨੂੰ ਬਦਨਾਮ ਕਰਨਾ ਚਾਹੁੰਦੇ ਆ। ਔਰ ਸਾਡੇ ਹਿੰਦੁਸਤਾਨ ਦੇ ਵਿੱਚ ਸਾਡਾ ਸੈਕੂਲਰ ਫੈਬਰਿਕ ਹੈ, ਢਾਂਚਾ ਜਿਹੜਾ ਹੈ, ਸਾਡਾ ਸੰਵਿਧਾਨ ਜਿਹੜਾ ਘੜਿਆ ਗਿਆ ਸਾਡੇ ਹਿੰਦੁਸਤਾਨ ਦੇ ਮਹਾਨ ਆਜ਼ਾਦੀ ਘੁਲਾਟੀਆਂ ਨੇ, ਉਸ ਸੰਵਿਧਾਨ ਨੂੰ ਵੀ ਬਲੀਆ ਮੇਟ ਕਰਨਾ ਚਾਹੁੰਦੇ ਆ। ਉਹਦੀ ਥਾਂ 'ਤੇ ਮਨੋਵਾਦ ਲਾਗੂ ਕਰਨਾ ਚਾਹੁੰਦੇ ਆ। ਸਮੁੱਚੇ ਤੌਰ 'ਤੇ ਸਾਡੇ ਹਿੰਦੁਸਤਾਨ ਦੀ ਐਜੂਕੇਸ਼ਨ ਸਿਸਟਮ ਦਾ ਬੇੜਾ ਗਰਕ ਕਰਨਾ ਚਾਹੁੰਦੇ ਆ। ਇਸ ਸਾਡੇ ਪ੍ਰਵਾਨਿਤ ਜਿਹੜੀਆਂ ਨੀਤੀਆਂ ਡੈਮੋਕ੍ਰੇਸੀ ਦੀਆਂ, ਸੈਕੂਲਰਿਜ਼ਮ ਦੀਆਂ, ਉਸ ਨੂੰ ਖਤਮ ਕਰਕੇ ਕਮਿਊਨਲ ਰੰਗ ਦੇਣਾ ਚਾਹੁੰਦੀਆਂ ਸਰਪੱਖ। ਔਰ ਸਾਡੇ ਜੁਡੀਸ਼ੀਅਲ ਸਿਸਟਮ ਨੂੰ ਤਬਾਹ ਕਰਨਾ ਚਾਹੁੰਦੀਆਂ। ਸਾਡੇ ਸੰਵਿਧਾਨਕ ਇੰਸਟੀਟਿਊਸ਼ਨ ਸਾਰਿਆਂ ਨੂੰ ਇੱਕ ਕਰਕੇ ਬਰਬਾਦ ਕਰ ਰਹੀਆਂ। ਵਿਰੋਧੀਆਂ ਦੇ ਉੱਤੇ ਵੱਡੇ ਹਮਲੇ ਕਰ ਰਹੀਆਂ। ਲਗਭਗ ਜੇ ਇਹ ਕਿਹਾ ਜਾਵੇ ਅਣਐਲਾਨੀਆਂ ਤੌਰ ਦੇ ਉੱਤੇ ਇੱਕ ਫਾਸ਼ਿਜ਼ਮ ਵਰਗੀ ਹਾਲਤ ਇਹਨਾਂ ਨੇ ਪੈਦਾ ਕਰ ਦਿੱਤੀ ਹੈ। ਸਾਡੇ 'ਚ ਬਹਿਸ ਤੁਰ ਪੈਂਦੀ ਹੈ, ਫਾਸ਼ਿਜ਼ਮ ਹੈ ਕਿ ਨਹੀਂ, ਫਾਸ਼ਿਜ਼ਮ ਵਰਗੀ ਗੱਲ ਹੈ। ਪਰ ਇਹ ਫਾਸ਼ਿਜ਼ਮ ਹੁਣ ਜਰਮਨੀ ਵਾਲਾ ਫਾਸ਼ਿਜ਼ਮ ਇੱਥੇ ਨਹੀਂ ਆਉਣਾ। ਇੱਥੇ ਇੰਡੀਅਨ ਟਾਈਪ ਦੀ ਫਾਸ਼ਿਜ਼ਮ ਹੈ। ਸਾਰੇ ਹਿੰਦੁਸਤਾਨ 'ਚ ਜਿਹੜੇ 20 ਕਰੋੜ ਮੁਸਲਮਾਨ ਸਾਡੇ ਭਾਈ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਫਾਸ਼ਿਜ਼ਮ ਹੈ ਕਿ ਨਹੀਂ। ਜੇ ਬੱਸ 'ਚ ਬੈਠੇ ਰੇਲ 'ਚ ਯਾਤਰਾ ਕਰ ਰਹੇ ਹੈ, ਉਹਨਾਂ ਨੂੰ ਪਤਾ ਨਹੀਂ ਕਿਹੜੇ ਪਾਸੋਂ ਆ ਕੇ ਅਟੈਕ ਹੋ ਜਾਣਾ, ਕਿਹੜੇ ਪਾਸੋਂ ਉਹਨਾਂ ਨੂੰ ਜਹਾਦੀ ਕਹਿ ਕੇ ਜਾਂ ਗਊ ਹੱਤਿਆ ਦੇ ਹਥਿਆਰੇ ਕਹਿ ਕੇ ਬਦਨਾਮ ਕਰਕੇ ਉਹਨਾਂ ਨੂੰ ਕਤਲ ਕਰ ਦੇਣਾ। ਇਹੋ ਜਿਹੀ ਹਾਲਤ ਬਣੀ ਪਈ ਹੈ, ਬੋਲ ਨਹੀਂ ਸਕਦੇ। ਜੇ ਇੱਕੋ ਇੱਕ ਸਟੇਟ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਖਾਸ ਹਾਲਤਾਂ 'ਚ ਬਣੀ ਸੀ, ਜੰਮੂ ਕਸ਼ਮੀਰ, ਮੁਸਲਮਾਨ ਡੋਮੀਨੇਟ ਕਰਦੇ ਸੀ, ਵੱਡੀ ਗਿਣਤੀ ਉਹਨਾਂ ਭਰਾਵਾਂ ਦੀ ਸੀ, ਉਹਨਾਂ ਨੇ ਅਧਿਕਾਰ ਲੈ ਲਏ, ਉਸ ਨੂੰ ਜਾਣਬੁੱਝ ਕੇ ਹਮਲਾ ਕੀਤਾ। 370 ਔਰ 35 ਉਡਾ ਦਿੱਤਾ ਗਿਆ ਔਰ ਜਾਣਬੁੱਝ ਕੇ ਅਟੈਕ ਹੈ। ਔਰ ਉਹਦਾ ਅਸੀਂ ਪੰਜਾਬ ਦੇ ਲੋਕਾਂ ਨੇ, ਮੈਂ ਜੀ ਬੇਨਤੀ ਕਰਨਾ ਚਾਹੁੰਦਾ, ਪੰਜਾਬ ਦੇ ਲੋਕਾਂ ਨੇ ਜਿੰਨੀ ਸਾਡੀ ਸ਼ਕਤੀ ਸੀ, ਖਾਸ ਤੌਰ 'ਤੇ ਖੱਬੀਆਂ ਸ਼ਕਤੀਆਂ ਨੇ ਅਸੀਂ ਡਿਨਾਊਂਸ ਕੀਤਾ, ਉਹਦਾ ਵਿਰੋਧ ਕੀਤਾ ਕਿ ਸਾਨੂੰ ਪਤਾ ਸੀ ਜੇ ਅੱਜ ਜੰਮੂ ਕਸ਼ਮੀਰ ਦੇ ਉੱਤੇ ਹਮਲਾ ਅਸੀਂ ਗੁਆਂਢੀ ਹੈ, ਕੱਲ੍ਹ ਨੂੰ ਸਾਡੇ 'ਤੇ ਆਊਗਾ। ਔਰ ਉਹ ਗੱਲ ਸੱਚੀ ਹੋਈ। ਸਾਡੇ ਪੰਜਾਬ ਦੇ ਉੱਤੇ ਸਾਡੇ ਫੈਡਰਲ ਢਾਂਚੇ ਨੂੰ ਜਿਸ ਢੰਗ ਦੇ ਨਾਲ ਅਟੈਕ ਕੀਤਾ ਜਾ ਰਿਹਾ, ਚੁਣ ਕੇ ਸਾਡੇ ਹੱਕ ਖੋਏ ਜਾ ਰਹੇ ਹੈ, ਉਹ ਸਾਡੇ ਸਾਹਮਣੇ ਹੈ। ਜਿਸ ਢੰਗ ਦੇ ਨਾਲ 50 ਕਿਲੋਮੀਟਰ ਬਾਰਡਰਾਂ ਦੇ ਉੱਤੇ ਸਾਰੇ ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰਦੇ, ਜਿਹਨੂੰ ਮਰਜ਼ੀ ਦੇਸ਼ ਰੋਕ ਕਹਿ ਕੇ, ਔਰ ਏਜੰਸੀਆਂ ਜਿਹੜੀਆਂ ਸੈਂਟਰ ਦੀਆਂ ਉਹਨਾਂ ਨੂੰ ਅਧਿਕਾਰ ਦੇ ਦਿੱਤਾ ਔਰ ਕੇਂਦਰੀ ਬਲਾਂ ਨੂੰ ਅਧਿਕਾਰ ਦਿੱਤਾ। ਇਹ ਕੀ ਹੈ? ਸਾਰੇ ਪੰਜਾਬ ਨੂੰ ਇਸ ਸਮੁੱਚੇ ਤੌਰ 'ਤੇ ਸਾਡੇ ਪੰਜਾਬ ਨੂੰ ਇਸ ਕਾਨੂੰਨ ਦੇ ਥੱਲੇ ਲਿਆਉਣ ਵਾਲੀ ਗੱਲ ਹੈ ਕਿ ਜਿਹਦੇ ਮਰਜ਼ੀ UAPA ਲਾ ਕੇ ਅੰਦਰ ਕਰਦੇ ਹਨ, ਬਿਨਾਂ ਕਿਸੇ ਤੋਂ ਗੱਲ ਪੁੱਛਿਆ ਸਾਨੂੰ ਅੰਦਰ ਕਰ ਸਕਦੇ ਆ। ਸਾਡਾ ਜੇ ਅਸੀਂ ਮੈਨੇਜਮੈਂਟ, ਸਾਡੀ ਭਾਖੜਾ ਬਿਆਸ ਮੈਨੇਜਮੈਂਟ ਸੀ, ਉਹ ਜੋ ਸਾਡਾ ਪੱਕੇ ਤੌਰ ਦੇ ਉੱਤੇ ਇੱਕ ਮੈਨੇਜਮੈਂਟ ਦਾ ਮੈਂਬਰ ਹੁੰਦਾ ਸੀ, ਉਹ ਕੱਢ ਦਿੱਤਾ ਗਿਆ, ਸਾਰੇ ਇੰਡੀਆ 'ਚੋਂ ਰੱਖ ਦਿੱਤਾ ਗਿਆ। ਸਾਡੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਉਹਨੂੰ ਟੇਕ ਓਵਰ ਕਰ ਰਹੇ ਹੈ, ਸਾਡੇ ਚੰਡੀਗੜ੍ਹ ਨੂੰ ਟੇਕ ਓਵਰ ਕਰ ਰਹੇ ਹੈ। ਮੈਂ ਕਰੋਨਾ 'ਚ ਇੱਕ ਇੱਕ ਕਰਕੇ ਸਾਡੇ ਹੱਕ ਖੋਏ ਜਾ ਰਹੇ ਹੈ। ਸਮੁੱਚੇ ਤੌਰ 'ਤੇ ਪੰਜਾਬ ਦੇ ਉੱਤੇ ਅਟੈਕ ਹੈ। ਔਰ ਬਦਕਿਸਮਤੀ ਹੈ ਕਿ ਅੱਜ ਜਿਹੜੀ ਸਰਕਾਰ ਅਸੀਂ ਲੋਕਾਂ ਨੇ ਲਿਆਂਦੀ ਹੈ, ਪੰਜਾਬ ਦੇ ਲੋਕਾਂ ਨੇ ਲਿਆਂਦੀ, ਸਾਨੂੰ ਟੋਲਰੇਟ ਕਰਨਾ ਪੈਣਾ, ਸਾਨੂੰ ਸਹਿਣਾ ਪੈਣਾ, ਕਿਉਂਕਿ ਅਸੀਂ ਜ਼ਿੰਮੇਵਾਰ ਹਾਂ ਸਾਡੇ ਸਿਰ 'ਤੇ ਬਿਠਾਉਣ ਦੇ। ਮੋਸਟ ਅਪੋਰਚੁਨਿਸਟ ਹੈ, ਮੌਕਾ ਪ੍ਰਸਤ ਹੈ। ਔਰ ਜਿਹਨੂੰ ਕਿਹਾ ਜਾਵੇ ਕਿ ਬੀ ਟੀਮ ਹੈ RS ਦੀ, ਉਹ ਸੱਚੀ ਸਾਬਤ ਹੁੰਦੀ ਹੈ। ਜੋ ਦਿੱਲੀ 'ਚ ਇਹਨਾਂ ਨੇ ਕੀਤਾ, ਜਾਂ ਸਾਡੇ ਅੰਦੋਲਨ, ਪੰਜਾਬ ਦਾ ਅੰਦੋਲਨ ਮੰਨ ਲਓ, ਅਸੀਂ ਪੰਜਾਬੀਆਂ ਨੇ ਲੜਾਈ ਲੜੀ ਔਰ ਅਗਵਾਈ ਕੀਤੀ ਸਾਡੇ ਹਿੰਦੁਸਤਾਨ ਦੇ ਸਮੁੱਚੇ ਕਿਸਾਨ ਮੂਵਮੈਂਟ ਦੀ, ਦੁਨੀਆ 'ਚ ਇੱਕ ਨਾਮ ਪੈਦਾ ਕੀਤਾ, ਇੱਕ ਹਿਸਟਰੀ ਕ੍ਰੀਏਟ ਕੀਤੀ, ਇੱਕ ਹਿਸਟਰੀ ਪੈਦਾ ਕੀਤੀ। ਔਰ ਸਾਨੂੰ ਮਾਣ ਹੈ ਇਹਦੇ 'ਚ ਲੈਫਟ ਪਾਰਟੀਆਂ ਦਾ ਰੋਲ ਸਭ ਤੋਂ ਅੱਗੇ ਹੈ। ਅਸੀਂ ਗਏ ਦਿੱਲੀ ਜਾ ਕੇ ਲੜੇ, ਇਕੱਠੇ ਹੋ ਕੇ ਬੈਠ ਗਏ, ਪਰ ਬਦਕਿਸਮਤੀ ਹੈ ਲੜੇ ਜ਼ਰੂਰ। ਉਦੋਂ ਕੇਜਰੀਵਾਲ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ, ਅਸੀਂ ਪੁੱਛਣਾ ਚਾਹਾਂਗੇ ਇੱਕ ਪਾਣੀ ਦਾ ਗਲਾਸ ਵੀ ਸਾਨੂੰ ਸਾਡੇ ਕਿਸਾਨ ਅੰਦੋਲਨ 'ਚ ਆ ਕੇ ਪੇਸ਼ ਕੀਤਾ ਉਹਨੇ, ਕੋਈ ਹਾਂ ਦਾ ਨਾਰਾ ਮਾਰਿਆ। ਬਦਕਿਸਮਤੀ ਸਾਡੇ ਪੰਜਾਬ ਦੀ, ਮੁੜ ਕੇ ਫਿਰ ਉਹਨੂੰ ਚੁਣ ਲੈਂਦੇ ਅਸੀਂ। ਉਹਨਾਂ ਲੋਕਾਂ ਨੂੰ ਚੁਣਿਆ ਸੀ ਜਿਨ੍ਹਾਂ ਲੋਕਾਂ ਨੇ ਸਾਡਾ ਵੈਰ ਕਮਾਇਆ, ਸਾਡਾ ਧਰੋਹ ਕਮਾਇਆ, ਸਾਡੇ ਨਾਲ ਵਿਰੋਧ ਕੀਤਾ। ਸਾਡੀ ਬਦਕਿਸਮਤੀ ਹੈ, ਅਸੀਂ ਵੀ ਜ਼ਿੰਮੇਵਾਰ ਹਾਂ ਇਹਦੇ 'ਚ। ਗਏ ਅਸੀਂ ਦਿੱਲੀ 'ਚ ਲੜਨ ਵਾਸਤੇ ਸਾਰੇ ਇਕੱਠੇ ਹੋ ਕੇ, ਜਦੋਂ ਮੁੜ ਕੇ ਵਾਪਸ ਆਏ ਆਪੋ ਆਪਣੇ ਘੋੜਿਆਂ 'ਚ ਫੇਰ ਚਲੇ ਗਏ, ਸਾਡੇ ਮਤਭੇਦ ਹੋ ਗਏ। ਅਸੀਂ ਇੱਕ ਮੌਕਾ ਪ੍ਰਸਤ ਲੋਕਾਂ ਨੂੰ ਮੌਕਾ ਦੇ ਦਿੱਤਾ, ਜੇ ਕਦੇ ਵੀ ਸਾਡੇ ਪੰਜਾਬ ਦੇ ਹੱਕ 'ਚ ਲੜੇ ਨਹੀਂ ਔਰ ਉਹਨਾਂ ਨੂੰ ਸਾਡੇ ਰਾਜ ਵਿੱਚ ਬਿਠਾ ਲਿਆ। ਹੁਣ ਕੀ ਕਰ ਰਹੇ ਆ? ਪੰਜਾਬ ਦੀ ਸਿਚੁਏਸ਼ਨ ਕੀ ਬਣੀ ਹੈ?
एक मिनट ला के मैं दसना चाहना, पंजाब ਜਿਹੜੇ ਰੱਦ ਕੀਤੇ ਗਏ ਲੋਕ ਅਕਾਲੀ ਸ਼੍ਰੋਮਣੀ ਅਕਾਲੀ ਦਲ ਰੱਦ ਹੋਣੇ ਚਾਹੀਦੇ ਸੀ ਜਾਂ ਕਾਂਗਰਸ ਵਾਲੇ ਆ, ਉਹਨਾਂ ਦਾ ਹਾਲ ਦੇਖੋ। ਹੁਣ ਅਕਾਲੀ ਪਾਰਟੀ ਨੂੰ ਕੋਈ ਮੁੱਦਾ ਨਹੀਂ ਲੱਭ ਰਿਹਾ, ਹੁਣ ਮੁੜ ਕੇ ਉਹ ਪੁਰਾਣੇ ਮੁੱਦਿਆਂ ਤੇ ਜਾ ਰਹੇ ਆ। ਪਹਿਲਾ ਨੰਬਰ 1 ਸਾਨੂੰ ਖੁਸ਼ੀ ਸੀ ਕਿ ਹਰਸਿਮਰਤ ਕੌਰ ਕਿਸਾਨ ਅੰਦੋਲਨਾਂ ਚੋਂ ਬਾਹਰ ਆ ਕੇ ਅਸਤੀਫਾ ਦੇ ਕੇ ਆਈ, ਅਸੀਂ ਵੈਲਕਮ ਕੀਤਾ। ਪਰ ਮੁੜ ਕੇ ਫਿਰ ਉਹ ਰਾਸ਼ਟਰਪਤੀ ਦੇ ਸਵਾਲ ਤੇ ਉੱਥੇ ਜਾ ਡਿੱਗੇ, ਉੱਥੇ ਫੇਰ ਜਾ ਰਹੇ ਆ। ਦੂਜੀ ਗੱਲ, ਅੱਤਵਾਦ ਦੇ ਦੌਰ 'ਚ ਇਹਨਾਂ ਨੇ ਕੁਛ ਨਿਖੇੜਾ ਕਰਨ ਦੀ ਕੋਸ਼ਿਸ਼ ਕੀਤੀ ਬਾਦਲ ਸਾਹਿਬ ਨੇ, ਹੁਣ ਮੁੜ ਕੇ ਫਿਰ ਅੱਤਵਾਦ ਨੂੰ ਹਵਾ ਦੇ ਰਹੇ ਹੈ। ਹੁਣ ਸਾਡੇ ਅਕਾਲ ਤਖਤ ਜਿਹੜਾ ਸਭ ਤੋਂ ਦੁਨੀਆ ਦਾ ਸੈਕੂਲਰ ਸਾਡਾ ਇੱਕ ਨਿਸ਼ਾਨ ਹੈ, ਸਿੰਬਲ ਹੈ, ਚਾਰੇ ਦਰਵਾਜ਼ੇ ਖੁੱਲ੍ਹੇ ਹੈ, ਉੱਥੋਂ ਦਾ ਜਥੇਦਾਰ ਇਹ ਬਿਆਨ ਦੇਵੇ ਕਿ ਹੁਣ ਸਿੱਖਾਂ ਹਰ ਸਿੱਖ ਨੂੰ ਹਥਿਆਰ ਰੱਖਣੇ ਚਾਹੀਦੇ ਹੈ। ਇਹਦਾ ਮਤਲਬ ਕੀ ਹੈ? ਤੂੰ ਸਿੱਖਾਂ ਦਾ ਨੁਮਾਇੰਦਾ ਕਿ ਸਾਰੇ ਪੰਜਾਬ ਦੇ ਸਾਰੇ ਹਿੰਦੁਸਤਾਨ ਦੀ ਮਾਨਵਤਾ ਦਾ ਹਿਊਮੈਨਿਟੀ, ਗੁਰੂਆਂ ਨੇ ਕੁਰਬਾਨੀ ਕਿਸੇ ਇੱਕ ਸੈਕਟ ਵਾਸਤੇ ਦਿੱਤੀ ਸੀ, ਸਾਰੇ ਲੋਕਾਂ ਦੇ ਵਾਸਤੇ ਦਿੱਤੀ, ਹਿਊਮੈਨਿਟੀ ਵਾਸਤੇ ਦਿੱਤੀ, ਅਮਨ ਵਾਸਤੇ ਦਿੱਤੀ, ਸ਼ਾਂਤੀ ਵਾਸਤੇ ਦਿੱਤੀ। ਇਹ ਕੀ ਗੱਲ ਹੈ? ਹੁਣ ਕੱਲਾ ਜਥੇਦਾਰ ਜਿਹੜਾ ਉਹ ਬਿਆਨ ਦੇ ਸਕਦਾ ਬਿਨਾਂ ਸ਼੍ਰੋਮਣੀ ਅਕਾਲੀ ਦਲ ਤੋਂ? ਹੁਣ ਜਾ ਕਿੱਧਰ ਰਹੀ ਸਿਆਸਤ? ਮੈਂ ਬੇਨਤੀ ਕਰਨਾ ਚਾਹੁੰਦਾ, ਇਹਨਾਂ ਨੂੰ ਮੁੱਦਾ ਨਹੀਂ ਲੱਭ ਰਿਹਾ, ਮੁੜ ਕੇ ਫਿਰ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਦੂਸਰੇ ਪਾਸੇ MP ਜਿੱਤਿਆ ਜਿਹੜਾ ਸਿਮਰਜੀਤ ਮਾਨ ਸਿੰਘ, ਉਹ ਕੀ ਕਹਿ ਰਿਹਾ? ਹੁਣ ਮੈਂ ਜਿਹੜੀ ਗੱਲ ਨਿਬੇੜਨਾ ਚਾਹੁੰਦਾ, ਇੱਕ ਪਾਸੇ ਮੋਦੀ ਕਹਿ ਰਿਹਾ ਕਿ ਕਮਿਊਨਿਸਟ ਜਿਹੜੇ ਹੈ ਤਾਂ ਥੋੜ੍ਹੇ, ਪਰ ਇਹਨਾਂ ਦੀ ਵਿਚਾਰਧਾਰਾ ਸਭ ਤੋਂ ਖਤਰਨਾਕ ਹੈ। ਔਰ ਦੂਜੇ ਪਾਸੇ ਸਿਮਰਜੀਤ ਮਾਨ ਜਿੱਤ ਕੇ ਪਹਿਲਾਂ ਨਹੀਂ ਬੋਲਿਆ, ਜਿੱਤ ਕੇ ਉਹਨੂੰ ਯਾਦ ਆ ਜੇ ਅੱਜ 60-70 ਸਾਲਾਂ ਦਾ ਬੁੜਾ, ਉਹਨੂੰ ਯਾਦ ਆ ਜੇ ਕਿ ਭਗਤ ਸਿੰਘ ਤਾਂ ਅੱਤਵਾਦੀ ਸੀ। ਵੀ ਕਿ ਇਹ ਗੱਲ ਕਿੱਥੇ ਜੁੜਦੀ ਹੈ ਕਿ BJP ਦੇ ਪ੍ਰਧਾਨ ਮੰਤਰੀ ਦੀ ਆਵਾਜ਼ ਤੇ ਸਾਡੇ ਇਸ ਸਿਮਰਜੀਤ ਮਾਨ ਦੀ ਆਵਾਜ਼ ਇਕੱਠੀ ਹੁੰਦੀ ਹੈ ਕਿ ਨਹੀਂ? ਕਿ ਅੱਤਵਾਦੀ ਸੀ ਭਗਤ ਸਿੰਘ। ਭਗਤ ਸਿੰਘ ਕੌਣ ਸੀ? ਸਾਡੇ ਲੈਫਟ ਦਾ, ਸਾਡੀ ਸੈਕੂਲਰ ਢਾਂਚੇ ਦਾ, ਸਾਡੀ ਕਮਿਊਨਿਸਟ ਮੂਵਮੈਂਟ ਦਾ, ਸਾਡੇ ਮਾਰਕਸਵਾਦੀ ਲੈਨਿਨਵਾਦੀਆਂ ਦਾ ਇੱਕ ਰਿਪਰੈਜ਼ੈਂਟੇਟਿਵ ਸੀ, ਪਤੀ ਦੇ ਸੀ। ਉਹ ਸਾਡੇ ਤੇ ਅਟੈਕ ਹੈ, ਲੈਫਟ ਤੇ ਅਟੈਕ ਹੈ। ਮੈਂ ਬੇਨਤੀ ਕਰਨਾ ਚਾਹੁੰਦਾ, ਇਹ ਪੰਜਾਬ ਦੇ ਸਾਨੂੰ ਪੰਜਾਬੀਆਂ ਨੂੰ ਸਮੁੱਚੇ ਤੌਰ ਤੇ ਇਕੱਠਿਆਂ ਹੋ ਕੇ ਲੜਨੀ ਪੈਣੀ ਹੈ। ਹਿੰਦੁਸਤਾਨ ਦੀ ਜ਼ਿੰਮੇਵਾਰੀ ਸੀਤਾਰਾਮ ਯਤਰੀ ਔਰ ਡੈਮੋਕ੍ਰੈਟਿਕ ਫੋਰਸਿਸ ਦੇ ਉੱਤੇ ਹੈ। ਅਸੀਂ ਅੱਜ ਵੀ ਨਹੀਂ ਇਕੱਠੇ ਹੁੰਦੇ, ਲੈਫਟ ਫੋਰਸਿਸ ਸਾਨੂੰ ਮਾਣ ਹੈ, ਆਲ ਇੰਡੀਆ ਪੱਧਰ ਤੇ ਲੈਫਟ ਪਾਰਟੀ ਫੋਰਸਿਸ ਨੇ ਹਮੇਸ਼ਾ, ਕਮਿਊਨਿਸਟਾਂ ਨੇ ਖਾਸ ਤੌਰ ਤੇ CPM ਨੇ ਜ਼ੋਰ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਫਾਸਿਸਟ ਫੋਰਸਾਂ ਦੇ ਖਿਲਾਫ ਟੋਟਲ ਫੋਰਸ ਜਿਹੜੇ ਹਿੰਦੁਸਤਾਨ ਡੈਮੋਕ੍ਰੇਸੀ ਸੰਵਿਧਾਨ ਦੀ ਰਾਖੀ ਕਰਨਾ ਚਾਹੁੰਦੇ ਯੂਨਾਈਟ ਹੋ ਕੇ ਨੂੰ ਇਹ ਬਿੱਜੂਆਂ ਨੂੰ ਮਗਰੋਂ ਲਾਉਣਾ ਚਾਹੀਦਾ ਹੈ। ਉਹ 'ਚ ਬਹੁਤ ਸਾਰੀਆਂ ਪ੍ਰੋਬਲਮ ਹੈਗੀਆਂ, ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਸੇ ਤਰ੍ਹਾਂ ਪੰਜਾਬ ਦੀ ਲੈਫਟ ਮੂਵਮੈਂਟ, ਸਾਰੇ ਹਿੰਦੁਸਤਾਨ ਦੀ ਲੈਫਟ ਮੂਵਮੈਂਟ, ਕਾਮਰੇਡ ਸੀਤਾਰਾਮ ਯਤਰੀ ਆਫ ਕੋਰਸ ਸਾਡੀ ਸਭ ਤੋਂ ਵੱਡੀ ਪਾਰਟੀ ਦੇ ਜਨਰਲ ਸੈਕਟਰੀ ਹੈ, ਇਹਨਾਂ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅੱਜ ਫਿਰ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਰੋਲ ਨੂੰ ਕਿੱਥੋਂ ਤੱਕ ਲਿਜਾ ਸਕਦੇ ਹਾਂ, ਕੀ ਆਪਣਾ ਅਸੀਂ ਇਤਿਹਾਸਕ ਜਾਂ ਅੱਜ ਦੇ ਇਤਿਹਾਸ ਨੇ, ਅੱਜ ਦੇ ਵਕਤ ਨੇ ਸਾਡੇ ਲੈਫਟ ਦੇ ਮੂਵਮੈਂਟ ਦੇ ਉੱਤੇ, ਸਾਡੇ ਕਮਿਊਨਿਸਟ ਅੰਦੋਲਨ ਦੇ ਉੱਤੇ ਮੋਢਿਆਂ 'ਤੇ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਕੀ ਅਸੀਂ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਪਾਵਾਂਗੇ? ਇਹ ਕੁਐਸਚਨ ਮਾਰਕ ਹੈ। ਸਾਨੂੰ ਕਰਨਾ ਚਾਹੀਦਾ ਹੈ, ਸਾਨੂੰ ਵਿਸ਼ਵਾਸ ਹੈ ਅਸੀਂ ਕਰਾਂਗੇ, ਅਸੀਂ ਲੜਾਂਗੇ, ਅਸੀਂ ਲੜਦੇ ਰਹੇ ਹਾਂ ਔਰ ਜਿੱਤ ਪ੍ਰਾਪਤ ਕਰਾਂਗੇ। ਇਹਨਾਂ ਸ਼ਬਦਾਂ ਦੇ ਨਾਲ ਹੀ ਜਿਹੜੇ ਪਾਇਲ ਬੋਲ ਰਹੇ ਹੈ ਕਾਮਰੇਡ ਹਰਕ੍ਰਿਸ਼ਨ ਸੁਰਜੀਤ ਦੇ, ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਸਿੱਖਿਆ ਦੇ ਮੁਤਾਬਕ ਅਸੀਂ ਵਧ ਰਹੇ ਹਾਂ। ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ। ਧੰਨਵਾਦ ਸਾਥੀ ਬਰਾੜ ਜੀ। ਹੁਣ ਮੈਂ ਬੇਨਤੀ ਕਰਦਾ ਜਿਹੜੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਰਾਂ ਦੇ ਵੀ ਬਹੁਤ ਨਜ਼ਦੀਕੀ ਤੇ ਲਾਲ ਝੰਡੇ ਦੇ ਬਹੁਤ ਨਜ਼ਦੀਕੀ ਰਹੇ ਨੇ, ਸਰਦਾਰ ਬਲਵੰਤ ਸਿੰਘ ਜੀ ਰਾਮੂ ਵਾਲੀਆ, ਉਹ ਆ ਕੇ ਆਪਣਾ ਕਾਮਰੇਡ ਜੀ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਬਲਵੰਤ ਸਿੰਘ ਜੀ ਰਾਮੂ। स्वर्गवासी कामरेड सुरजीत जी के अज के यादगारी उन्होंने यादगार में इस समागम में मुख मेहमान वजों आए भारत वर्ष की मजबूत विचारधारा के झंडा प्रधान कामरेड जयचुरी जी, साडे वीर सेखों साहब पार्टी के सकत्तर बनत बराड़ जी, कावड़ भूप जी, सारे सज्जन
मैं ਤੁਹਾਨੂੰ ਸਿਰ ਝੁਕਾਉਣਾ ਹੈ ਸੁਰਜੀਤ ਜੀ ਦੀ ਯਾਦ ਵਿੱਚ। ਮੈਂ ਦੋ ਤਿੰਨ ਗੱਲਾਂ ਗੌਰ ਨਾਲ ਵੇਖ ਰਿਹਾ। ਅੱਜ ਸਵੇਰੇ ਮੈਂ ਦੇਸ਼ ਸੇਵਕ ਵਿੱਚ ਸੇਖੋਂ ਜੀ ਦਾ ਲੇਖ ਪੜ੍ਹਿਆ, ਕਾਂਵੜ ਜੈਚੁਰੀ ਜੀ ਦਾ ਲੇਖ ਪੜ੍ਹਿਆ, ਸਰਦਾਰ ਲਹਿੰਬਰ ਸਿੰਘ ਤੱਗੜ ਜੀ ਦਾ ਲੇਖ ਵੀ ਪੜ੍ਹਿਆ। ਮੈਂ ਸਾਰੀਆਂ ਗੱਲਾਂ ਦੇ ਰਿਜ਼ਲਟ ਵਿੱਚੋਂ ਇੱਕ ਦੋ ਗੱਲਾਂ ਨਤੀਜੇ ਕੱਢੇ। ਅੱਜ ਵੀ ਲਾਲ ਝੰਡੇ ਵਾਲਿਆਂ ਵਿੱਚ ਪੂਰੀ ਤੜਪ ਹੈ, ਅੱਗ ਹੈ, ਗੈਰਤ ਹੈ, ਬੁਰਾਈ ਨੂੰ ਚੁਣੌਤੀ ਤੇ ਚੈਲੰਜ ਦੇਣ ਦੀ ਸ਼ਕਤੀ ਹੈ, ਹੌਸਲਾ ਹੈ। ਚਾਹੇ ਕੋਈ ਕਿੰਨੀਆਂ ਸੀਟਾਂ ਦਾ ਤੇ ਕਿੰਨੀਆਂ ਸਰਕਾਰਾਂ ਦਾ ਮਾਲਕ ਹੋਵੇ, ਸੀਟਾਂ ਸਰਕਾਰਾਂ ਦੀ ਪਰਵਾਹ ਨਹੀਂ, ਪਰ ਲਾਲ ਝੰਡੇ ਨੂੰ ਸੱਚੀ ਗੱਲ ਕਰਨੀ ਤੇ ਛਾਤੀ ਠੋਕ ਕੇ ਕਹਿਣ ਦੀ ਜਿਹੜੀ ਉਹਦੀ ਰਵਾਇਤ ਤੇ ਬਿਰਤ ਹੈ, ਉਹਨੂੰ ਕਾਂਵੜ ਜੈਚੁਰੀ ਜੀ ਤੋਂ ਦੋਨੋਂ ਪਾਰਟੀਆਂ ਨੇ ਰੱਖਿਆ ਹੋਇਆ। ਮੈਂ ਇਹਦੇ ਉੱਤੇ ਮਾਣ ਕਰਦਾ ਹਾਂ। ਮੈਂ ਯੂਪੀ 'ਚ ਮਿਨਿਸਟਰ ਸੀ, ਸਭ ਨੂੰ ਪਤਾ ਸੀ ਵੀ ਇਹ ਪੰਜਾਬੀ ਕਹਿ ਦਈਏ ਤਾਂ ਕੰਮ ਕਰ ਦਿੰਦਾ, ਪਰ ਜੇ ਲਾਲ ਝੰਡੇ ਵਾਲੀ ਗੱਲ ਕਹਿ ਦਈਏ ਕੀਤਾ ਹੀ ਪਿਆ। ਮੈਂ ਬਹੁਤ ਮਦਦ ਕਰਦਾ ਸੀ, ਬਹੁਤ ਸਾਰੇ ਉੱਥੇ CPI CPM ਦੋਨਾਂ ਪਾਰਟੀਆਂ ਨੂੰ ਪਤਾ ਹੈ ਉੱਥੇ ਵੀ। ਹੁਣ ਮੈਂ ਦੋ ਗੱਲਾਂ ਉੱਤੇ ਆਉਣਾ ਕਿ ਕਾਂਵੜ ਸਾਹਿਬ 84 ਸਾਲ ਦੇਸ਼ ਦੀ ਸੇਵਾ ਕੀਤੀ, ਲਾਲ ਝੰਡਾ ਚੁੱਕ ਕੇ ਰੱਖਿਆ। ਜੈਚੁਰੀ ਜੀ ਨੇ ਅੱਜ ਆਪਣੇ ਲੇਖ 'ਚ ਲਿਖਿਆ, ਜੈਚੁਰੀ जी ने you have mentioned going on bicycle by Surjit ji from Amritsar to Lahore today in the paper. So I appreciate you that you at least picked up the peculiar attitude of Surjit ji. ਇਹਨਾਂ ਨੇ ਅੰਮ੍ਰਿਤਸਰ ਲਿਖਿਆ, ਉਹ ਬਨਾਲੇ ਹੋ ਜਾਂਦੇ ਸੀ, ਮੇਰੇ ਨਾਲ ਬਹੁਤ ਗੱਲਾਂ ਕਰਦੇ ਸੀ। ਉਹਨਾਂ ਦੀ ਨਜ਼ਰ ਉਦੋਂ 30% ਹੀ ਰਹਿ ਗਈ ਸੀ। ਮੈਨੂੰ ਕਹਿੰਦੇ 6 ਵਜੇ ਪੜ੍ਹ ਆਇਆ ਕਰ। ਮੈਂ 5:40 ਦੇ ਬਾਹਰ ਖੜਾ ਹੁੰਦਾ ਸੀ ਤੜਕੇ ਅਖਬਾਰ ਲੈ ਕੇ, ਅਤੇ ਅਖਬਾਰਾਂ 'ਚ ਮੈਂ ਦੱਸਣਾ ਨਹੀਂ ਚਾਹੁੰਦਾ, ਉਹ ਬਸ ਖਬਰਾਂ ਤਾਂ ਪੜ੍ਹਦੇ ਨਹੀਂ ਸੀ। ਹਿੰਦੂ ਸਭ ਤੋਂ ਪਹਿਲਾਂ, ਫਿਰ ਹਿੰਦੁਸਤਾਨ ਟਾਈਮਸ, 2 ਅਖਬਾਰ, ਅਤੇ ਬਾਕੀ ਜ਼ਰੂਰੀ ਗੱਲਾਂ ਅਤੇ ਆਰਟੀਕਲ ਸਾਰਿਆਂ ਦੇ आर्टिकल पढ़ते होते थे। एक दिन थोड़ा आपका वो सेशन था हैदराबाद में, तो झगड़ा हो गया थे, वो ऐसे लेटे हुए थे, तो मैं पढ़ रहा था कि सोनिया गांधी जो बीजेपी ये कर रही है, बीजेपी तरक्की करेगी या बढ़ जाएगी, तो लेटे लेटे बोले अच्छा, फिर हैदराबाद में बेशक सोनिया की मदद बाहर से करनी पड़े, इनको नहीं आने देंगे। साथ ही मेरे कहते कोई गहाँ गल ना करती, मैं कही जे वड्या जावा हम तो मैं चले गए, हम की अज मैं नहीं की इन्ने साल। मेरा मतलब है मैं उन्होंने बहुत नेड़े देखे, मैं लीडर मिलते देखे, आ कांग्रेस तो छोटे नाल दा कोई है ही नहीं। बाई गॉड सोनिया गांधी मिलन आई, मैं बहुत सिद्धांत से बोल सकता है, मैं लिख के ले आया इन्होंने सेखों साहब के लेख विचों भी, जैचुरी साहब आपका लेख भी इसमें है, पढ़ के मैं ये लेख, लेकिन एक गल मैं कहनी, सोनिया गांधी जब मिलन आती सी तो मैनू बुलाते थे, शुड आई स्पीक इन हिंदी फॉर यू, जैचुरी जी आई एम स्पीकिंग और फर्स्ट समटाइम हिंदी। जब सोनिया जी आते थे तो मुझे बुला लेते थे सुरजीत जी भी प्रबंध देखना। एक दफ़ा सोनिया जी आई पहली दफ़ा तो गर्मी थी, मैंने वो अंदर से निकाल कर जो एयर कूलर होता है वो इतना बड़ा मैं लगा ली, वो खड़का करता, वो खड़कता था, तो मैंने कपड़ा बन के ठीक करता, जिथे सोनिया ने बहना सी वहाँ मैंने कर देता। सोनिया बैठी रही, कोई एसी नहीं, जान लगी गेट पे खड़ गई। सुरजीत जी तो बाहर जाते नहीं, छड्डना ही कर देंगे थे। चलो वो बैठ गई तो मैंने बैठने तो पहले कहती रंग वाली है जी ये एसी नहीं है घर में, मैं कह नहीं। तो माता जी अंदर बैठे हैं, मैं कह जो कूलर था वो बाहर आ गया, माता जी गर्मी में ही बैठे हैं। माता प्रीतम को कि वो ऐसा है,
मैं कहा हाँ वो गर्मी में है। यही था, ये ज़रा शोर करता था तो मैंने ज़रा ठीक कर दिया। बोले कैसे लोग हैं ये, ऐसा कैसे है भाई? गौड़ सुन हो रात अगले दिन फ्रांस के सिखा ने मिलना सी सोनिया नूं, कहती मैं नहीं मिलूंगी। तो मैं फ्रांस के सिखा ने कहा मैं मिला दूंगा सोनिया गांधी। तो कहने लगी मैं नहीं मिलूंगी। नो 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 नो, ये तो पगड़ी का झगड़ा। मैं कह जी आप एक बात करो, तरीके सानू आते हैं। मैं क्या वो मिलने आएंगे, 3 मिनट में फ़ोटो उतरा कर कह देना कि जो सुरजीत साहब से बात की हुई है वो मुझे मंजूर है। कहती हाँ ठीक है। मैं तो फोटो ही लानी सी ਉਹਦੇ ਨਾਲ। ਜਦੋਂ ਆਏ ਉਹ ਸਿੰਘਾਂ ਦੇ ਕਿਰਪਾਨਾਂ ਪਾਈਆਂ, ਦੂਰੋਂ ਹੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ। कहती जी तो वही बात, मैं फिक्र ना कर, कुछ नहीं कहते। वो सोनिया पलट के आप की जिंदगी सुनाउण लग गई भी मैं इटली की किवें मिली सिखा नूं, वो होया आ होया। तो जान लगे वो शिफ्ट कर गए बाहर, कहते हमारी बात सुनी है। मेरा मतलब मैं सुरजीत जी के एटीट्यूड विच सादगी और हकीकतां नूं मनना ते हकीकतां दी कुड़तण चों बाहर निकलना मैं किसी लीडर की नहीं देखी। सो मैं महसूस करना इन्होंने अज मेरे नाल जनकराज कलवाणू जी भी आए हैं पटियाले तो, रमेश नहीं आना सी, रमेश का नहीं आया अज। तो असीं बड़ियां गल्लां करदे उन्हां दीयां। मैं 2 गल्लां कह के, एक तो आर्थिक ते सियासी खुदगर्जी नूं कोई दुनिया का डॉक्टर नहीं जिन्ना वो समझते थे। जो मोदी ने एक बारी मैं पता गर्बाचौथ के सामने गर्बाचौथ को कहता सी ऐ तुहाडी नीति गलत है सुरजीत जी ने। और मैं फिर देखिए उन्होंने एक नतीजा सी कामरेड साहबान, वो कहते सी कारपोरेट सैक्टर ते दूजे पूंजीपति इन्होंने पूरा गठबंधन बना लिया। इन्होंने मुल्क हिलण नहीं देना, लाल झंडे वालों को बहुत संघर्ष करना। मतलब आम गल है तो मेरे लिए नहीं, जो गल करते थे मैं नोट कर लेता सी। हुण मैं बेनती करदा कि जो भाजपा गौरमेंट आ गई 13 दिन चलन दी, भाजपा गौरमेंट 13 दिन चलन दी तो फिर साडे वाली गौरमेंट ले आंदी, कमाना नहीं सी। सो मैं महसूस करदा 1-2 गल्लां तुहानूं कहणियां हत्थ बन के, गुस्सा ना करियो। तुसी बहुत लड़े सरकारी कर्मचारियों की, मेरे कोले सुरजीत जी नहीं एक CPM का बंदा पंजाब का कहता कर्मचारी जो इन्हों का काम बन गया सानू छड्ड जाणगे। गुस्सा ना करो, अज कर्मचारी उन्ने अपने नाल नहीं, तनख्वाह तनख्वाह के मसले हल हो गए, बेरोजगार है। दूजी गल वो मैनू कहते सी कि किसानों के मुद्दे लड़ांगे, लड़े। हुण मैं तुहानूं 2 गल्लां कहणियां, जे 2 गल्लां के साथ दे लवो। एक तो जिहड़ा टोल टैक्स है, मैं मत देण नहीं आया, बुरा ना मनाई, अब झोली अड्डी है, बेनती कर रहे हैं। जिहड़ा टोल टैक्स है वो 440 किलोमीटर है अमृतसर तो दिल्ली, इस सड़क पर लाया सी। ट्रक नूं 200-300 थोनू उन्होंने पूछो पतंदरो 17वां साल हो गया, 440 किलोमीटर सड़क के पैसे आए नहीं टोल टैक्स चों, हटाउंदे ही नहीं। 11 सही लगते हैं, जे टोल टैक्स बंद करा दो, संघर्ष कर लो, अब मैं भी नाल लगू, पार्टी मेरे को भी हैगी है, तो फिर टैक्सी कैंटर टैंपू तो ट्रक ये 4 बंदे लाल झंडे दियां फोटो ला लेंगे भी जित्तिए ना जित्तिए साडे लिए लड़ते तो है। हुण मेरे मैं बेनती करदा ऐ मेरे फोन च एक फोटो है, और गल सुनो, मैं परसों चौथे प्रेस कॉन्फ्रेंस करनी है, मैं भी सुरजीत की उंगली फड़ के रखी इन्ने बारे, हुण थोड़ी फड़ी हुई है, मैं थोड़ी उंगल फड़ी हुई है, हाले भी थोड़ी उंगली थोड़ी है, मैं तो ऐ फड़ी है। मैं की है लाल झंडे वाले अज जिन्ना कुड़ियों
ਦੀਆਂ ਮੁਟਿਆਰਾਂ ਕੁੜੀਆਂ ਵਿਆਹੀਆਂ, ਮੁੰਡੇ 5 ਲੱਖ ਏਕੜ ਜ਼ਮੀਨ, ਬੰਤ ਬਰਾੜ ਜੀ 5 ਲੱਖ ਏਕੜ ਜ਼ਮੀਨ ਦੇ ਜਿੰਨੇ ਪੈਸੇ ਬਣਦੇ ਆ ਇੰਨੇ ਪੈਸੇ ਟਰੈਵਲ ਏਜੰਟ ਖਾ ਚੁੱਕੇ ਆ ਤੁਹਾਡੇ ਭੋਲੇ ਭਾਲੇ ਲੋਕਾਂ ਦੇ ਟਰੈਵਲ ਏਜੰਟ। ਅੱਗੇ ਮੈਂ ਦੱਸਦਾ, ਮੇਰਾ ਸੈਕਟਰੀ ਪਤਾ ਨਹੀਂ ਚਲਿਆ ਗਿਆ, ਅਗਲੀ ਮੈਂ ਗੱਲ ਦੱਸਦਾ, ਮੈਨੂੰ ਲੱਭਣਾ ਮੁਸ਼ਕਿਲ ਹੈ। ਮੈਂ ਅਗਲੀ ਗੱਲ ਦੱਸਦਾ, 5 ਲੱਖ ਏਕੜ ਦੇ ਮੁਕਾਬਲੇ। ਤੇ ਦੂਜੀ ਗੱਲ ਕੀ ਕਹਿੰਦਾ, ਖਤਮ ਕਰਤਾ ਧੀਓ ਮੈਂ 2 ਕੁੜੀਆਂ ਦਾ ਪਿਓ ਹੈ, 2 ਧੀਆਂ ਦਾ ਪਿਓ ਹੈ, 2 ਧੀਆਂ ਦਾ ਪਿਓ ਦਾ ਨਾਨਾ ਹੈ। ਪਰ ਮੈਂ ਤੁਹਾਨੂੰ ਬੇਨਤੀ ਕਰਦਾ, 18, 21, 23, 24 ਸਾਲ ਦੀਆਂ ਕੁੜੀਆਂ ਦੀ ਇੱਜ਼ਤ, ਪੈਸੇ ਵੀ ਲੈ ਲੈ 20-20 ਲੱਖ ਰੁਪਈਆ ਔਰ ਲਿਜਾ ਕੇ ਦੂਜੇ ਸ਼ਹਿਰਾਂ 'ਚ ਜਿਵੇਂ ਕੁੱਤਾ ਹੱਡੀ ਚੂੰਡਦਾ ਐ ਸੈਂਕੜੇ ਟਰੈਵਲ ਏਜੰਟਾਂ ਨੇ ਕੁੜੀਆਂ ਦਾ ਕੁਆਰਾਪਣ ਚੂੰਡਿਆ। ਕਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਸਿੱਖ ਸ਼ਾਸਤਰ ਚੱਕਣ ਤੇ ਤੂੰ ਇਕੱਲਾ ਹੀ ਜਾ ਕੇ ਟਰੈਵਲ ਏਜੰਟ ਘੇਰ ਕੇ ਦਿਖਾ ਦੇ। ਕਹਿਣ ਨੂੰ ਨਾ ਮੈਂ ਬੇਨਤੀ ਕਰਦਾ, ਇਹਦੇ ਵਿੱਚ ਇੱਕ ਟਰੈਵਲ ਏਜੰਟ ਹੈ। ਮੈਂ ਅੱਜ ਵਾਰਨਿੰਗ ਦੇਣਾ, ਬਸ ਮੈਨੂੰ ਭਾਸ਼ਣ ਲੰਮਾ ਨਹੀਂ ਕਰਨਾ। ਇੱਕ ਬੰਦੇ 4 ਬੰਦੇ ਆ, ਉਹਦਾ ਨਾਂ ਭੋਲਾ, ਕਲਕੱਤੇ ਦੇ ਅੰਮ੍ਰਿਤਧਾਰੀ। ਉਹ 4 ਮਹੀਨੇ ਤੱਕ ਖੁਦਕੁਸ਼ੀ ਕਰਨਗੇ, ਸਾਰਾ ਟੱਬਰ। ਟਰੈਵਲ ਏਜੰਟ ਪੈਸੇ ਨਹੀਂ ਦਿੰਦਾ, ਲੈ ਗਿਆ। ਮੈਂ ਜਾ ਕੇ ਜੁੱਤੀਆਂ ਮਾਰੀਆਂ, 2.5 ਲੱਖ ਮੜਵਾਤਾ, 10.5 ਲੱਖ ਰਹਿੰਦਾ। ਮੇਰਾ ਮਤਲਬ ਹੈ ਕਿ ਤੁਸੀਂ ਕਹਿੰਦੇ ਨਾ ਭੋਲੇ ਭਾਲੇ ਦੀ ਬੰਦੇ ਹੱਥੋਂ ਬੰਦੇ ਦੀ ਲੁੱਟ। ਮੇਰਾ ਪਿਓ ਕਮਿਊਨਿਸਟ ਸੀ, ਉਹ ਮੈਨੂੰ ਸਿਖਾਉਂਦਾ ਸੀ ਕਿ ਮਾਰਕਸ, ਲੈਨਿਨ, ਐਂਗਲਸ, ਇਹ ਜਿੰਨੇ ਆ ਚੀਕ ਵੇਰਾ ਤੇ ਜਿੰਨੇ ਇਹ ਸਾਰੇ ਜਣੇ ਫਿਡਲ ਕਾਸਟਰੋ, ਇਹ ਸਾਰੇ ਕਹਿੰਦੇ ਬੰਦੇ ਹੱਥੋਂ ਬੰਦੇ ਦੀ ਲੁੱਟ ਨਾ ਹੋਵੇ। ਆ ਕਿੰਨੀ ਹੋ ਰਹੀ ਹੈ, ਹੋਰ ਕੁਛ ਨਹੀਂ। ਇੱਕ ਦਿਨ ਜਲੰਧਰ ਧਰਨਾ ਦਿੰਦੇ ਆ, ਤੁਸੀਂ ਲਾਲ ਝੰਡੇ ਲਿਆਇਓ, ਮੈਂ ਲੋਕ ਭਲਾਈ ਦਾ ਲਾ ਕੇ ਬਹਿ ਜਾ, ਕਿਉਂਕਿ ਨਾਲ ਲੱਗੇ ਨਾ ਲੱਗੇ ਆਪਾਂ ਤਾਂ ਛੱਡੀਏ ਜਕਾਰਾ ਵੀ ਲੋਕਾਂ ਦੀ ਲੁੱਟ ਬੰਦ ਕਰੋ। ਮੇਰਾ ਮਤਲਬ ਲੋਕਾਂ 'ਚ ਜਾਣ ਦੇ ਨਵੇਂ ਰਾਹ ਹੈ। ਖੇਤ ਮਜ਼ਦੂਰ ਬਹੁਤ ਵਧੀਆ ਹੈ, ਭੱਠਾ ਮਜ਼ਦੂਰ ਬਹੁਤ ਵਧੀਆ ਹੈ, ਅਤੇ ਆਹ ਜਿਹੜੀ ਨਵੀਂ ਐਕਸਪਲੋਇਟੇਸ਼ਨ ਹੈ ਇਹਦੇ ਉੱਤੇ ਵਕਤ ਦੇਣਾ ਚਾਹੁੰਦਾ। ਮੈਂ ਬੇਨਤੀ ਕਰਾਂ, ਕੋਈ ਵੋਟਾਂ ਤੋਂ ਨਾ ਡਰੋ। ਮੈਂ ਇਕੱਲਾ ਲੜਿਆ ਸੀ ਲੁਧਿਆਣੇ MP ਦੀ ਚੋਣ, ਪਤਾ ਮੈਨੂੰ ਇਕੱਲਾ ਲੜਿਆ, ਮੈਨੂੰ 1,99,000 ਵੋਟ ਪਈ, 1,99,000 ਲੁਧਿਆਣੇ। ਅਤੇ ਜੋ ਸੰਗਰੂਰ ਲੜਿਆ 1,68,000। ਅਤੇ ਕੋਈ ਕਰ ਲਈਏ ਠੁੱਤਾ, ਬਾਦਲਾਂ ਦੀ ਜ਼ਮਾਨਤ ਜ਼ਬਤ ਹੋਈ ਹੈ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ ਸੰਗਰੂਰੋਂ, ਪਤੰਦਰੋਂ ਮਾੜਾ ਮੋਟਾ ਹੀ ਲਈਏ। ਤਾਂ ਮੈਂ ਬੇਨਤੀ ਕਰਦਾ, ਬਸ ਮੈਂ ਬਹੁਤਾ ਟਾਈਮ ਨਹੀਂ ਲਾਉਣਾ। ਮੈਂ ਫੇਰ ਕਹਿਣਾ ਕਿ ਖਾਸ ਤੌਰ 'ਤੇ ਮੈਂ ਕਾਂਵੜ ਸੁਰਜੀਤ ਨੂੰ ਬੇਨਤੀ ਮੱਥਾ ਟੇਕਦਾ, ਅਤੇ ਜੇ ਤੁਸੀਂ ਕਿਤੇ ਟਰੈਵਲ ਏਜੰਟਾਂ ਦੇ ਹੱਕ 'ਚ ਕੋਈ ਇੱਕ ਮਤਾ ਪਾਤਾ ਨਾ, ਵੀ ਪਤਾ ਤਾਂ ਕਰੋ ਕਿੰਨੀ ਲੁੱਟ ਹੋਊਗੀ। ਤੁਹਾਡੇ ਕੋਲ ਬਥੇਰੇ ਸ਼ਬਦ ਹੈ, ਤੁਸੀਂ ਤਾਂ ਮਾੜਾ ਜਿਹਾ ਹੱਥ ਹੀ ਲਾਉਣਾ। ਜਿਨ੍ਹਾਂ ਦੀ ਆਹ ਫੋਟੋ ਹੈ ਦੇਸ਼ ਸੇਵਕ, ਤੇ ਇਹਨਾਂ 'ਚੋਂ ਇੱਕ ਨਹੀਂ ਤੁਹਾਨੂੰ ਨਿੰਦਦਾ, ਸਾਰੇ ਕਹਿਣਗੇ ਬਹੁਤ ਚੰਗਾ, ਸ਼ਾਬਾਸ਼। ਅਤੇ ਜਿਹੜੇ ਲੁੱਟੇ ਹੈ ਉਹ ਘਰਾਂ 'ਚ ਗੱਲਾਂ ਕਰਨਗੇ, ਉਹ ਲਾਲ ਝੰਡੇ ਵਾਲੇ ਵੀ ਆਪਣੀ ਮਦਦ ਕਰਨਗੇ। ਅਤੇ ਤੁਸੀਂ ਕਿਹੜਾ ਮਾੜਾ ਕੰਮ ਕਰਦੇ ਆ, ਬੰਦੇ ਇੱਥੋਂ ਬੰਦੇ ਦੀ ਰੋਟੀ ਰੋਕਦੇ ਆ। ਸੋ ਮੈਂ ਕੁਛ ਗੱਲਾਂ ਇਹੋ ਜਿਹੀਆਂ ਕੀਤੀਆਂ। ਮੈਂ ਇੱਕ ਗੱਲ ਸਰਜੀਤ ਸਾਹਿਬ ਨੂੰ ਕਹਿਣਾ, ਬੜੇ ਸੂਰਮੇ ਸੀ, ਮਰਦ ਸੀ, ਸਭ ਨੂੰ ਡਰਾਉਂਦੇ ਸੀ, ਆਪ ਡਰਦੇ ਨਹੀਂ ਸੀ। ਇੱਕ ਜੋਤੀ ਬਸੂ ਤੇ ਉਹ ਜੋਤੀ ਬਾਸੂ ਤੇ ਗਾ ਆ ਜਿਹੜੇ ਬੈਠੇ ਯੈਚਰੀ ਜੀ ਪਏ ਹੁੰਦੇ ਸੀ ਅੱਖ ਵਿੱਚ ਹੀ, ਬਲਵੰਤ ਮੈਂ ਕਿਹਾ ਤੂੰ ਸੀਤਾਰਾਮ ਨੂੰ ਮਿਲਣਾ, ਨਹੀਂ ਇਹਨਾਂ ਨਹੀਂ ਕਹਿੰਦੇ, ਜਦੋਂ ਕਹਿਣਾ सीताराम ने मिलना। मैंने खुशी है यात्री जी कि आपका दर्जा आज भी हमारे दिलों में है और रहेगा। इन्होंने शब्दों नाल मेरिया निक्कियां निक्कियां गल्लां जे किते टोल टैक्स घेर लेना दे नाल लग गए, होर कुछ नहीं। जो गड्डी स्टार्ट करूँगा टैक्सी वाला हो जा कंजर दी स्टार्ट होने तो लाल झंडे वाले टोल टैक्स के हटाने के लागे ऐ बोलिया कर। इन्हों के पुत लगते दूजे करता ही कोई नहीं। अजरे कहते सिक्खी सिक्खी सिक्खी, मेरे ख्याल सिक्खी बेहियां रोटियां तो माड़ी की पई, सब दुनिया को पता है।
ਅੱਜ ਸਾਰੀ ਦੁਨੀਆ 'ਚ ਛੁੱਟੀਆਂ ਪੈ ਰਹੀਆਂ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਲੱਗੇ ਰਹੋ। ਰਾਮੂ ਵਾਲੀਆ ਤੁਹਾਡੇ ਨਾਲ ਹੈ ਜਿੰਨੇ ਜੋਗ ਹੈ। ਅੱਧੀ ਰਾਤ ਆ ਜਾਓ, ਸਵੇਰੇ ਆ ਜਾਓ, ਕਰਕੇ ਆ ਜਾਓ। ਤੇ ਨਾਲੇ ਮੈਨੂੰ ਕਹਿੰਦਾ ਬੀਜੇਪੀ ਮਾਂ ਤੂੰ ਡੰਡੀ ਪੈ ਗੱਲਾਂ ਮਾਰਦਾ ਸੀ, ਸਰਜੀਤ ਦਾ ਨਾਂ ਖਰਾਬ ਕਰਨਾ। ਅਸੀਂ ਪੱਕੇ ਤੌਰ 'ਤੇ ਤੁਹਾਡੇ ਨਾਲ ਤੇ ਕੰਮ ਬਥੇਰੇ ਕੀਤੇ ਆ। ਉੱਥੇ ਪੰਜਾਬੀ ਲਾਗੂ ਮੈਂ ਕੀਤੀ ਯੂਪੀ 'ਚ, ਸਿੱਖਾਂ ਦੀ ਭਰਤੀ ਕਰਾਈ ਪੁਲਿਸ 'ਚ ਮੈਂ ਕਰਾਈ, ਔਰ ਯੂਪੀ ਵਿੱਚ ਮੈਂ ਵਰਿਆਮ ਸਿੰਘ ਨੂੰ ਛੱਡਿਆ। ਬਸ ਆਖਰੀ ਗੱਲ ਕਹਿਣਾ, ਆਖਰੀ ਮੈਂ ਵਰਿਆਮ ਸਿੰਘ ਨੂੰ ਛੱਡਤਾ, ਵਰਿਆਮ ਸਿੰਘ ਨੂੰ ਮੈਂ ਛੱਡਤਾ। ਹੁਣ ਮੈਨੂੰ ਦੱਸ ਦਿਓ, ਬਾਦਲ ਕੇ ਚੀਕਾਂ ਮਾਰਦੇ ਆ ਬੰਦੀ ਛੱਡੋ, ਬੰਦੀ ਛੱਡੋ। ਤੇ ਮੈਂ ਕਿਹਾ ਭੜੂਓ, ਜਿਹੜੀ ਫਾਈਲ ਤੇ ਮੈਂ ਦਸਤਖਤ ਕੀਤੇ ਹੈ ਕਿ ਮੈਂ ਵਰਿਆਮ ਸਿੰਘ ਨੂੰ ਛੱਡਦਾ, ਉਹ ਫਾਈਲ ਲੈ ਆਓ, ਫਾਈਲ ਲੈ ਆਓ। ਉਹ ਫਾਈਲ ਲਿਆ ਕੇ ਤੇ ਤੁਸੀਂ ਆਪਦੇ ਰਾਜ 'ਚ ਛੱਡ ਦਿੰਦੇ। ਮੈਂ ਕਿਸੇ ਵੇਲੇ ਨਾਂ ਦੱਸੂਗਾ। ਮੈਨੂੰ ਕਿਹਾ ਸੀ ਬਾਦਲਾਂ ਨੇ ਹਲੇ 4 ਮਹੀਨੇ ਵਰਿਆਮ ਸਿੰਘ ਨੂੰ ਨਾ ਛੱਡ, ਅਸੀਂ ਫਸ ਜਾਂਦੇ। ਕਿਉਂ ਦਿਸ ਪਿਆ ਕੰਮ? ਮੈਂ ਕਿਹਾ ਜਿਹੜਾ ਤੈਨੂੰ ਛੱਡਣਾ ਨਹੀਂ ਕਿਸੇ ਨੇ। राजनाथ सिंह गृह मंत्री थे, जाचरी जी, राजनाथ सिंह गृह मंत्री थे। वो टाडा बंदी को छोड़ते नहीं थे, जिसको मैंने छोड़ना था, जो सारे पंजाब में तूफान मचा हुआ आजकल, छोड़ो छोड़ो छोड़ो, मैं ही अकेला छोड़ गया। टाडा भी राजनाथ कहना मैं नहीं सपोर्ट करनी, मैं नहीं छड्डना। मैं KTS तुलसी वकील है कि KTS तुलसी, मैं ਉਹਦੇ ਕੋਲ ਗਿਆ। ਮੈਂ ਕਿਹਾ ਤੁਲਸੀ ਸਾਹਿਬ ਰਾਜ ਦੀ ਮਿਹਨਤ ਮੈਂ ਕਰਨੀ ਨਹੀਂ, ਮੈਂ ਯੂਪੀ ਦਾ ਵਜ਼ੀਰ ਹਾਂ, ਵਰਿਆਮ ਸਿੰਘ ਛੱਡਣਾ। ਉਹ ਕਹਿੰਦਾ ਮੈਨੂੰ 2 ਘੰਟੇ ਦੇ ਦੇ। ਉਹਨੇ ਪੂਰੀ ਪੜਤਾਲ ਕੀਤੀ। ਆਪਾਂ ਦਾ ਜਿੰਨੇ ਜੱਟ ਹੈ ਨਾ, ਥੋੜ੍ਹੀਆਂ ਜਿਹਾ ਕਦੇ ਕਦੇ ਆਪਾਂ ਨੂੰ ਮੁੱਕੀ ਵੱਜਣੀ ਚਾਹੀਦੀ ਮੌਰਾਂ 'ਤੇ ਜੱਟਾਂ ਦੀ। ਆ ਮੈਂ ਵੀ ਤੁਹਾਡੇ ਤੋਂ ਇਹ ਗੱਲ ਉਹ ਭਾਪੇ ਭਾਪੇ ਭਾਪੇ। ਉਹ ਮਾਂ ਦੇ ਪੁੱਤੋ, ਤੁਲਸੀ ਨੇ ਇੱਕ ਰਿਪੋਰਟ ਲਿਆਂਦੀ, ਮੈਨੂੰ ਕਹਿੰਦਾ ਜਾ ਕਿਸੇ ਗ੍ਰਹਿ ਮੰਤਰੀ ਨੂੰ ਪੁੱਛਣਾ ਛੱਡ ਦੇ। ਮੈਂ ਕਿਹਾ ਤਕੜਾ। ਫੀਸ ਪੁੱਛੀ, ਸੈਕਟਰੀ ਕਹਿੰਦਾ 2.5 ਲੱਖ। ਐਵੇਂ ਨਾ ਭਾਪੇ ਭਾਪੇ ਦੀ ਜਾ ਕਰਨ ਆਪਣੇ ਬੰਦੇ। ਮੈਂ ਅੰਦਰ ਗਿਆ, ਮੈਂ ਕਿਹਾ ਜੀ ਪੈਸੇ ਤਾਂ ਹੈ ਨਹੀਂ, ਮੈਂ ਵਜ਼ੀਰ ਹੈ, ਮੰਤਰੀ ਹਾਂ, ਮੈਂ ਦੇ ਨਹੀਂ ਸਕਦਾ। ਕਹਿੰਦਾ ਇਹ ਕੌਣ ਹੈ? ਮੈਂ ਕਿਹਾ ਵਰਿਆਮ ਸਿੰਘ। ਉਹ ਹੈ, ਉਹ ਤਾਂ ਲਿਖੇ ਸੀ ਨਾ ਵੀ ਏ ਡੈਟੀ ਨੂੰ, ਉਹਦਾ ਨਾਂ ਨਹੀਂ ਸੀ ਲਿਖਿਆ, ਏ ਡੈਟੀ ਨੂੰ ਅੰਡਰ ਗੋਇੰਗ ਜੇਲ੍ਹ ਟਰਮ ਫਾਰ 27 ਈਅਰ। ਉਹਨੇ ਤਾਂ ਇਹ ਲਿਖ ਕੇ ਪਾਸ ਕਰਤੀ। ਜਦੋਂ ਮੈਨੂੰ ਤੁਰਨ ਕੇ ਕਹਿੰਦਾ 2.5 ਲੱਖ ਛੱਡਿਆ, ਆਹ ਲਿਫਾਫਾ ਲੈ ਗਿਆ, ਚਿੱਟਾ ਲਿਫਾਫਾ ਦੇਤਾ। ਮੈਂ ਬਾਹਰ ਆ ਕੇ ਉਹਦੇ ਮੁੰਡੇ ਨੂੰ ਫੜਾਤਾ। ਮੈਂ ਕਿਹਾ ਕਿੰਨੇ ਪੈਸੇ ਹੈ? ਕਹਿੰਦਾ 25,000 ਕੋਲੋਂ ਦੇਤਾ। ਬੜੀ ਦੁਨੀਆ ਚੰਗੀ ਹੈ। ਮੈਂ ਇੱਕ ਵਾਰੀ ਨੰਗੇ ਪੈਰੀ ਸਿਰ ਝੁਕਾ ਕੇ ਜ਼ਿੰਦਗੀ ਦੇ ਖੂਨ ਦੇ ਆਖਰੀ ਕਤਰੇ ਕਤਰੇ 'ਚੋਂ ਲਾਲ ਝੰਡੇ ਵਾਲੇ ਤੁਹਾਨੂੰ ਦੋਨਾਂ ਨੂੰ, CPI CPM ਦੇ ਨਾਲ ਸਰਜੀਤ ਸਾਹਿਬ, ਹਿਮਾਲਾ ਪਰਬਤ ਤੋਂ ਤੁਹਾਡੀ ਸ਼ਖਸੀਅਤ ਤੁਹਾਨੂੰ ਪ੍ਰਣਾਮ ਕਰਦਾ ਹੈ, ਸਲਾਮ ਕਰਦਾ ਹੈ ਤੇ ਵਾਅਦਾ ਕਰਦਾ ਹੈ ਜਿੰਨਾ ਚਿਰ ਸਾਹ ਵਗਦੇ ਹੈ ਮੈਂ ਜਿਹੜੇ ਮਜ਼ਦੂਰ, ਕਿਸਾਨ, ਕਿਰਤੀ, ਇਹ ਵਰਗ ਜਿਹੜਾ ਤੁਹਾਡਾ ਹੈ, ਇਹਨਾਂ ਦੀ ਮਦਦ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਰਾਮੂ ਵਾਲੀਆ ਜੀ। ਹੁਣ ਮੈਂ ਬੇਨਤੀ ਕਰਦਾ ਪੰਜਾਬ ਦੀ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾਈ ਸਕੱਤਰ ਕਾਂਵੜ ਸੁਖਵਿੰਦਰ ਸਿੰਘ ਸੇਖੋਂ ਜੀ ਕਿ ਉਹ ਆ ਕੇ ਕਾਂਵੜ ਸੁਰਜੀਤ ਹੋਰਾਂ ਨੂੰ ਸ਼ਬਦ ਦੇ ਤੌਰ ਤੇ ਕਾਂਵੜ ਸੁਖਵਿੰਦਰ ਸਿੰਘ। ਪ੍ਰਧਾਨ ਜੀ, ਕਾਂਵੜ ਜੈਚਰੀ ਜੀ, ਰਾਮੂ ਵਾਲੀਆ ਜੀ, ਬਰਾੜ ਜੀ, ਸਟੇਜ 'ਤੇ ਬੈਠੇ ਸਮੂਹ ਮੈਂਬਰਾਂ, ਸੂਬਾ ਸਕੱਤਰੇਤ CPIM ਤੇ ਭਗਨਾ ਟਰੱਸਟ ਦੇ ਟਰੱਸਟੀ ਸਾਹਿਬਾਨ, ਅੱਜ ਆਪਾਂ ਕਾਂਵੜ ਹਰਕਿਸ਼ਨ ਸਿੰਘ ਸੁਰਜੀਤ ਹੋਣਾ ਦੀ 14ਵੀਂ ਬਰਸੀ ਮਨਾ ਰਹੇ ਹਾਂ। ਵੈਸੇ ਅਸੀਂ 1 ਅਗਸਤ ਨੂੰ ਦਿਨ ਮਨਾਉਂਦੇ ਹਾਂ, ਹਰ ਸਾਲ ਹੀ 1 ਅਗਸਤ ਹੀ ਹੁੰਦਾ ਬਰਸੀ ਦਾ, ਤੇ ਪਿੰਡ ਵਾਲਾ ਥੋੜ੍ਹਾ ਲੇਟ ਕਰਦੇ ਹਾਂ। ਇਸ ਵਾਰੀ ਕਿਉਂਕਿ ਕਾਂਵੜ ਜੈਚਰੀ ਹੋਣਾ ਤੋਂ
ਟਾਈਮ ਐਡਜਸਟਮੈਂਟ ਦਾ ਸਵਾਲ ਸੀ ਕਾਂਵੜ ਜੀ ਦਾ। 30-31 ਦੀ ਸਾਡੀ ਕੇਂਦਰੀ ਕਮੇਟੀ ਮੀਟਿੰਗ ਸੀ। ਅਗਲੇ ਦਿਨ ਫਿਰ ਪ੍ਰੈਸ ਨੂੰ ਸੰਬੋਧਨ ਕਰਨਾ ਹੁੰਦਾ ਹੈ, ਤਾਂ ਉਸ ਵਾਸਤੇ ਅਸੀਂ 3 ਤਰੀਕ ਨੂੰ ਫੰਕਸ਼ਨ ਜਿਹੜਾ ਕਰ ਰਹੇ ਹਾਂ। ਅੱਜ ਜਿਸ ਸਮੇਂ ਅਸੀਂ ਕਾਂਵੜ ਸੁਰਜੀਤ ਉਹਨਾਂ ਦਾ 14ਵੀਂ ਬਰਸੀ ਮਨਾ ਰਹੇ ਹਾਂ, ਉਸ ਸਮੇਂ ਦੇਸ਼ ਦੇ ਅੰਦਰ, ਪੰਜਾਬ ਦੇ ਅੰਦਰ, ਦੁਨੀਆ ਦੇ ਅੰਦਰ ਜਿਹੜੇ ਹਾਲਾਤ ਨੇ, ਦੇਸ਼ ਔਰ ਦੁਨੀਆ ਦੇ ਸੰਬੰਧ 'ਚ ਤਾਂ ਕਾਂਵੜ ਜੈਚਰੀ ਹੋਣੀ ਗੱਲ ਕਰਨਗੇ ਤੁਹਾਡੇ ਨਾਲ। ਮੈਂ ਉਹਦੇ 'ਤੇ ਨਹੀਂ ਸਮਾਂ ਜਾਇਆ ਕਰਾਂਗਾ, ਥੋੜ੍ਹੇ ਸਮੇਂ ਵਾਸਤੇ ਮੈਂ ਆਪਣੀ ਗੱਲ ਕਰਾਂਗਾ। ਔਰ ਪੰਜਾਬ ਦੇ ਅੰਦਰ ਜੋ ਪਿਛਲੇ ਸਮੇਂ ਦੀ ਰਾਜਨੀਤਿਕ ਘਟਨਾਵਾਂ ਨੇ, ਉਹਦੇ ਸੰਦਰਭ 'ਚ ਗੱਲ ਕਰਾਂਗਾ। ਅਤੇ ਆਉਣ ਵਾਲੇ ਸਮੇਂ 'ਚ ਜੋ CPIM ਨੇ ਦੇਸ਼ ਪੱਧਰ 'ਤੇ, ਪੰਜਾਬ ਪੱਧਰ 'ਤੇ ਜੋ ਆਪਣੇ ਪ੍ਰੋਗਰਾਮ ਲਿਖ ਕੇ ਆ, ਉਹਦੇ 'ਤੇ ਗੱਲ ਕਰਨ ਦਾ ਯਤਨ ਕਰਾਂਗੇ। ਅੱਜ ਦੇਸ਼ ਦੇ ਅੰਦਰ ਜਦੋਂ ਵਾਤਾਵਰਨ ਐਸਾ ਹੈ, ਫਿਰਕੂ ਫਾਸੀਵਾਦੀ ਕਾਰਪੋਰੇਟ ਜਿਹੜਾ ਗੱਠਜੋੜ ਹੈ, ਇਹਦੇ ਖਿਲਾਫ ਕਾਂਵੜ ਹਰਕਿਸ਼ਨ ਸਿੰਘ ਸੁਰਜੀਤ ਉਹਨਾਂ ਨੇ, ਮੇਰਾ ਖਿਆਲ ਹੈ ਵੀ ਕੋਈ ਸਮਾਂ ਐਸਾ ਨਹੀਂ ਹੋਣਾ ਜਦੋਂ ਕਾਂਵੜ ਸੁਰਜੀਤ ਹੋਣੀ ਕਿਤੇ ਉੱਕੇ ਹੋਣ RSS ਫਿਰਕੂ ਫਾਸੀਵਾਦੀ ਸ਼ਕਤੀਆਂ ਨੂੰ ਨਿਖੇੜਨ ਦਾ ਉਹਨਾਂ ਨੇ ਸੁਨੇਹਾ ਨਾ ਦਿੱਤਾ ਹੋਵੇ। ਅਤੇ ਅੱਜ ਜਦੋਂ ਅਸੀਂ 14ਵੀਂ ਬਰਸੀ 'ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਸਾਡੀ ਇੱਕ ਡਿਊਟੀ ਹੈ ਕਿ ਅਸੀਂ ਅੱਜ ਜੋ ਫਿਰਕੂ ਫਾਸੀਵਾਦੀ ਕਾਰਪੋਰੇਟ ਗੱਠਜੋੜ ਅੱਜ ਦੇਸ਼ ਦੇ ਅੰਦਰ ਤਬਾਹੀ ਮਚਾਉਣ ਜਾ ਰਿਹਾ, ਉਸ ਨੂੰ ਰੋਕਣ ਦੇ ਵਾਸਤੇ ਜੋ ਕਾਂਵੜ ਸੁਰਜੀਤ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਮੈਂ ਇਹ ਸਮਝਦਾ ਕਿ ਅਸੀਂ ਉਸ ਫਿਰਕੂ ਫਾਸੀਵਾਦੀ ਕਾਰਪੋਰੇਟ ਗੱਠਜੋੜ ਨੂੰ ਆਪਣੀ ਸ਼ਕਤੀ ਦੇ ਨਾਲ ਹਰਾਉਣ ਵਿੱਚ, ਵਿਚਾਰਧਾਰਕ ਤੌਰ 'ਤੇ ਨਿਖੇੜ ਵਿੱਚ ਜੇ ਸਫਲ ਹੁੰਦੇ ਆ, ਇਹੀ ਕਾਂਵੜ ਹਰਕਿਸ਼ਨ ਸਿੰਘ ਸੁਰਜੀਤ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਕਿਉਂਕਿ ਅੱਜ ਜਿੱਡਾ ਵੱਡਾ ਹਮਲਾ ਇਹਨਾਂ ਸੰਸਥਾਵਾਂ ਵੱਲੋਂ ਹੈ, ਸਰਕਾਰ ਵੱਲੋਂ ਹੈ, ਉਹ ਹਮਲਾ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ। ਪਰ ਇਸੇ ਦੇ ਦਰਮਿਆਨ ਪੰਜਾਬ ਦੇ ਅੰਦਰ ਜੋ ਪਿਛਲੇ ਸਮੇਂ ਤੋਂ ਹਾਲਾਤ ਬਣੇ ਨੇ, ਮੈਂ ਉਹਦੀ ਗੱਲ ਕਰਾਂਗਾ। ਪੰਜਾਬ ਦੀਆਂ ਚੋਣਾਂ ਹੋਈਆਂ ਨੇ ਫਰਵਰੀ ਮਹੀਨੇ 'ਚ, ਵਿਧਾਨ ਸਭਾ ਦੀਆਂ 4 ਸੂਬਿਆਂ ਦੀਆਂ ਹੋਰ ਵੀ ਚੋਣਾਂ ਹੋਈਆਂ ਨੇ। ਬਾਕੀ 4 ਸੂਬਿਆਂ 'ਚ ਭਾਜਪਾ, RSS ਫਿਰਕੂ ਫਾਸੀਵਾਦੀ ਪਿਛਾਖੜੀ ਤਾਕਤਾਂ ਜਿੱਤ ਗਈਆਂ। ਪਰ ਪੰਜਾਬ 'ਚ ਅਕਾਲੀ, ਕਾਂਗਰਸੀ, ਭਾਜਪਾ ਤੋਂ ਲੋਕ ਵੱਧ-ਜਨ ਸਨ, ਪਰੇਸ਼ਾਨ ਸਨ। ਉਹਦੇ ਵਿਰੋਧ ਵਿੱਚ ਲੋਕਾਂ ਨੇ ਕਿਹਾ ਕੋਈ ਤੀਜੀ ਧਿਰ ਚਾਹੀਦੀ ਹੈ। ਤੋਂ ਤੀਜੇ ਬਦਲ ਦੇ ਤੌਰ 'ਤੇ ਉਹਨਾਂ ਨੇ ਝਾੜੂ ਵਾਲਿਆਂ ਨੂੰ ਚੁਣ ਲਿਆ। ਇਹ 'ਚ 92 ਸੀਟਾਂ ਮਿਲੀਆਂ ਉਹਨਾਂ ਨੂੰ। 92 ਸੀਟਾਂ ਮਿਲਣ ਤੋਂ ਬਾਅਦ ਲੋਕਾਂ ਨੂੰ ਜੇ ਆਸਾਂ ਅਮੰਗਾਂ ਸਨ, ਲੋਕਾਂ ਦੀਆਂ ਉਮੀਦਾਂ ਸਨ ਵੀ ਇਹ ਸਰਕਾਰ ਕੁਝ ਨਵਾਂ ਕਰੇਗੀ, ਅਤੇ ਅਸੀਂ ਉਸ ਵੇਲੇ ਵੀ ਲੋਕਾਂ ਨੂੰ ਚੌਕਸ ਕੀਤਾ, ਆਪਣੀ ਗੱਲ ਕਹੀ ਵੀ ਇਹਨਾਂ ਤੋਂ ਨਵੇਂ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ, ਕੁਝ ਨਵਾਂ ਕਰਨੀ ਵਿਚਾਰਾਂ ਦਾ ਸਵਾਲ ਹੈ। ਅਤੇ ਜਿਹੜੀ ਪਾਰਟੀ, ਜਿਹੜਾ ਸੰਗਠਨ ਇਹ ਕਹਿੰਦਾ ਵੀ ਮੇਰਾ ਵਿਚਾਰ ਕੋਈ ਨਹੀਂ ਹੈ, ਕੇਜਰੀਵਾਲ ਦਾ ਜ਼ੋਰ ਇਸ ਗੱਲ 'ਤੇ ਮੇਰਾ ਕੋਈ ਵਿਚਾਰ ਨਹੀਂ ਹੈ, ਇਹਦਾ ਮਤਲਬ ਇਸ ਤੋਂ ਵੱਡਾ ਧੋਖੇਬਾਜ਼ ਕੋਈ ਨਹੀਂ ਹੋ ਸਕਦਾ ਜਿਹੜਾ ਕਹਿੰਦਾ ਮੇਰਾ ਵਿਚਾਰ ਕੋਈ ਨਹੀਂ ਹੈ। ਤੋ ਧੋਖੇਬਾਜ਼ੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਜਿਹੜਾ ਕੇਜਰੀਵਾਲ ਦਾ ਝੂਠ ਤੇ ਧੋਖਾ ਸੀ ਉਹਨੂੰ ਖਰੀਦ ਲਿਆ, ਉਹਦੇ ਫਰੇਬ ਨੂੰ ਖਰੀਦ ਲਿਆ, ਤੇ ਹੁਣ ਲੋਕ ਪਛਤਾ ਰਹੇ ਨੇ। 3 ਮਹੀਨਿਆਂ ਬਾਅਦ ਹੀ ਲੋਕਾਂ ਨੇ ਪਛਤਾਉਣਾ ਸ਼ੁਰੂ ਕਰਤਾ। ਜਲਦੀ ਹੀ ਹੋ ਕੀ ਰਿਹਾ ਇਸ ਤੋਂ ਬਾਅਦ, ਕਿਉਂਕਿ ਅਸੀਂ ਜਿਹੜੀ ਆਪਣੀ ਸਮਝਦਾਰੀ ਦਿੱਤੀ CPIM ਦੀ ਪੰਜਾਬ ਰਾਜ ਕਮੇਟੀ ਵੱਲੋਂ ਵੀ, ਜੋ ਸਾਡੀ ਪਾਰਟੀ ਦੇ ਕੇਂਦਰੀ ਕਮੇਟੀ ਦੀ ਸਮਝਦਾਰੀ ਆ, ਉਹ ਅਸੀਂ ਲੋਕਾਂ ਨੂੰ ਦੱਸਿਆ ਵੀ ਜੇ ਨੀਤੀਆਂ ਜਿਹੜੀਆਂ ਨੇ ਅਦਾਰੀਕਰਨ, ਸੰਸਾਰੀਕਰਨ ਦੀਆਂ, ਨਿੱਜੀਕਰਨ ਦੀਆਂ ਨੀਤੀਆਂ ਦੇ ਸਵਾਲ 'ਤੇ ਕੇਜਰੀਵਾਲ ਦਾ ਕੋਈ ਬਦਲਵਾਂ ਪੈਂਤਰਾ ਨਹੀਂ ਹੈ, ਬਦਲਵਾਂ ਪ੍ਰੋਗਰਾਮ ਨਹੀਂ ਹੈ। ਜੇ ਉਹ ਨੀਤੀਆਂ ਦੇ ਸਵਾਲ 'ਤੇ ਕੋਈ ਬਦਲਵੀਂ ਗੱਲ ਨਹੀਂ ਹੈ, ਤੇ ਬਦਲਵਾਂ ਕੰਮ ਮਤਲਬ ਗੱਲ ਕਿੱਥੋਂ ਹੋ ਸਕਦੀ ਆ?
ਇਹ ਬਦਲ ਕਿਵੇਂ ਠੀਕ ਹੋ ਸਕਦਾ। ਤੇ ਜੇ ਬਦਲਵੀਆਂ ਨੀਤੀਆਂ ਦਾ ਜਿਹੜਾ ਪ੍ਰੋਗਰਾਮ ਹੈ ਕਿਸੇ ਕੋਲੇ, ਤਾਂ ਦੇਸ਼ ਵਿੱਚ CPIM ਤੇ ਖੱਬੀਆਂ ਪਾਰਟੀਆਂ ਤੋਂ ਬਗੈਰ ਬਦਲਵਾਂ ਪ੍ਰੋਗਰਾਮ ਦੱਸੋ ਕਿਹਦੇ ਕੋਲੇ ਆ। ਤੇ ਜੇ ਬਦਲਵਾਂ ਪ੍ਰੋਗਰਾਮ ਹੀ ਨਹੀਂ ਕਿਸੇ ਕੋਲੇ ਹੈ, CPIM ਤੇ ਲੈਫਟ ਤੋਂ ਬਿਨਾਂ, ਤਾਂ ਬਦਲਵੀਆਂ ਗੱਲਾਂ ਕਿਵੇਂ ਕਰ ਸਕਦਾ ਤੇ ਉਹਨੂੰ ਅਮਲ 'ਚ ਕਿਵੇਂ ਲਿਆ ਸਕਦਾ, ਇਹਨੂੰ ਸਮਝਣ ਦੀ ਗੱਲ ਹੈ। ਤੇ ਇਹ ਬਹੁਤ ਵੱਡਾ ਸਵਾਲ ਅੱਜ ਸਾਡੇ ਸਾਹਮਣੇ ਆ ਵੀ ਉਹ ਬਦਲਵੇਂ ਜਿਹੜੇ ਬਦਲ ਦੀ ਗੱਲ ਤਾਂ ਕਰਦੇ ਆ, ਪਰ ਹਕੀਕੀ ਰੂਪ ਵਿੱਚ ਉਹ ਬਦਲਵੀਆਂ ਨੀਤੀਆਂ ਨਹੀਂ ਹਨ। ਤੇ ਉਹੀ ਕੋਈ ਅਕਾਲੀਆਂ 'ਚੋਂ ਗਏ ਹੋਏ ਨੇ, ਕੋਈ ਕਾਂਗਰਸੀਆਂ 'ਚੋਂ ਗਏ ਹੋਏ ਨੇ। ਮੈਂ ਤਾਂ ਬੋਲਦਿਆਂ ਮੇਰੀ ਬਹੁਤ ਵਾਰੀ ਕਿਹਾ, ਦੂਸਰੀਆਂ ਪਾਰਟੀਆਂ ਦੇ ਸੱਟਣ ਤੋਂ ਜਿਹੜਾ ਫੋਕਟ ਮਾਲ ਆ ਉਹ ਤੋਂ ਬਹੁਤੀ ਆਸ ਤਵੱਕੋ ਨਹੀਂ ਕਰ ਸਕਦੇ ਕਿ ਪੰਜਾਬ ਦਾ ਬਹੁਤ ਭਲਾ ਹੋ ਜਾਏਗਾ। ਇਹ ਸਵਾਲ ਅੱਜ ਸਾਡੇ ਸਾਹਮਣੇ ਹੈ। ਤੇ ਜਦੋਂ MLA ਅਜੇ ਸਹੁੰ ਨਹੀਂ ਚੁੱਕੀ, ਸਰਕਾਰ ਨੇ ਸਹੁੰ ਨਹੀਂ ਚੁੱਕੀ, ਕੋਈ ਮਾਸਟਰਾਂ ਦੇ ਦੁਆਲੇ ਹੋ ਰਿਹਾ, ਕੋਈ ਆਂਗਣਵਾੜੀ 'ਚ ਜਾ ਰਿਹਾ, ਕੋਈ ਕਿਸੇ ਮੁਲਾਜ਼ਮ ਦੇ ਦੁਆਲੇ ਹੋ ਰਿਹਾ MLA, ਜਦੋਂ ਕਿ ਸੱਚ ਗੱਲ ਹੈ ਕਿਸੇ MLA ਨੂੰ, ਕਿਸੇ ਸਰਕਾਰੀ ਅਧਿਕਾਰੀ ਤਾਂ ਕੀ ਇੱਕ PM ਦੀ ਵੀ ਗੈਰ ਹਾਜ਼ਰੀ ਲਾਉਣ ਦਾ ਅਧਿਕਾਰ ਨਹੀਂ ਹੈ ਕਿਸੇ MLA ਕੋਲੇ। ਤੇ ਆਪ ਦੇ MLA ਦਾਦਾਗਿਰੀ ਕਰਦੇ ਫਿਰਦੇ ਆ, ਗੁੰਡਾਗਰਦੀ ਕਰਦੇ ਆ। ਤੇ ਗੁੰਡਾਗਰਦੀ ਨੂੰ ਰੋਕਣਾ ਲਾਲ ਝੰਡੇ ਤੋਂ ਬਗੈਰ ਵੀ ਸੰਭਵ ਨਹੀਂ ਹੈ। ਇਹ ਸਾਡੇ ਤੋਂ ਬਗੈਰ ਸੰਭਵ ਨਹੀਂ। ਇਹ ਗੁੰਡਾਗਰਦੀ ਹੈ ਜਿਹੜੀ ਉਹਨੇ, ਉਹਦੇ MLA ਜੋ ਹੁਣ ਕਿਸ ਕਦਰ ਤੱਕ ਚਲੇ ਗਏ, ਉਹਦੇ ਵਜ਼ੀਰ ਕਿਸ ਕਦਰ ਤੱਕ ਚਲੇ ਗਏ। ਵਰਲਡ ਦਾ ਸਭ ਤੋਂ ਫੇਮਸ ਸਪਾਈਨ ਦਾ ਸਰਜਨ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ, ਜਿਹਨੂੰ ਬੇਇੱਜ਼ਤ ਕੀਤਾ ਗਿਆ, ਇਹਨੂੰ ਬੇਇੱਜ਼ਤ ਕੀਤਾ ਗਿਆ, ਜਿਹਦਾ ਸੰਸਾਰ 10-12 ਬੰਦਿਆਂ 'ਚ ਨਾਂ ਆਉਂਦਾ, ਇਕੱਲੇ ਭਾਰਤ ਦਾ ਨਹੀਂ ਵਰਲਡ ਦਾ ਫੇਮਸ ਡਾਕਟਰ ਹੈ, ਸਰਜਨ। ਤਾਂ ਉਹਨੂੰ ਬੇਇੱਜ਼ਤ ਕੀਤਾ ਗਿਆ। ਜਿਸ ਦਿਨ ਉਹ ਅਗਲੇ ਦਿਨ ਮੀਡੀਆ ਨੂੰ ਮਿਲ ਰਿਹਾ, ਉਹਦੇ ਹੰਝੂ ਨਹੀਂ ਸੀ ਥੱਲੇ ਜਾ ਰਹੇ ਜਿਵੇਂ ਉਹ ਰੋ ਰਿਹਾ ਸੀ, ਜਿਸ ਤਰ੍ਹਾਂ ਉਹ ਭਾਵੁਕ ਹੋਇਆ। ਉਹ ਅੱਜ ਇਹਨੂੰ ਸਮਝਣ ਦੀ ਗੱਲ ਹੈ ਕਿ ਜਿਹੜਾ ਇੱਕ +2 ਪਾਸ ਮੰਤਰੀ ਇੱਕ ਏਡੇ ਵੱਡੇ ਡਾਕਟਰ ਨੂੰ ਹਿਊਮਿਲੇਟ ਕਰ ਸਕਦਾ, ਬਾਕੀਆਂ ਨਾਲ ਕੀ ਕਰੇ। ਤਾਂ ਹੁਣ ਉਹਦੇ ਖਿਲਾਫ ਚੱਲ ਰਹੀ ਗੱਲ। ਭਗਵੰਤ ਮਾਨ ਹੁਣ ਚੀਕਾ ਮਾਰਦਾ ਫਿਰਦਾ, ਮਾਫੀ ਵੀ ਮੰਗੀ ਆ ਭਗਵੰਤ ਮਾਨ ਨੇ, ਪਰ ਮਾਫੀ ਨਾਲ ਨਹੀਂ ਸਰਨਾ। ਇੰਡੀਅਨ ਮੈਡੀਕਲ ਐਸੋਸੀਏਸ਼ਨ IMA ਆ ਜਿਹੜੀ ਡਾਕਟਰਾਂ ਦੀ ਜਥੇਬੰਦੀ ਆ, ਉਹਨੇ ਫੈਸਲਾ ਕਰ ਲਿਆ ਜਿੰਨਾ ਚਿਰ ਮੰਤਰੀ ਨੂੰ ਨਹੀਂ ਕੱਢਦੇ ਉਹਨਾਂ ਚਿਰ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ। ਇਹ ਚੰਗਾ ਕਦਮ ਲਿਆ ਡਾਕਟਰ ਨੇ, IM ਨੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਿਹੜਾ ਵਧੀਆ ਕਦਮ ਲਿਆ। ਹੋਰ ਕਿੰਨੇ ਡਾਕਟਰ ਹੈ ਤੇ ਬਾਕੀ ਕਿੰਨਾ ਜਿਹੜੇ ਕਰਪਸ਼ਨ ਦੇ ਸਵਾਲ, ਜੇ ਕਰਪਸ਼ਨ ਦੇ ਇੰਨੇ ਹੀ ਪਾਕ ਪਵਿੱਤਰ ਸੀ, 2 ਮਹੀਨਿਆਂ ਬਾਅਦ ਆਪਣਾ ਹੈਲਥ ਮਿਨਿਸਟਰ ਕਿਉਂ ਅੰਦਰ ਦਿੱਤਾ ਤੁਸੀਂ? ਪੰਜਾਬ ਦਾ ਹੈਲਥ ਮਿਨਿਸਟਰ 2 ਮਹੀਨਿਆਂ ਬਾਅਦ ਅੰਦਰ ਦਿੱਤਾ ਭਗਵੰਤ ਮਾਨ ਨੇ। ਤੇ ਫਿਰ ਜੇ ਉਹ ਬੇਈਮਾਨ ਸੀ, ਉਹਨੂੰ ਟਿਕਟ ਕਿਉਂ ਦਿੱਤੀ? ਤੇ ਤੁਹਾਨੂੰ ਇਹ ਪਤਾ ਨਹੀਂ ਲੱਗਿਆ ਵੀ ਉਹਨੂੰ ਟਿਕਟ ਦੇਣ ਲੱਗੇ ਆ ਅਸੀਂ? ਤੇ ਹੋਰਾਂ ਦਾ ਜਿਹੜਾ ਸਵਾਲ ਨੇ, ਇਹਨੂੰ ਸਮਝਣ ਦਾ ਸਵਾਲ ਆ ਵੀ ਕਿਸ ਤਰ੍ਹਾਂ ਉਹ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ। ਹੁਣ ਉਹ ਡਰਾਮਾ ਕੀਤਾ ਅਸਲ 'ਚ ਲੋਕਾਂ ਨਾਲ। ਇੱਕ ਪੈਸੇ ਦੀ ਉਹ ਤੋਂ ਬਰਾਮਦਗੀ ਨਹੀਂ ਕੀਤੀ ਇਹਨਾਂ ਬੇਈਮਾਨਾਂ ਨੇ। ਜੋ ਸੱਚੀ ਗੱਲ ਸੀ, ਇੱਕ ਪੈਸੇ ਦੀ ਬਰਾਮਦਗੀ ਨਹੀਂ ਕੀਤੀ ਉਹਦੇ ਤੋਂ। ਕਾਂਗ ਦੀ ਇੱਕ ਪੈਸੇ ਦੀ ਬਰਾਮਦਗੀ ਨਹੀਂ ਹੋਈ ਜਿਹੜਾ ਹੈਲਥ ਮਿਨਿਸਟਰ ਬਣਿਆ। ਤਾਂ ਪ੍ਰੂਵ ਕਿਵੇਂ ਹੋਏਗਾ ਕਰਪਸ਼ਨ ਕੇਸ? ਇਹ ਤੋਂ ਇੱਕ ਪੈਸੇ ਦੀ ਬਰਾਮਦਗੀ ਨਹੀਂ ਹੈ। ਅਜਿਹੇ ਸਟੰਟ ਕਰਦੇ ਆ, ਇਹ ਬੇਈਮਾਨੀ ਕਰਦੀ ਆ ਸਰਕਾਰ। ਤੇ ਜੇ ਉਹ ਸੀ ਤੇ ਉਹਨੂੰ ਪੈਸੇ ਦੀ ਬਰਾਮਦਗੀ ਕਰਦੇ, ਉਹ ਸਾਰੇ ਪੈਸੇ ਦੀ ਬਰਾਮਦਗੀ ਕਰਦੇ ਤਾਂ ਕਿ ਕੇਸ ਕੋਰਟ ਦੇ ਵਿੱਚ ਖੜ ਸਕੇ। ਉਹ ਕੇਸ ਹੀ ਨਹੀਂ ਕੋਰਟ 'ਚ ਖੜ ਸਕੇਗਾ। ਤੇ ਅਜਿਹੀ ਦਾਦਾਗਿਰੀ। ਅਗਲਾ ਸਵਾਲ, ਪੰਜਾਬ ਦੇ ਅੰਦਰ ਇਸ ਗੱਲ ਦੀ ਸ਼ੋਹਰਤ ਖੱਟਣ ਲਈ ਵੀ ਸਿਕਿਉਰਿਟੀ ਥਾਣਿਆਂ 'ਚ ਭੇਜਣੇ ਆ, ਥਾਣਿਆਂ 'ਚ ਨਫਰੀ ਕੱਟਣੀ। 324 ਬੰਦਿਆਂ ਦੀ VIP ਦੀ ਸਿਕਿਉਰਿਟੀ ਵਾਪਸ ਹੋ ਗਈ। ਔਰ ਸਿਕਿਉਰਿਟੀ ਕਦੋਂ ਵਾਪਸ ਹੋਈ? 1 ਹਫ਼ਤਾ ਪਹਿਲਾਂ ਪੰਜਾਬ ਦੇ ਅੰਦਰ CID ਦਾ ਜਿਹੜਾ ਇੰਟੈਲੀਜੈਂਸ ਦਾ ਹੈੱਡਕੁਆਟਰ ਆ ਮੋਹਾਲੀ 'ਚ, ਉਹਦੇ ਤੇ ਰਾਕ ਲਾਂਚਰ ਨਾਲ ਹਮਲਾ ਹੁੰਦਾ। 1 ਹਫ਼ਤਾ ਪਹਿਲਾਂ ਰਾਕ ਲਾਂਚਰ ਨੂੰ, ਜੇ ਉਹ ਸਾਰਾ ਰਾਕ ਲਾਂਚਰ ਫਟ ਜਾਂਦਾ ਤਾਂ ਜਿਹੜੀ ਬਿਲਡਿੰਗ ਆ ਸਾਰੀ ਢਹਿ ਢੇਰੀ ਹੋ ਜਾਣੀ ਸੀ। ਤੇ ਮੈਂ ਪਹਿਲਾਂ ਵੀ ਸਵਾਲ ਕੀਤਾ, ਅੱਜ ਵੀ ਕਰਦਾ, ਜੇ ਉਹ DGP ਨੂੰ
ਇੰਟੈਲੀਜੈਂਸ ਪੰਜਾਬ ਦੀ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਸਾਡੇ ਦਫ਼ਤਰ ਤੇ ਹਮਲਾ ਹੋਣ ਵਾਲਾ ਹੈ, ਤੇ ਉਸੇ ਇੰਟੈਲੀਜੈਂਸ ਡੀਜੀਪੀ ਦੀ ਰਿਪੋਰਟ ਦੇ ਆਧਾਰ ਤੇ ਤੁਸੀਂ 324 ਬੰਦਿਆਂ ਦੀ ਵੀਆਈਪੀ ਦੀ ਸਿਕਿਉਰਿਟੀ ਕਿਸ ਆਧਾਰ ਤੇ ਵਾਪਸ ਲੈਂਦੇ ਹੋ, ਜਿਹੜੇ ਬੰਦੇ ਨੂੰ ਆਪਣੇ ਆਫਿਸ ਦੀ ਇੰਟੈਲੀਜੈਂਸ ਦਾ ਪਤਾ ਨਹੀਂ ਲੱਗਿਆ, ਔਰ ਅੱਜ ਤੱਕ ਉਹ ਬੰਦੇ ਨਹੀਂ ਫੜੇ ਗਏ ਜਿਹੜੇ ਰਾਕ ਲਾਂਚਰ ਚਲਾਉਣ ਵਾਲੇ ਨੇ। ਤੇ ਜਦੋਂ 324 ਬੰਦਿਆਂ ਦੀ ਸਿਕਿਉਰਿਟੀ ਵਾਪਸ ਹੋ ਗਈ, ਬੜਾ ਸੀਰੀਅਸ ਮਾਮਲਾ ਹੈ, ਕਿੰਨੀ ਨਾਨ ਸੀਰੀਅਸ ਗਵਰਨਮੈਂਟ ਹੈ ਇਹ। ਉਹਦੇ ਸਿੱਧੂ ਮੂਸੇ ਵਾਲੇ ਨੂੰ ਬਾਈ ਨੇਮ, ਅਕਾਲ ਤਖਤ ਦੇ ਜਥੇਦਾਰ ਦਾ ਬਾਈ ਨੇਮ, ਤੇ ਹੋਰ ਕਈ ਬੰਦਿਆਂ ਦੇ ਬਾਈ ਨੇਮ ਸਾਰੇ ਪ੍ਰੈਸ ਨੂੰ ਨੋਟਿਸ ਜਾਰੀ ਕਰ ਦਿੱਤਾ। ਜਦੋਂ ਕਿ ਸਿਕਿਉਰਿਟੀ ਦਾ ਮਾਮਲਾ ਹਾਈ ਕੋਰਟ ਨੇ ਵੀ ਝਾੜ ਪਾਈ ਪੰਜਾਬ ਸਰਕਾਰ ਨੂੰ, ਸਿਕਿਉਰਿਟੀ ਦਾ ਰਿਵਿਊ ਹੁੰਦਾ, ਰਿਵਿਊ ਤੋਂ ਬਾਅਦ ਸਿਕਿਉਰਿਟੀ ਦੇਣੀ ਆ ਘਟਾਉਣੀ ਆ, ਪਰ ਉਹਨੂੰ ਪ੍ਰੈਸ ਨੂੰ ਨਹੀਂ ਦਿੱਤਾ ਜਾ ਸਕਦਾ। ਸਿਕਿਉਰਿਟੀ ਦਾ ਮੈਟਰ ਹੈ, ਇੰਟਰਨਲ ਮੈਟਰ, ਤੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਸਾਰੇ ਛਾਇਆ ਕਰ ਦਿੱਤੀ। 20 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਇੰਟਰਕਨੈਕਟਡ ਆ ਦੇਸ਼ ਵਿੱਚ ਵੀ ਔਰ ਵਰਲਡ ਦੇ ਵਿੱਚ ਵੀ, ਉਹ ਗੈਂਗਸਟਰ ਨੇ ਕਤਲ ਕਰ ਦਿੱਤਾ ਦਿਨ ਦਿਹਾੜੇ ਸਿੱਧੂ ਮੂਸੇਵਾਲੇ ਦਾ। ਸਰਕਾਰ ਕੋਲੇ ਕੀ ਜਵਾਬ ਹੈ ਇਸ ਦਾ? ਅਜੇ 20 ਘੰਟੇ ਨਹੀਂ ਪੂਰੇ ਹੋਏ ਸਿਕਿਉਰਿਟੀ ਵਿਡਰਾ ਕਰਨ ਨੂੰ, ਤੇ ਮੁੜ ਕੇ ਜਦੋਂ ਹਾਈ ਕੋਰਟ ਨੇ ਘੂਰਿਆ ਤੇ ਕਹਿੰਦੇ ਸਾਰਿਆਂ ਨੂੰ ਵਾਪਸ ਕਰ ਦਿੱਤੇ, ਉੱਥੇ ਐਫੀਡੇਵਿਟ ਦੇ ਕੇ ਆਉਂਦੇ ਨੇ। ਤੇ ਇਹਦਾ ਮਤਲਬ ਤੁਹਾਡਾ ਰਿਵਿਊ ਕਾਹਦਾ ਸੀ, ਫੈਸਲਾ ਤੁਹਾਡਾ ਕਿਹੜਾ ਸੀ? ਬਚਗਾਨਾ ਫੈਸਲਾ ਕਰਦੇ ਆ, ਬੱਚਿਆਂ ਵਾਲਾ ਫੈਸਲਾ ਕਰਦੇ ਆ। ਸਰਕਾਰ ਚਲਾਉਣਾ, ਬੱਚਿਆਂ ਵਾਲੇ ਫੈਸਲੇ ਕਰਨਾ ਸਰਕਾਰ ਨਹੀਂ ਚੱਲ ਸਕਦੀ। ਉਹ ਫੈਸਲੇ ਦੇ ਨਾਲ ਮੈਂ ਸਾਰੇ ਪੰਜਾਬ 'ਚ ਬੋਲਦਿਆਂ ਹੋਇਆ ਕਹਿਣਾ ਵੀ ਜੇ ਕਿਤੇ ਅਕਾਲ ਤਖਤ ਦੇ ਜਥੇਦਾਰ ਨੂੰ ਸਿਕਿਉਰਿਟੀ ਵਿਡਰਾ ਹੋ ਗਈ, ਉਹਨੇ ਵੀ ਕਹਤਾ ਚੱਕੋ ਆਪਦੀ ਸਿਕਿਉਰਿਟੀ। ਜੇ ਅਕਾਲ ਤਖਤ ਦੇ ਜਥੇਦਾਰ ਨੂੰ ਝਰੀਟ ਵੀ ਆ ਜਾਂਦੀ ਤੇ ਪੰਜਾਬ ਦੇ ਹਾਲਾਤ ਕੀ ਹੁੰਦੇ? ਪੰਜਾਬ ਦੇ ਹਾਲਾਤ ਮਤਲਬ ਬਹੁਤ ਭੈੜੇ ਹੋ ਸਕਦੇ ਸੀ, ਤੇ ਇਹਨਾਂ ਲੋਕਾਂ ਨੂੰ ਤਾਂ ਇਸ ਗੱਲ ਦਾ ਵੀ ਗਿਆਨ ਨਹੀਂ। ਤੇ ਜਿਹੜੇ ਲੋਕ ਚੁਟਕਲਿਆਂ ਨਾਲ, ਕਮੇਡੀਆਂ ਨਾਲ ਸਰਕਾਰ ਨਹੀਂ ਚੱਲਦੀ। ਕਮੇਡੀਅਨ ਬਿਹਤਰੀਨ ਭਗਵੰਤ ਮਾਨ ਹੋ ਸਕਦਾ, ਪਰ ਸਰਕਾਰ ਚਲਾਉਣੀ ਇੰਟਾਇਰਲੀ ਡਿਫਰੈਂਟ ਮੈਟਰ ਹੈ, ਵੱਖਰਾ ਮਾਮਲਾ ਹੈ ਸਰਕਾਰ ਚਲਾਉਣਾ। ਇਸ ਵਾਸਤੇ ਅੱਜ ਜਿਹੜੀ ਪੰਜਾਬ ਦੀ ਵਿਵਸਥਾ ਬਣੀ ਹੈ, ਚਾਹੇ ਉਹ ਨਸ਼ੇ ਦਾ ਸਵਾਲ ਹੈ, ਚਾਹੇ ਡਰੋਨ ਰਾਹੀਂ RDX ਅਸਲਾ ਆ ਰਿਹਾ, ਪੰਜਾਬ ਨੂੰ ਇਸ ਤਰ੍ਹਾਂ ਨਾਲ ਸਮਝਣ ਦੀ ਜ਼ਰੂਰਤ ਹੈ। ਤੇ ਅੱਜ ਪੰਜਾਬ ਬਰੂਦ ਦੀ ਢੇਰ ਤੇ ਬੈਠਾ ਹੈ। ਕੋਈ ਦਿਨ ਐਸਾ ਹੈ ਜਿੱਦਣ RDX ਨਾ ਆ ਰਹੀ ਹੋਵੇ, ਜਿਸ ਦਿਨ ਅਸਲਾ ਨਾ ਆ ਰਿਹਾ ਹੋਵੇ, ਹੀਰੋ ਨਾ ਆ ਰਹੀ ਹੋਵੇ, ਰੁਕਣ ਦਾ ਨਾਂ ਲੈ ਰਹੀ ਆ ਪੰਜਾਬ 'ਚ। ਕਿੰਨੇ ਕਿੰਨੇ ਕੁਆਂਟਲਾਂ 'ਚ RDX ਫੜੇ ਹੋ ਰਹੀ ਹੈ। ਇਹ ਕਿਸੇ ਨੂੰ ਅੱਜ ਵੀ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ। ਬਾਰਡਰ ਸਟੇਟ ਹੈ, ਔਰ ਫੌਜ ਦੀਆਂ ਜਿਹੜੀਆਂ ਅੱਤਵਾਦੀ ਸ਼ਕਤੀਆਂ ਨੇ, ਉਹਨਾਂ ਵੱਲੋਂ ਵੀ ਲਗਾਤਾਰ ਹਮਲੇ ਅਧੀਨ ਆ ਪੰਜਾਬ। ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਅੱਜ ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਪਹਿਲਾਂ ਨਾਲੋਂ ਜ਼ਿਆਦਾ ਗੰਭੀਰਤਾ ਦੇ ਨਾਲ ਸਾਨੂੰ ਲੈਣ ਦੀ ਲੋੜ ਹੈ, ਤੇ ਉਹ ਸਾਡੇ ਮੋਢਿਆਂ ਦੇ ਉੱਤੇ ਜ਼ਿਆਦਾ ਜ਼ਿੰਮੇਵਾਰੀ ਪਈ ਹੈ। ਕਮਿਊਨਿਸਟਾਂ ਦੇ ਉੱਤੇ ਵਿਸ਼ੇਸ਼ ਰੂਪ ਦੇ ਅੰਦਰ ਇਹ ਸਾਡੀ ਜ਼ਿੰਮੇਵਾਰੀ ਹੈ ਵੀ ਕਿਸ ਤਰ੍ਹਾਂ ਨਾਲ ਉਹ ਅਜਿਹਾ ਸਾਰਾ ਕਾਰਜ ਕਰਨ ਜਾ ਰਹੇ। ਇਹ ਇੱਕ ਪਹਿਲੂ ਹੈ। ਤੇ ਨਾਲ ਨਾਲ ਜਦੋਂ 3 ਮਹੀਨਿਆਂ ਬਾਅਦ ਬਾਈ ਇਲੈਕਸ਼ਨ ਹੁੰਦੀ ਹੈ ਤੇ ਲੋਕਾਂ ਦਾ ਬੈਕ ਫੁੱਟ ਤੇ ਜਾਣਾ ਦੇਖੋ ਕਿਸ ਤਰ੍ਹਾਂ ਹੈ। ਭਗਵੰਤ ਮਾਨ ਆਪਣੇ ਪਿੰਡੋਂ ਹਰਦਾ, ਜਿਹੜਾ ਜੱਦੀ ਪਿੰਡ ਹੈ, ਆਪਣੇ ਪਿੰਡ ਤੋਂ ਹਰ ਜਾਂਦਾ, ਤੇ 2 ਮੰਤਰੀ ਉਹਨੇ ਹਰਦੇ ਨੇ। ਹਰਪਾਲ ਚੀਮਾ ਵੀ ਹਰਦਾ, ਮੀਤ ਹੇਅਰ ਵੀ ਹਰਦਾ, 2 ਮੰਤਰੀ ਹਰਦੇ ਨੇ ਆਪਣੇ ਆਪਣੇ ਹਲਕਿਆਂ ਚੋਂ। ਇਸ ਤਰੀਕੇ ਦੇ ਨਾਲ ਆਪਾਂ ਨੂੰ ਇਹ ਸਮਝਣ ਦੀ ਗੱਲ ਹੈ ਵੀ ਲੋਕਾਂ ਨੇ ਜਿਤਾਇਆ ਕਿਹਨੂੰ? ਜਿਹੜਾ ਖਾਲਿਸਤਾਨੀ ਹੈ, ਜਿਹੜਾ ਬਕਵਾਦੀ ਹੈ, ਸਿਮਰਨਜੀਤ ਮਾਨ ਨੂੰ, ਉਹਨੂੰ ਜਿਤਾਇਆ। ਤੇ ਅਸੀਂ ਉਸੇ ਵੇਲੇ ਪਾਰਟੀ ਦੀ ਸੂਬਾ ਸਕੱਤਰੇਤ ਵੱਲੋਂ ਇੱਕ ਸਟੇਟਮੈਂਟ ਵੀ ਕਰੀ ਵੀ ਇਹ ਗੱਲ ਜਿਹੜੀ ਇਹਦਾ ਜਿੱਤਣਾ ਪੰਜਾਬ 'ਚ ਅਮਨ ਤੇ ਸ਼ਾਂਤੀ ਲਈ ਖਤਰੇ ਦੀ ਘੰਟੀ ਹੈ, ਤੇ ਇਹਦੇ ਦੁਆਲੇ ਅੱਜ ਖਾਲਿਸਤਾਨੀ ਅੱਤਵਾਦੀ ਇੰਟਰਨੈਸ਼ਨਲ ਤੌਰ 'ਤੇ ਜਿਹੜੇ ਗਰੋਹ ਨੇ ਉਹ ਇਕੱਠੇ ਹੋ ਰਹੇ ਨੇ, ਲਾਮਬੰਦ ਹੋ ਰਹੇ ਨੇ। ਮੁੜ ਕੇ ਪੰਜਾਬ ਦੇ ਅਮਨ ਨੂੰ, ਸ਼ਾਂਤੀ ਨੂੰ ਫੇਰ ਉਹ ਗੜਬੜ ਕਰਨਾ ਚਾਹੁੰਦੇ ਆ। ਪੰਜਾਬ ਦੇ ਵਿੱਚ ਐਸੇ ਹਾਲਾਤ ਬਣੇ ਨੇ ਜਿੱਥੇ ਇਹਨਾਂ ਨੂੰ ਸੀਸਾ ਦਿਖਾਇਆ
ਬਾਈ ਇਲੈਕਸ਼ਨ ਦੇ ਵਿੱਚ ਝਾੜੂ ਵਾਲਿਆਂ ਨੂੰ ਉੱਥੇ ਜਿਹੜਾ ਮਾਨ ਦਾ ਜਿੱਤਣਾ ਵੀ ਪੰਜਾਬ 'ਚ ਖਤਰੇ ਦੀ ਘੰਟੀ ਹੈ, ਅਮਨ ਦੇ ਵਾਸਤੇ, ਸ਼ਾਂਤੀ ਦੇ ਵਾਸਤੇ। ਤਾਂ ਉਸ ਤੋਂ ਬਾਅਦ ਜਿਹੜੇ ਉਹ ਸਟੈਪ ਲੈ ਰਿਹਾ ਉਹਨੂੰ ਸਮਝਣ ਦਾ ਸਵਾਲ ਹੈ ਹੁਣ ਅੱਗੇ ਸਟੈਪ ਕੀ ਲੈ ਰਿਹਾ, ਉਹ ਪੰਗਾ ਕੀ ਲੈ ਰਿਹਾ। ਉਹ ਕਹਿੰਦਾ ਭਗਤ ਸਿੰਘ ਅੱਤਵਾਦੀ ਸੀ, ਸ਼ਹੀਦ ਆਜ਼ਮ ਭਗਤ ਸਿੰਘ ਤੇ ਸਿੱਧਾ ਅਟੈਕ ਕਰਦਾ ਉਹ। ਤੇ ਉਹਦਾ ਆਪਾਂ ਵੀ ਜਵਾਬ ਕੀਤਾ। ਤੇ ਆਪਣੇ ਨਾਨੇ ਨੂੰ ਜਿਹੜਾ ਗਦਾਰ ਸੀ, ਉਹਦਾ ਨਾਨਾ ਰੂਰ ਸਿੰਘ, ਜਿਹਨੇ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਜੱਲਿਆਂਵਾਲੇ ਬਾਗ ਦੇ ਸਾਕੇ ਤੋਂ ਅਗਲੇ ਦਿਨ। ਅਸੀਂ ਪਾਰਟੀ ਵੱਲੋਂ ਇਹ ਸਟੇਟਮੈਂਟ ਕਰੀ ਹੈ ਵੀ ਜੇ ਰੂਰ ਸਿੰਘ ਨੂੰ ਡਿਫੈਂਡ ਕਰਦਾ ਸਿਮਰਨਜੀਤ ਮਾਨ, ਤਾਂ ਜੱਲਿਆਂਵਾਲੇ ਬਾਗ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ। ਸ਼ਹੀਦਾਂ ਨੂੰ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੂੰ ਅਪਮਾਨਿਤ ਕਰਦਾ, ਉੱਥੇ ਜੱਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਵੀ ਅਪਮਾਨਿਤ ਕੀਤਾ ਜਾ ਰਿਹਾ। ਇਹ ਗੱਲ ਸਮਝਣ ਦੀ ਗੱਲ ਹੈ। ਇਸ ਕਰਕੇ ਸਾਨੂੰ ਸਾਰੀਆਂ ਗੱਲਾਂ ਨੂੰ ਪਿਛੋਕੜ ਨੂੰ ਸਮਝਣ ਦੀ ਗੱਲ ਹੈ। ਤੇ ਇਹਦੀ ਸਾਰੀ ਫੈਮਿਲੀ ਹੁਣ ਤੋਂ ਹਿਸਟਰੀ ਅੱਗੇ ਦੀ ਅੱਗੇ ਆ ਰਹੀ ਹੈ। ਅੰਗਰੇਜ਼ਾਂ ਦੇ ਟੌਂਕ ਰਹੇ ਨੇ ਸਿਮਰਜੀਤ ਮਾਨ ਦਾ ਫਾਦਰ, ਦਾਦਾ, ਪੜਦਾਦਾ ਸਾਰੇ ਹੀ। ਉਹਦੇ ਕਰਕੇ ਇਹਨਾਂ ਨੂੰ ਸਰਦਾਰੀਆਂ ਮਿਲੀਆਂ ਨੇ। ਇਹ ਕਿਸੇ ਤੋਂ ਭੁੱਲੀ ਹੋਈ ਗੱਲ ਨਹੀਂ ਪੰਜਾਬ ਵਾਲਿਆਂ ਤੋਂ। ਇਹਨਾਂ ਸਾਰੇ ਇਸ਼ੂਆਂ ਨੂੰ ਵੀ ਸਾਨੂੰ ਸਮਝਣ ਦੀ ਗੱਲ। ਪਰ ਇੱਕ ਅਗਲਾ ਪਹਿਲੂ 66,000 ਵੋਟ ਬੀਜੇਪੀ ਦੇ ਕੈਂਡੀਡੇਟ ਨੂੰ ਮਿਲਣਾ, ਇਹ ਵੀ ਪੰਜਾਬ ਲਈ ਇੱਕ ਹੋਰ ਖਤਰੇ ਦੀ ਘੰਟੀ ਹੈ। 66,000 ਵੋਟ ਬੀਜੇਪੀ ਨੂੰ ਸੰਗਰੂਰ ਪਾਰਲੀਮੈਂਟ ਸੀਟ ਤੇ ਮਿਲਣਾ, ਇਹ ਵੀ ਮਤਲਬ ਨਵੀਂ ਘਟਨਾ ਹੈ। ਸੰਗਰੂਰ 'ਚ ਕਦੇ ਬੀਜੇਪੀ ਨੂੰ ਇੰਨੀ ਵੋਟ ਨਹੀਂ ਮਿਲੀ। ਤੇ ਉਹ ਹੁਣ ਪੰਜਾਬ ਦੀ ਰਾਜਨੀਤੀ 'ਚ ਆਪਣਾ ਦਖਲ ਦੇਣ ਵਾਸਤੇ ਯਤਨਸ਼ੀਲ ਨੇ। ਬੀਜੇਪੀ, ਆਰਐਸਐਸ ਉਹ ਆਪਣੀਆਂ ਜਥੇਬੰਦੀਆਂ ਦੇ ਰਾਹੀਂ, ਪਹਿਲਾਂ ਵੀ ਮੈਂ ਸਾਰੀ ਪਾਰਟੀ ਨੂੰ ਕਨਵੇ ਕਰਦੇ ਰਹੇ ਹਾਂ, ਅਸੀਂ ਆਪਣੇ ਮੀਟਿੰਗਾਂ ਦੇ ਰਾਹੀਂ, ਡਾਕੂਮੈਂਟਾਂ ਦੇ ਰਾਹੀਂ, ਵੀ ਪੰਜਾਬ ਦੇ ਅੰਦਰ ਆਰਐਸਐਸ, ਬੀਜੇਪੀ ਸੋਸ਼ਲ ਇੰਜੀਨੀਅਰਿੰਗ ਕਰ ਰਹੀ ਆ ਬਹੁਤ ਤੇਜ਼ੀ ਦੇ ਨਾਲ। ਉਹ ਪੰਜਾਬ 'ਚ ਸਿੱਖਾਂ ਨੂੰ, ਦਲਿਤਾਂ ਨੂੰ, ਪਛੜੀਆਂ ਸ਼੍ਰੇਣੀਆਂ 'ਚ ਆਪਣਾ ਕੰਮ ਵਧਾ ਰਹੇ ਆ ਆਪਣੀਆਂ ਜਥੇਬੰਦੀਆਂ ਦੇ ਰਾਹੀਂ। ਤੋਂ ਸਾਡੇ ਜੱਗ ਯਾਰ ਆ ਸਾਰਾ ਕੁਝ। ਤੇ ਅਗਲੀ ਜਿਹੜੀ ਚੋਣ ਹੈ ਉਹਦੇ 'ਚੋਂ ਬਰਾਬਰਤਾ ਦੇ ਆਧਾਰ ਦੇ ਉੱਤੇ ਅਪੀਅਰ ਹੋਣਾ ਚਾਹੁੰਦੇ ਆ। ਇਹ ਵੀ ਇੱਕ ਖਤਰਾ ਹੈ ਪੰਜਾਬ ਲਈ। ਪਰ ਅਕਾਲੀ ਦਲ, ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਇਸ ਗੱਲੋਂ ਵੀ ਸਬਕ ਸਿਖਾਇਆ ਵੀ ਮੈਂ ਵੀ ਹੁਣ ਗਰਮ ਖਿਆਲੀਆਂ ਵਾਲੀ ਗੱਲ ਕਰਨਾ। ਦੇਖੋ, ਬੇਅੰਤ ਸਿੰਘ ਦੇ ਕਾਤਲ ਦੀ ਭੈਣ ਨੂੰ ਕੈਂਡੀਡੇਟ ਬਣਾ ਕੇ ਮੈਦਾਨ 'ਚ ਉਤਾਰਨਾ। ਮੈਂ ਇਹ ਸਮਝਦਾ ਅਕਾਲੀ ਦਲ ਆਪਣੀ ਜਿਹੜੀ ਪਿਛੋਕੜ ਆ ਉਸ ਨੂੰ ਭੁੱਲ ਕੇ ਉਸ ਰਾਹ ਗਿਆ। ਤੇ ਲੋਕਾਂ ਨੇ ਉਹਨੂੰ ਵੀ ਜਵਾਬ ਕਰ ਦਿੱਤਾ। 5ਵੇਂ ਥਾਂ ਤੇ ਗਿਆ, ਲੋਕਾਂ ਨੇ ਉਹਨੂੰ ਵੀ ਜਵਾਬ ਕੀਤਾ। ਇਹ ਛੋਟਾ ਕੰਮ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਕਿਹਾ ਵੀ ਜੇ ਇਹੀ ਅੱਤਵਾਦੀਆਂ ਵਾਲੇ ਨਾਰੇ ਬਾਦਲਕਿਆਂ ਨੇ ਮਾਰਨੇ ਆ ਤੇ ਫਿਰ ਸਿਮਰਨਜੀਤ ਮਾਨ ਚੰਗਾ ਹੈ। ਤੇ ਲੋਕਾਂ ਨੇ ਇਸ ਗੱਲ ਨੂੰ ਆਪਣੇ ਤੌਰ ਦੇ ਉੱਤੇ ਅਜਿਹੀਆਂ ਗੱਲਾਂ ਵਾਪਰੀਆਂ ਨੇ ਪੰਜਾਬ ਦੇ ਅੰਦਰ। ਤੇ ਪੰਜਾਬ ਆਉਣ ਵਾਲੇ ਦਿਨਾਂ 'ਚ ਬੜੇ ਵੱਡੇ ਸਵਾਲ ਨੇ। ਉਹਨਾਂ ਸਵਾਲਾਂ ਦੇ ਉੱਤੇ ਸਾਨੂੰ ਲੜਨਾ ਹੋਏਗਾ। 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਮੁਹਿੰਮ ਚੱਲ ਰਹੀ ਆ। ਸਾਡੀਆਂ ਜਥੇਬੰਦੀਆਂ ਵੱਲੋਂ ਵੀ, ਪਾਰਟੀ ਵੱਲੋਂ ਵੀ। ਪਾਰਟੀ ਦੀ ਕੇਂਦਰੀ ਕਮੇਟੀ ਨੇ ਵੀ ਉਹ ਤੈਅ ਕੀਤਾ। ਉਹਦੇ ਡਿਟੇਲ 'ਚ ਤਾਂ ਕਾਮੜ ਜੀ ਗੱਲ ਕਰਨਗੇ, ਮੈਂ ਉਹ ਵਿਸ਼ਾ ਨਹੀਂ ਸੁਹਾਂਗਾ। ਅੱਜ ਸਾਡੇ ਸਾਹਮਣੇ ਜਿਹੜਾ ਸਭ ਤੋਂ ਵੱਡਾ ਸਵਾਲ ਪਾਰਟੀ ਦੀ ਸਾਡੀ ਕੇਂਦਰੀ ਕਮੇਟੀ ਨੇ ਤੈਅ ਕੀਤਾ ਹੈ ਕਿ ਅੱਜ ਦੇਸ਼ ਦੇ ਅੰਦਰ 75ਵੀਂ ਜਿਹੜੀ ਵਰ੍ਹੇਗੰਢ ਹੈ, ਇਹਦੇ ਉੱਤੇ ਆਰਐਸਐਸ ਦਾ ਜਿਹੜਾ ਅੰਗਰੇਜ਼ਾਂ ਦੇ ਹੱਕ ਦਾ ਰੋਲ ਰਿਹਾ, ਆਜ਼ਾਦੀ ਦੇ ਸਾਰੇ ਅੰਦੋਲਨ ਅੰਗਰੇਜ਼ਾਂ ਦੀ ਟੋਟੀ ਕਰਦੇ ਰਹੇ ਨੇ, ਉਸ ਰੋਲ ਨੂੰ ਲੋਕਾਂ ਦੇ ਅੰਦਰ ਨੰਗਿਆ ਕਰਨਾ। ਅਸੀਂ ਇਹ 75ਵੀਂ ਵਰ੍ਹੇਗੰਢ ਦੇ ਉੱਤੇ ਅੱਜ ਸਾਡੇ ਦੇਸ਼ ਨੂੰ, ਸਾਡੇ ਝੰਡੇ ਨੂੰ ਵੀ ਜਿਹੜਾ ਖਤਰਾ ਹੈ, ਪਾਰਟੀ ਨੇ ਐਲਾਨ ਕੀਤਾ ਕਿ 15 ਤਰੀਕ ਨੂੰ ਆਪਣਾ ਰਾਸ਼ਟਰੀ ਝੰਡੇ ਆ ਆਪਣੇ ਦਫ਼ਤਰਾਂ ਦੇ ਉੱਤੇ, ਆਪਣੇ ਘਰਾਂ ਦੇ ਉੱਤੇ ਉਹ ਚਲਾਏ ਜਾਣ। ਅਸੀਂ ਇਹ ਵੀ ਨਿਸ਼ਚਾ ਕੀਤਾ ਤੇ ਉਹ ਕੇਂਦਰੀ ਕਮੇਟੀ ਦੇ ਫੈਸਲੇ ਨੂੰ ਅਸੀਂ ਸਾਰੇ ਪੰਜਾਬ ਦੇ ਅੰਦਰ ਲਾਗੂ ਕਰਾਂਗੇ ਪੂਰੀ ਸੰਜੀਦਗੀ ਦੇ ਨਾਲ। ਮੈਂ ਇਹ ਸਮਝਦਾ ਕਿ ਅੱਜ ਦੇਸ਼ ਦੇ ਅੰਦਰ ਜੋ ਆਰਐਸਐਸ, ਬੀਜੇਪੀ ਔਰ ਕਾਰਪੋਰੇਟ ਦਾ ਜਿਹੜਾ ਗੱਠਜੋੜ ਹੈ, ਉਹਨੂੰ ਵਿਚਾਰਧਾਰਕ ਤੌਰ ਤੇ ਨਿਖੇੜਦਿਆਂ ਹੋਇਆਂ ਤੇ ਉਹਨੂੰ ਰਾਜਨੀਤਿਕ ਫੀਲਡ ਦੇ ਵਿੱਚ ਹਰਾਉਣ ਵਾਸਤੇ ਅਸੀਂ ਕੋਈ ਕਸਰ ਬਾਕੀ ਨਾ ਰਹਿਣ ਦਈਏ। ਇਹੀ ਕਾਮੜ ਸੁਰਜੀਤ ਉਹਨਾਂ ਨੂੰ 14ਵੀਂ ਬਰਸੀ ਦੇ ਉੱਤੇ ਸੱਚੀ ਸ਼ਰਧਾਂਜਲੀ ਹੋਏਗੀ। ਮੈਂ ਪੰਜਾਬ ਰਾਜ ਕਮੇਟੀ ਵੱਲੋਂ ਕਾਮੜ ਸੁਰਜੀਤ ਉਹਨਾਂ ਨੂੰ ਅੱਜ ਉਹਨਾਂ ਦੀ 14ਵੀਂ ਬਰਸੀ ਦੇ ਮੌਕੇ ਦੇ ਉੱਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਆਪਣੀ ਗੱਲ ਸਮਾਪਤ ਕਰਦਾ। ਧੰਨਵਾਦ। ਇੱਕ ਸਾਥੀਓ,
ਕਾਮੜ ਜੀ ਦੇ ਬੋਲਣ ਤੋਂ ਪਹਿਲਾਂ 2 ਕਿਤਾਬਾਂ ਅਸੀਂ ਪਬਲਿਸ਼ ਕੀਤੀਆਂ ਨੇ। ਇਹਨਾਂ ਨੂੰ ਅਸੀਂ ਇਹ ਤੈਅ ਕੀਤਾ ਸੀ ਕਾਮੜ ਜੀ ਰਿਲੀਜ਼ ਕਰਨਗੇ ਕਿ ਕਾਮੜ ਸ਼ਿਵ ਵਰਮਾ ਜਿਹੜੇ ਪੰਡਤ ਸੂਰੀ ਲਾਲ ਉਹਨਾਂ ਦੇ ਸਿੱਧਿਆਯੋਗ ਭਗਤ ਉਹਨਾਂ ਦੇ ਸਾਥੀ ਰਹੇ, ਯੂਪੀ ਦੇ ਪਾਰਟੀ ਦੇ ਬਹੁਤ ਵੱਡੇ ਲੀਡਰ ਰਹੇ, ਉਹਨਾਂ ਵੱਲੋਂ ਲਿਖੀਆਂ ਹੋਈਆਂ ਲਿਖਤਾਂ ਉਹਨੂੰ ਅਸੀਂ ਪਬਲਿਸ਼ ਕੀਤਾ CPIM ਪੰਜਾਬ ਰਾਜ ਕਮੇਟੀ ਵੱਲੋਂ। ਇੱਕ ਮਾਰਕਸਿਸਟ ਦੇ ਅੰਦਰ ਜਿਹੜਾ ਸਾਡਾ ਸਿਧਾਂਤਕ ਪੇਪਰ ਹੈ ਉਹਦੇ 4 ਮੁੱਖ ਆਰਟੀਕਲ ਕਾਮੜ ਸੁਰਜੀਤ ਹੋਣਾ ਦਾ, ਕਾਮੜ ਜੋਤੀ ਬਾਸੂ ਹੋਣਾ ਦਾ, ਕਾਮੜ ਬਾਸੂ ਪਨਈਆ ਦਾ, ਇੱਕ 1926 'ਚ ਭਾਰਤ ਦੇ ਸੰਦਰਭ ਵਿੱਚ ਭਾਰਤ ਦੀ ਕਮਿਊਨਿਸਟ ਪਾਰਟੀ ਵੱਲੋਂ ਜੋ ਮੈਨੀਫੈਸਟੋ ਜਾਰੀ ਕੀਤਾ ਸੀ ਉਸ ਸਮੇਂ ਦਾ ਡਾਕੂਮੈਂਟ ਹੈ ਜਿਹੜਾ ਉਹਨੂੰ ਅਸੀਂ ਪੰਜਾਬੀ 'ਚ ਟ੍ਰਾਂਸਲੇਸ਼ਨ ਕਰਕੇ ਇੱਕ ਕਿਤਾਬ ਤਿਆਰ ਕੀਤੀ ਆ। 2 ਕਿਤਾਬਾਂ ਦਾ ਵਿਮੋਚਨ ਹੈ ਜਿਹੜਾ ਕਾਮੜ ਜੀ ਬੋਲਣ ਤੋਂ ਪਹਿਲਾਂ ਸਾਰੇ ਜਿਹੜੇ ਸਟੇਜ ਵਾਲੇ ਸਾਥੀ ਇਹਨਾਂ ਨੂੰ ਮੈਂ ਵਲੰਟੀਅਰ ਨੂੰ ਕਹਿਣਾ ਉਹ ਇੱਕ ਬੁੱਕ ਸਾਰਿਆਂ ਨੂੰ ਪਹੁੰਚਦੀ ਕਰ ਦੇਣ। ਕਾਮੜ ਜੀ ਬੋਲਣ ਤੋਂ ਪਹਿਲਾਂ ਉਹ ਜਿਹੜੀਆਂ ਦੋਨਾਂ ਕਿਤਾਬਾਂ ਦੀ ਕੁੰਡ ਚੁਕਾਈ ਕਰਨਗੇ, ਉਹਨਾਂ ਕਿਤਾਬਾਂ ਦੀ ਮਤਲਬ ਰਿਲੀਜ਼ ਕਰਨਗੇ। ਅਸੀਂ ਕਾਮੜ ਜੀ ਤੋਂ ਸਮਾਂ ਇਸ ਵਾਸਤੇ ਵੀ ਲਿਆ ਸੀ ਜਿੱਥੇ ਕਾਮੜ ਜੀ ਦੀ ਯਾਦ 'ਚ ਅੱਜ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਹੈ, ਤੇ ਉਸ ਲਾਇਬ੍ਰੇਰੀ ਨੂੰ ਕੋਈ ਪ੍ਰੋਪਰ ਤੌਰ 'ਤੇ ਅਸੀਂ ਚਲਾਵਾਂਗੇ ਆਉਣ ਵਾਲੇ ਸਮੇਂ 'ਚ ਪੂਰੀ ਪਲੈਨਿੰਗ ਕਰਕੇ। ਸੋ ਇਹ 2 ਕਿਤਾਬਾਂ ਦੇ ਰਿਲੀਜ਼ ਕਰਨ ਤੋਂ ਬਾਅਦ ਕਾਮੜ ਜੀ ਆਪਣੀ ਗੱਲ ਰੱਖਣਗੇ। ਧੰਨਵਾਦ। ਪਿਆਰੇ ਸਾਥੀਓ, ਹੁਣ ਅੱਜ ਦੇ ਮੁੱਖ ਮਹਿਮਾਨ ਪਾਰਟੀ ਦੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜਨਰਲ ਸਕੱਤਰ ਕਾਮੜ ਸੀਤਾਰਾਮ ਜੈਚਰੀ ਜੀ, ਉਹ ਕਾਮੜ ਸੁਰਜੀਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਕਾਮੜ ਜੈਚਰੀ। CPIM ਜ਼ਿੰਦਾਬਾਦ। ਕਾਮੜ ਸੁਰਜੀਤ ਨੂੰ ਲਾਲ ਸਲਾਮ। ਕਾਮੜ ਸੀਤਾਰਾਮ ਜੈਚਰੀ ਨੂੰ ਲਾਲ ਸਲਾਮ। CPIM ਜ਼ਿੰਦਾਬਾਦ। ਕਾਮੜ ਜੈਚਰੀ। आज इस सभा के आए सदर साहब, मंच पे बैठे हुए हमारे पार्टी के पंजाब सूबे के सेक्रेटरी शेखों, केंद्र कमेटी के भी सदस्य हैं, कॉमरेड राज CPI के जो सेक्रेटरी, और रामवालिया जी जो एक सुरजीत के परिवार का एक हिस्सा रह चुके हैं, राजनीतिक परिवार, और बाकी हमारे सब साथी जो यहाँ पे बैठे हुए हैं। और साथियों, आप सबको मेरा लाल सलाम। पार्टी ने ये तय किया, केंद्र कमेटी ने, कि 1 अगस्त से लेकर 15 अगस्त तक ये 15 दिन हमारे देश की 75वीं सालगिरह जो है आज़ादी, उसके मनाते हुए उस अवसर में पूरे देश भर में एक अभियान चलाएंगे, एक कैंपेन करेंगे, और 15 तारीख को सभी हमारे दफ्तरों में ये तिरंगा को फैलाएं। और उसी दरमियान इन 15 दिनों के अंदर कॉमरेड सुरजीत की 14वीं बरसी आ रही है, और आज बहुत प्रचार कर रही है सरकार, खासतौर से प्रधानमंत्री और बाकी सरकार, कि घर घर में तिरंगा होनी चाहिए। ये RSS वालों के लिए नई बात है, वरना देश में हर घर में तिरंगा तो होता ही रहा है, हर समय होता रहा है, हमारे दफ्तरों में तिरंगा फैलाते रहे हैं हम। लेकिन आज इसको एक अभियान के रूप में बनाकर उस चलाने का पीछे एक मकसद है, और वो मकसद है कि जिन लोगों का कोई लेना देना नहीं था आज़ादी के संघर्ष में, जिन्होंने कुछ योगदान नहीं दिया आज़ादी के संघर्ष में, आज जो है वो पीछे की दरवाजे से उसके चैंपियन बनने की कोशिश में है कि आज इस आज़ादी के पहल कदम ही उनके तरफ से हुई। तभी अब इस संदर्भ में अजीब सी लगती है बात। 16 साल के थे शायद कॉमरेड सुरजीत, जब इसी तिरंगा को फैलाने के जुर्म में, उन दिनों में ब्रिटिश हुकूमत ने उसको जुर्म माना था, इसी तिरंगा को फैलाने के जुर्म में उनको गिरफ्तार किया गया। हमारे नवरत्न के 9 जो पार्टी के पॉलिट ब्यूरो के मेंबर हैं, जिन्होंने मार्क्सवादी कम्युनिस्ट पार्टी का गठन किया,
9 के 9 ब्रिटिश हुकूमत में ने उनको जेल के अंदर कई सालों तक गिरफ्तार करके रखे, क्योंकि आज़ादी के आंदोलन की नेतृत्व दे रहे थे। कॉमरेड A.K. गोपाल जो हमारे पार्लियामेंट के अंदर भी हमारे नेता थे और पॉलिट ब्यूरो के मेंबर और केरल के एक बहुत बड़े नेता, उन्होंने 14 अगस्त की रात और 15 अगस्त की सुबह के बीच में 12 बजे वो जेल में थे, वेल्लोर में, तमिलनाडु में। जेल के अंदर, उस जेल के अंदर उन्होंने तिरंगा को फहराया रात के 12 बजे 14 को और 15 को, जब आज़ादी हुई। जब पंडित नेहरू आपके पार्लियामेंट के अंदर वो भाषण दे रहे थे, मशहूर भाषण, उस समय A.K. गोपालन वहाँ पर तिरंगा फहरा रहे। तो ये तिरंगा की सबक आज इनको सिखाने की बात आई। तो आज जिन लोगों ने, जो इतिहास बात गवाह है कि जिनका कोई योगदान नहीं रहा हमारे देश की आज़ादी के लिए, आज उसी इतिहास को तोड़ मरोड़ कर, उसी इतिहास को गलत तरीके से लिखा है, अपने आप को एक हिस्सेदारी नहीं, नेता के रूप में पेश करने की कोशिश। 75वीं सालगिरह के लिए एक बहुत बड़ी कमेटी बनाई सरकार ने, किस तरीके से मनाया जाए। पहली मीटिंग उसकी हुई है ऑनलाइन में, जहाँ पर प्रधानमंत्री को छोड़कर और किसी को बोलने की इजाज़त नहीं थी। सरकार ने तय कर दिया जो भी वो करना चाहते हैं। अब दूसरी मीटिंग बुलाई है इस 6 तारीख को, क्योंकि उसका सदस्य मैं भी हूँ, और ये जब ख़त्म हो रहा है ये साल, उस समय ये मीटिंग बुलाई है। यानी कोई सलाह मशवरा नहीं, आप बस वही तय कर रहे हैं। और प्रचार जो हो रहा है, उस प्रचार के अंदर आप देखेंगे जवाहरलाल नेहरू का कोई तस्वीर नहीं है। सावरकर से शुरू होता है, कहते हैं गांधी से बड़ा है सावरकर, और वही सावरकर जिसने गांधी जी के कत्ल के इल्ज़ाम में जिसको दोषी ठहराया गया, उनके पास वो टेक्निकली वो corroborative एविडेंस नहीं था, तो उस वजह से उनको छूट मिली। वही इंक्वायरी कमेटी कपूर इंक्वायरी कमीशन का पूरा रिपोर्ट है। सरदार पटेल, जवाहरलाल नेहरू प्रधानमंत्री थे, तब जाकर उनकी इजाज़त मांगी कि RSS पर प्रतिबंध लगाना है। और जब नेहरू जी ने पूछा कि कौन है इसके जिम्मेदार महात्मा गांधी की हत्या की, तो स्पष्ट रूप से, ये सब रिकॉर्ड में, सरदार पटेल स्पष्ट रूप से नेहरू को बताते हैं, जो एक बहुत ही कट्टरपंथी जो गुट है हिंदू महासभा का, जिसका नेतृत्व सावरकर है, उनकी साजिश है ये महात्मा गांधी की हत्या। ये सच्चाई सब है, लेकिन आज प्रचार के माध्यम से उस सच्चाई को दूर रखिए, उसको छुपाने की कोशिश, और पेश करो उनको कि ये है हमारे आज़ादी के स्वतंत्र वीर, जो है जिन्होंने आज़ादी हमारे हासिल की। यानी सैकड़ों लोग इसी आपी के पंजाब से बकना भवन में हम आए हैं, और बाबाओं की जो एग्जीबिशन है ऊपर, सबकी जो तस्वीरें लगी हैं, सब अपने जवान में देश की आज़ादी के लिए जो गदर के बाबा थे, और गदर का नारा ही यही था कि हमें आज़ादी चाहिए। और कितने साल पहले, कांग्रेस बोलने से पहले आवाज़ आई थी आज़ादी का गदर पार्टी के हमारे वीरों से। और ये धरती है पंजाब, इस सब की जिक्र नहीं है, सिर्फ प्रचार में जिक्र होती है। तो यही कि सिर्फ एक ही धर्म के आधार पर अपने देश को चलाना है, और ये है प्रचार। तो आज इस संदर्भ में जब कॉमरेड सुरजीत की याद हम करते हैं, वो पीढ़ी को देखिएगा, और उसी के साथ साथ जो भगत सिंह है, जो उधम सिंह है, जो उनके साथ साथ जो निकल कर आए थे, जो जज्बा था, जो जश्न थी कि हमें आज़ादी के लिए कुर्बानी देने के लिए तैयार है, और दिए वो जो जज्बात थी,
वो जज्बात इनमें से किसी आज जो हुकूमत में है इनके अंदर किसी ने और किसी के तरीके से वो पेश नहीं आता, वो दिखाई नहीं देता। और उल्टा इल्ज़ाम लगाते हैं कि कम्युनिस्ट लोग जो है आज़ादी के संघर्ष का विरोध कर रहे थे। और ये गलत प्रचार, दुष्प्रचार हम नहीं, देश के चुने हुए राष्ट्रपति जब 50वीं सालगिरह हो रही थी हमारे 9 अगस्त का भारत छोड़ो का जो आंदोलन जो छेड़ा गया था आज़ादी के समय, वो आंदोलन 1942 में जो हुई थी उसकी 50वीं सालगिरह हो रहा था 1992। तो पार्लियामेंट के अंदर रात के 12 बजे एक सेशन हुआ, उसको मनाने की। और उस सेशन में उस समय के राष्ट्रपति हमारे देश के हमारे शंकर दयाल शर्मा जी, उन्होंने अपने भाषण में बताते हुए ब्रिटिश हुकूमत की CID की रिपोर्ट जो यहाँ से पुलिस वालों ने भेजा लंदन, वो रिपोर्ट को सामने रखते हुए उन्होंने कहा कि इस रिपोर्ट के मुताबिक 9 अगस्त 1942 सभी जगह से जो रिपोर्ट मिली है देश में, एक बात साबित करती है कि कम्युनिस्ट जो है वो ब्रिटिश विरोधी क्रांतिकारी है। और ये बात ब्रिटिश पुलिस ने ब्रिटिश हुकूमत में लंदन को भेजकर बताता है, ये है कम्युनिस्टों की रोल। और वही लोग RSS के बारे में क्या बताए, वही लोग और उसी सारे रिपोर्ट में वो कहते हैं कि संघ के लोग, संघ कहते थे RSS, संघ के लोग कानून के हित में रहे और कोई विरोध प्रदर्शनों में शामिल नहीं हुए। यह है वास्तविक। संघ के बारे में कहें कि उन्होंने कोई कानून का उल्लंघन नहीं किया। जो 9 अगस्त का भारत छोड़ो का जो नारा था, वो नारा यही था कि ब्रिटिश कानून को हम नहीं मानेंगे, ब्रिटिश वाले छोड़ के जाओ हमारे देश को, हम आज़ाद हिंदुस्तान में रहेंगे। उसका पालन ना करते हुए कानून का साथ दिया संघ वालों ने। और सब जगह देश में, सब प्रांत से जहाँ से CID की रिपोर्ट आए, उन्होंने ये बताया कि कम्युनिस्ट लोग जो है ब्रिटिश विरोधी क्रांतिकारी है, उनकी गतिविधियों से ये साबित होता है। अब ये सच्चाई को गलत मोड़ तरीके से कि वो देशभक्त है, आज़ादी के लिए लड़े, जो एक्चुअली लड़े नहीं और साथ दिया तक कई हद तक ब्रिटिश कानून के साथ, वो लोग जो है वो है हीरो हमारे आज़ादी के। और असली जो लड़कर अपनी ज़िंदगी कुर्बानी, लाखों के तादाद में कुर्बानियाँ देकर देश की आज़ादी हासिल की, उन सब के इतिहास को तोड़ मरोड़ के रखा। अब ये बात असली साजिश जो हो रही है 75वीं सालगिरह में, और यही है अगर सुरजीत कॉमरेड की याद करते हुए हमें अगर आज कोई संकल्प लेना है तो वो यही है कि जो आज़ादी 75 साल पहले हमें हासिल हुई थी, कॉमरेड सुरजीत की पीढ़ी, उन लोगों ने जो हमें सौंपा था ये आज़ादी, आज इस आज़ादी का हिफाजत करने की ज़रूरत है। आज इस आज़ादी को बचाने की ज़रूरत है। और उस आज़ादी के बाद जो संवैधानिक व्यवस्था जो बनी, इस संविधान की आज रक्षा करने की ज़रूरत है, जिसका पूरा का पूरा उल्लंघन हो रहा है ये मोदी सरकार के चलते। आज आपने देखा होगा नई पार्लियामेंट बना रहे हैं मोदी साहब। अब पुरानी पार्लियामेंट को क्या करेंगे, वो कहते हैं उसको एक म्यूज़ियम बनाएंगे। एक म्यूज़ियम बनाएंगे। बोला किसकी म्यूज़ियम बनाओगे? बोला देश के अंदर जनतंत्र की म्यूज़ियम होगी। यानी मैं बोला जनता म्यूज़ियम बनती है कभी अक्सर गुजर जाने के बाद व्यक्ति। जनतंत्र की म्यूज़ियम बना रहे हो, मतलब ये कि जनतंत्र को ख़त्म करके वो म्यूज़ियम बनाना चाहते हो आप। इसको और नए पार्लियामेंट के बिल्डिंग के ऊपर उन्होंने अपने अशोक का जो अपने वो जो सिंबल है, अपनी राष्ट्रीय छवि, उसको जो है उन्होंने वहाँ पर इनॉग्रेट किया, स्थापना की उसकी। और स्थापना करते करते
एक धार्मिक, वहाँ पे एक रस्म जो है वो किया। अगर सभी धर्मों का करते तो तब भी मान सकते, लेकिन ना, सिर्फ हिंदू धर्म का होगा। अयोध्या के अंदर मंदिर बनना सुप्रीम कोर्ट का आदेश था। उनका आदेश ये था कि एक प्राइवेट ट्रस्ट बनाएगी ये मंदिर का निर्माण वहाँ पे। लेकिन वो निर्माण की उद्घाटन और शुरुआत किसने की? आपके प्रधानमंत्री जी ने। किसके संग कौन थे साथ में? देश के राष्ट्रपति, उत्तर प्रदेश के मुख्यमंत्री, उत्तर प्रदेश के राज्यपाल, यानी सब जो कानूनी तौर पर हमने संवैधानिक जो पदाधिकारी, वो सब शामिल थे एक धार्मिक योजना में। संविधान कहता क्या है? और जो सुरजीत कॉमरेड हमें सिखा के मतलब हर दिन ये बात समझाते थे। तो बोला इतनी बार क्यों बोल रहे हो कॉमरेड? तो बोल रहे कि नहीं तो जहन में घुस जाए ये बात, इसलिए इसको मैं रिपीट करते जाऊंगा। और क्या करेंगे? धर्म का मतलब क्या है? यही बात उन्होंने समझा। धर्म और आस्था का मतलब क्या है? एक इंसान एक भगवान को जो मानता है, यानी एक आत्मा, एक परमात्मा की आस्था करती है, पूजा करती है, याद देती है, जो भी। आत्मा और परमात्मा के बीच में एक पवित्र संबंध है धर्म। कौन होगा वो परमात्मा? ये सिर्फ ये आत्मा तय करेगी। इसके अंदर किसी और को हस्तक्षेप करने की अधिकार नहीं है। उस परमात्मा को भी हस्तक्षेप करने की अधिकार नहीं है कि भाई तू आज राम की पूजा क्यों कर रहा, कृष्ण की क्यों नहीं कर रहा। कोई नहीं पूछ सकता। ये निजी निर्णय है हर आत्मा का। उस निर्णय का पूरा सुरक्षा करेगी संविधान, कानून व्यवस्था उसकी पूरी इज्जत करेगी, सुरक्षा देगी। लेकिन कोई धर्म, एक धर्म के लोग जाकर दूसरे धर्म के लोगों से कहे मेरा भगवान तुम्हारे भगवान से बेहतर है, ये स्वीकार नहीं है। इस तरीके की व्यवस्था होगी और इस तरीके की एक सांप्रदायिक माहौल बनाकर एक नफरत और हिंसा की वातावरण जो पैदा करता है, उस तरीके की तरह के लोगों के खिलाफ संविधान डट कर कहती है और कानून व्यवस्था कहती है कि वो गलत कर रहे हैं, उनको अपराधी के रूप में देखा जाएगा, उन पर कार्रवाई होगी। ये हमारा संविधान है। हर धर्म की अपनी इज्जत, हर धर्म की रक्षा, हर इंसान की उसके अधिकार की रक्षा कि किस धर्म को वो चुनता है, और ये सब रक्षा करती है कानून की व्यवस्था। लेकिन साथ साथ कहता है सरकार का कोई धर्म नहीं है, सरकार का कोई धर्म नहीं है, और कोई धार्मिक प्रचार में सरकार जो है वो नहीं करेगी। अब ये काम जो कर रहे हैं आज, वो सीधा ये डिक्लेयर कर रहे हैं कि एक धर्मनिरपेक्ष जनतंत्र का गणराज्य जो भारत, सेक्युलर डेमोक्रेटिक रिपब्लिक जो हमारे संविधान में जो लिखा गया, उसके जगह पर आज एक हिंदुत्व राष्ट्र का निर्माण हो रहा है भारत में। वो संकेत जो है हर दिन हमको मिलते जा रहे हैं। यानी संवैधानिक ढांचा जो हमारी आज़ादी का देन है, आज़ादी से पहले 1929 में इस संविधान का ढांचा बन चुका था और नक्शा बन चुका था जिस पे चर्चाएं हो रही। आज वही संविधान की जो मूल स्तंभ है, जो बुनियादी स्तंभ है, इन सभी स्तंभों के ऊपर 4 बुनियादी स्तंभ जो हमारे संविधान के हैं, उन सब पर एक बहुत ही गंभीर हमला चल रहा है। कौन से है ये स्तंभ? एक धर्मनिरपेक्ष जनतंत्र का, दूसरा है सामाजिक न्याय का, तीसरा है आर्थिक संप्रभुता का। आर्थिक आत्मनिर्भरता नहीं, संविधान कहता आर्थिक आत्मसंप्रभुता, यानी देश के अंदर जितनी भी आर्थिक जो हमारे देश के अंदर आर्थिक व्यवस्था जितना भी है, उसके मालिक देश के लोग, आर्थिक संप्रभुता। और चौथा ये है आपका केंद्र और
राज्यों के बीच में जो संबंध, वो किस प्रकार से वो संबंध होने चाहिए, ये 4 मुख्य स्तंभ है हमारे। आज इन चारों स्तंभों के ऊपर बहुत बड़ा हमला पिछले 8 साल में ये मोदी सरकार आने के बाद, बहुत गंभीर हमले आज इन सब को कमज़ोर करने की कोशिश में लगी हुई। और इसी के साथ साथ संवैधानिक व्यवस्था को जो है वो उसके ऊपर हमला, और साथ साथ जो संविधान ने खड़े किए, संविधान ने जो खड़े किए संस्थाएं, जो आज़ाद, जिसका अधिकार आज़ाद है, जिसके ऊपर कोई सरकार का हुक्म नहीं चलना चाहिए, उस तरीके की संस्थाएं बनाई संविधान ने। वो शुरू होता है पार्लियामेंट से, आपके कोर्ट कचहरी से, वो होता है चुनाव आयोग, और वो होता है आपका CBI और ED का। आज हालत क्या है इन सबके? आज पार्लियामेंट के अंदर पता नहीं आज बैठा हुआ कि नहीं हुआ, अभी तक तो स्थगित हो गया, कुछ मतलब इसके अंदर खबर नहीं है। आज इस पार्लियामेंट के अंदर 27 हमारे सांसदों को सस्पेंड कर दिया है। देश के इतिहास में ये कभी नहीं हुआ, कभी नहीं हुई देश के इतिहास में कि इतने सारे MPs को आपने सस्पेंड कर दिया। सस्पेंड क्यों कर दी? क्योंकि MP लोग मांग रहे थे चर्चा। सरकार कहती है हम सब चीज़ों के ऊपर चर्चा करने के लिए तैयार है, तो MP लोग कहे कि महंगाई पर चर्चा करो और ऐसे रूल के इस तहत करो ताकि उसके अंदर हम अपना वोट दे सकें सरकार ठीक कर रही है नहीं। सरकार ने कहा बहस तो कर लो लेकिन वोट डालने की इजाज़त नहीं दी। हर सांसद को वो इजाज़त है, किसी भी चीज़ पर सांसद, एक सांसद भी उठकर कहे कि मुझे इसके अंदर वोट डालना है, मत लेना है सदन का, उसको इनकार नहीं कर सकते। अब क्योंकि ये सांसद पूछ रहे थे इस पर, उनको वोट डालने की इजाज़त नहीं देना है, तो संसद चली गई एक पूरा हफ्ता, और उसके बाद 27 सांसदों को जो है बहिष्कार कर दिया। तो पार्लियामेंट जिसके अंदर सरकार की जवाबदेही और हर संसद जो चुनकर जाता है उस संसद का जवाबदेही है लोगों के साथ। इसका मतलब है हम लोग, जो हमारा संविधान शुरू होता है, संविधान शुरू होता है इन शब्दों से, हम लोग, वी द पीपल। मतलब क्या है कि आज पूरे देश के अंदर जो संप्रभुता की जो अधिकार है वो अधिकार लोगों के पास है, और ये हम लोग तय कर रहे हैं कि ये संविधान को अपनाएं। अब ये जवाबदेही से मुकर रही है सरकार, और महंगाई पे सिर्फ बहस चाहती है ताकि उनकी बात जो है उसकी प्रचार हो जाए और असलियत ना, इनके बारे में कोई चर्चा ना हो। 75वीं सालगिरह मना रही है सरकार के नेतृत्व में, और इस 75वीं सालगिरह में के बाद जब देश आज़ाद हुआ, आज़ादी के लहर में एक बहुत बड़ी घटना जो होती है जिसके चलते हुए आज़ादी का संघर्ष जोर पकड़ा था, वो था दांडी मार्च। याद होगा आपको दांडी मार्च, महात्मा गांधी जी के नेतृत्व में जो चली। सवाल क्या था दांडी मार्च? सवाल यह था कि ब्रिटिश हुकूमत ने नमक के ऊपर टैक्स लगाया। नमक के ऊपर टैक्स जो लगाया वो होता है कि हमारे रोजमर्रा जिंदा रहने की, खाने की चीज़ों पे टैक्स जो है मंजूर नहीं है, इसलिए वो पूरी दांडी मार्च हुई। बाद में इस 75 सालों में कभी भी नमक, चावल, गेहूं, चीनी, इन पे टैक्स लगाने की बात कभी नहीं होती। 75 साल में रोजमर्रा खाने की चीज़ों के ऊपर टैक्स नहीं लगा, पहली बार मोदी सरकार ने लगाई, पहली बार। ये भेंट है उनकी 75वीं सालगिरह। और जब इसके ऊपर चर्चा चाहते हैं और इसके ऊपर मतदान चाहते हैं तो वो इनकार करते हैं। बेरोजगारी आज इतनी खतरनाक परिस्थिति पैदा हो गई देश में
कि आपके 20 और 24 के उम्र के बीच में जितने जवान लोग हैं देश में, उनमें से 72% जो है बेरोजगार। आपके अपने देश के मुल्क के अंदर 72%। अगर गलत रास्ता पकड़ेंगे वो जो हो रहा है, ना सिर्फ उनकी जवानी बर्बाद होगी लेकिन आतंक फैलेगा पूरे समाज में। और दूसरी ओर 90 करोड़ लोग हैं हमारे देश के अंदर जो काम करने के उम्र में हैं, 90 करोड़। इनमें से तकरीबन 60 करोड़ लोग नौकरी खोजना छोड़ दिया क्योंकि नौकरियां नहीं। सरकारी आंकड़े तो जिंदा कैसे रह रहे हैं? जिंदा रह रहे कहीं गाँव में जाकर, मतलब वहाँ पे बसे हुए, और नहीं तो इसी तरीके की गलत रास्ते को पकड़कर अपना कर वो जो कानूनी व्यवस्था को लिए एक खतरनाक परिस्थिति खड़ा करे, उस तरीके की बातें जो बढ़ रही है, फैल रही है। अब इसके ऊपर चर्चा नहीं होगी संसद में, ना बेरोजगारी पर, ना महंगाई पर। अब ये कानून बदल दिया उन्होंने कि तिरंगा जो है, पहले ये होता था कि तिरंगा या खादी की बनती थी, या सूती कपड़े की बनती थी, या रेशम की बनती थी, सिल्क, यानी जो नेचुरल कपड़ा है। अब कानून बदलकर मोदी सरकार ने पॉलिएस्टर को भी जोड़ दिया। अब देश के अंदर सबसे बड़ा पॉलिएस्टर का कारोबार किसके हाथ में है? किसके हाथ में? अंबानी जी के। और अगर करोड़ों तादाद में पॉलिएस्टर के आपको झंडे बनाने हैं तो कितना उसके अंदर से मुनाफा मिलेगा आपको? अब ये जो कम हो रही है, कभी आपके खेती को बेचकर अडानी साहब को सौंप दे, इस तरीके के काम कर अंबानी साहब को सौंप दे, यानी उनकी जो मित्र है वो बड़े बड़े पूंजीपति सरमायादार, उनके लिए फायदा हो। देश के लोगों के लिए, आम लोगों की ज़िंदगी को बर्बाद करते हुए बेरोजगारी बढ़ी, महंगाई बढ़ रही है, भूख बढ़ रही है देश में। बच्चों के लिए खाने का इंतज़ाम जो किया लड़ के हम लोगों ने, जब मनमोहन सिंह साहब की सरकार थी, आंगनवाड़ियों के साथ साथ वो न्यूट्रिशन जो उनको बच्चों की मिड डे मील के साथ वो जो मिलता है, वो जो मुफ्त बच्चों को जो दिया करते थे, आज सरकार ने तय कर दिया कि सिर्फ आधार जिस बच्चे का है उसी को मिलेगा। अब 6 साल के बच्चे के आधार चाहिए अब, वरना उनको खाना नहीं दो। और सरकारी आंकड़े क्या बताते हैं? बच्चों के अंदर 6 और 15 साल के बीच में जो बच्चे हैं उसके अंदर सिर्फ 23% लोगों ने आधार कार्ड बनवाया, यानी बाकी 77% लोगों के लिए जिस खाने की वजह से जिंदा रहते थे वो बंद। अब ये व्यवस्था है देश के अंदर हर जगह पर, अपने चंद्र मित्र दोस्तों के लिए मुनाफे और कुछ, और बाकी सब लोगों के लिए अपनी व्यवस्था, मतलब जिंदगी के ऊपर ये आर्थिक हमले बढ़ते बढ़ते ज़िंदगी बर्बाद होती जा रही है। ऐसी व्यवस्था में अगर कोई विरोध का प्रदर्शन या कोई लोग जो है उठे अपने विरोध के अंदर, उनके अंदर सांप्रदायिक फूट डाल के उनके अंदर उनकी एकता को तोड़ने की पूरी कोशिश। आज सब जगह पर चर्चा जो करवाती है सरकार, वो चर्चा है हिजाब होगा कि नहीं होगा, हलाल खाना खाना है कि नहीं खाना है, आज़ान होगा या नहीं होगा, यानी पूरे के पूरे मुसलमान समुदाय के ऊपर टारगेट करके हमला करवाया और साथ शुरू कर दिया बुलडोज़र पॉलिटिक्स करके। ये तनाव, इस तनाव के आधार पर जो एक प्रचार, जो दुष्प्रचार, एक विश्व के जो गलत दुष्प्रचार जो करते करते जो एक किस्म की वातावरण पैदा कर रहे हैं जहाँ पे नफरत और हिंसा फैलती है, पैदा होती है।
यानी लोगों के बीच में इस एकता को तोड़ते हुए, हिंदू मुसलमान के बीच में ये विवाद स्थापना करते हुए एक हिंदुत्व राष्ट्र का निर्माण करने की पूरी कोशिश, वो कोशिश जो है आज पूरे के पूरे जोर से चल रही है। और इसके कि धर्म के साथ देश का ये होगा चरित्र, देश को मानना है सिर्फ धर्म के साथ तैयार होगा। ये जो 2 नेशन थियरी जो आपके पंजाब में भी बहुत प्रचलित थी एक ज़माने में, मतलब प्रचलित माने चर्चा होती थी, जिसको हम लोगों ने तो इनकार नहीं किया था, माना नहीं था, लेकिन ये 2 नेशन थियरी का पैदाइश कौन करता है? कौन है सबसे पहले अपने देश की आज़ादी के आंदोलन के समय ये बात कहता है कि भारत के अंदर 2 देश, एक हिंदू देश और एक मुसलमान देश। ये है वही सावरकर साहब सबसे पहले हिंदू महासभा के उनके वो अध्यक्ष थे। वो अध्यक्षीय भाषण में हिंदू महासभा के सम्मेलन पहली बार उन्होंने 1938 में 1938 वो प्रेसिडेंशियल एड्रेस के अंदर उन्होंने बात रखी कि देयर आर 2 नेशंस इन इंडिया, ए मुस्लिम एंड ए हिंदू। उसके 3 साल बाद जिन्ना साहब अपने मुस्लिम लीग के कॉन्फ्रेंस में वो भी अध्यक्ष के भाषण देते हुए उन्होंने कहा कि हाँ इंडिया के अंदर 2 है देश और हमें चाहिए हमारा मुस्लिम देश। और वहाँ से ये तनाव शुरू होता है, बंटवारा होता है देश में। और बंटवारे के बारे में आप सभी जानते हैं, हम भी जानते हैं कितना, मतलब इस तरीके की घटना 19वीं, 20वीं, 18वीं शताब्दी में कहीं और नज़र नहीं आती। जब लाखों के तादाद में परिवारों की यहाँ से वहाँ मतलब जो गुजरना पड़ा, लाखों की मौत हुई, हिंसा हुई, और वो नफरत आज भी, जिस नफरत ने गांधी जी की जान ली, आज भी वो नफरत का हिसाब जो है, असर जो है हम सबको नज़र आ रहा है। और उसी नफरत इस्तेमाल करने अपनी राजनीतिक स्वार्थ के लिए इस देश के अंदर उस तरीके की नफरत की वातावरण, एक हिंसा और नफरत की वातावरण पैदा करना अपनी राजनीतिक स्वार्थ के लिए वो हो रहा है। जब संविधान की आप जो है उसके ऊपर हमले हो रहे हैं, उसके मूल स्तंभों पे, संवैधानिक संस्थाओं के ऊपर हमले हो रहे हैं। 3 साल हो गए, आज तक वो आपके सिटीजनशिप अमेंडमेंट एक्ट के बारे में जो याचिका है सुप्रीम कोर्ट सुनवाई शुरू नहीं की। जम्मू कश्मीर ने धारा 370 को रद्द किया, उसके बारे में सुनवाई शुरू नहीं की। सरकार ने अब तक 10,000 करोड़ रुपए बीजेपी पॉलिटिकल पार्टी के रूप में इलेक्ट्रल बॉन्ड के थ्रू वो जो है वो स्वीकार कर रहे हैं। उसके बारे में कि वो गलत है, उस पर रोक लगाओ, उसकी सुनवाई नहीं शुरू नहीं की। यानी जो असली मुद्दे हैं जो देश को तय कर रहे हैं कि देश किस तरीके से बढ़ रहा है, उसके बारे में समय नहीं है हमारे कोर्ट कचहरी को सुनने के लिए। और जो भी उनके विरोध में आवाज़ उठाता है उनको उठा के बंद कर दो आप कानून में। 30 शेड्यूल को बंद कर ली। वो सच्चाई फैलाने वाला वो जुबेर अहमद जो है उसको आखिर में उसको इंटरिम बेल दे के रिलीज़ करना पड़ा, उसको पकड़ लिए। कई सारे पत्रकार आज भी जेल में पड़े हैं 3-3 साल। वो भीमा कोरेगांव केस में 3 साल से ज़्यादा पड़े हैं, आज भी चार्जशीट उनके ऊपर अभी तक तैयार नहीं कर पाई। यानी विरोध करोगे तो जेल में जाएंगे, हमारी विरोध करोगे और आप हिंदू नहीं हो, मुसलमान हो तो बुलडोजर चलाएंगे। यानी एक ऐसी वातावरण देश के अंदर फैल गई कि इस धर्मनिरपेक्ष जनतंत्र की गणराज्य सेक्युलर डेमोक्रेटिक रिपब्लिक जो भारत है, इसको बदलकर एक हिंदुत्व राष्ट्र बनाने। और यही बात आखिर में हमें बता रहा, आखिरी दम तक। यहाँ पर एक तस्वीर देख रहा था ज्योति बसु और सुरजीत साहब, और दोनों के दोनों याद रखिए, देश का बंटवारा की बात होती है तो असली बंटवारा हुआ कहाँ? असली बंटवारा होता है पंजाब में, होता है बंगाल में। यही है देश का बंटवारा। और एक सुरजीत साहब, कॉमरेड सुरजीत पंजाब से, और जब तक वो रहे वो कहते रहे हमें, और
दूसरी कॉमरेड ज्योति बसु बंगाल से। वो कहते रहे ये सांप्रदायिक जहर की आप जो है समझ नहीं पाओगे तुम लोग, तुम्हारी पीढ़ी, क्योंकि आप जो है बड़े फॉर्चुनेट हो कि आप आज़ादी के बाद पैदा हुए और उस तरीके की माहौल नहीं है। लेकिन एक बार ये सांप्रदायिकता की जहर फैलना शुरू हो जाती है तो ये सबको लपेट लेती है, सबको खा लेती है। और यही बात तो हम सुरजीत बता रहे थे, क्रांतिकारी गढ़ था इस पंजाब में, पुराने पंजाब के सूबे में क्रांतिकारी गढ़ था लाहौर। कम्युनिस्ट पार्टी की दफ्तर और केंद्र था लाहौर। अब क्या है वहाँ पर क्रांतिकारी आंदोलन का और वहाँ पर जो इस तरीके की क्रांतिकारी बातों की, भगत सिंह का कि उनकी शहादत भी हुई थी वहीं पे लखनऊ में, लाहौर। आज भी उसकी जो मतलब जो अब सुना है कि पाकिस्तान की सरकार मेहरबानी की है कि उसकी भगत सिंह जी का वो जो है वहाँ पर उसकी मूर्ति रखेंगे। लेकिन अब वो लाहौर से, ज्योति बसु कहते थे कलकत्ता से ज़्यादा क्रांतिकारी था ढाका विश्वविद्यालय, और वहीं पर रविंद्रनाथ टैगोर और बाकी सब लोग आते हैं उस प्रांत से। अब क्या है हालत वहाँ पे? और ये सांप्रदायिक है उनका, यही बात थी। और कॉमरेड सुरजीत आखिरी तक यही कहते थे, आप कहते तुम्हारी पीढ़ी को ये समझाना मुश्किल है क्योंकि तुमने देखा नहीं उस सांप्रदायिक जहर का मतलब उसका प्रभाव कैसा होता है। लेकिन वो एक बार फैलता है, तुम्हारा कम्युनिस्ट विचारधारा, कांग्रेस का विचारधारा, किसी का विचारधारा टिक नहीं पाता, क्योंकि जहर वो एक जहर है जो हिंसा और नफरत के आधार पर जिंदा रहता है। जब तक उसका मुकाबला नहीं करोगे इस मुल्क को नहीं बचा पाओगे। तो आज ये है सबसे बड़ी बात, संकल्प हमें इस 75वीं सालगिरह पर कॉमरेड सुरजीत की याद में लेना, जैसे उस पीढ़ी ने इस सांप्रदायिक जहर के खिलाफ लड़कर एक आधुनिक, धर्मनिरपेक्ष, एक जनतांत्रिक, एक देश और एक गणराज्य बनाया हमारे इस संविधान के साथ। आज उस संविधान की रक्षा और उसके साथ साथ उस संविधान के अंदर जो लक्ष्य है उनको हासिल करने के लिए हमारे जन आंदोलन और वर्ग संघर्षों को तेज करना वो ही एकमात्र रास्ता है। और वही रास्ते आपके पंजाब के अंदर हमारा ये कहना है कि वर्ग संघर्ष जितने भी करेंगे थे, सांप्रदायिक जहर के का मुकाबला नहीं करोगे तो उसी संघर्षों के बीच में फूट डालता है। और इसीलिए आज इन दोनों को साथ साथ मिलाकर हमें जो है आगे बढ़ने की ज़रूरत है। और इन संघर्षों के साथ साथ आज ये पुनर्संकल्प लेने की ज़रूरत है। और पंजाब की नौजवानों के साथ भी हमारी यही है। पंजाब का नौजवान पूरे देश को रास्ता दिखाया था, गदर पार्टी से शुरू करके भगत सिंह तक। भगत सिंह आधे दिन तक वो अपना फांसी चढ़ने समय उसकी जेब में किसकी तस्वीर में कभी मिले नहीं, उसको जिंदगी में कभी मिले, लेकिन प्रेरणा था उनका एक गदर बाबा का। कौन है? करतार सिंह जी, करतार सिंह सरावा का फोटो जेब में रखा हुआ है, क्योंकि ये प्रेरणा है। कभी मिले नहीं जिंदगी में। मेरा 18 साल की उम्र में जिस तरीके से ब्रिटिश का मुकाबला करके जिस हिम्मत के साथ किया, वो होनी चाहिए जज्बात हमारे नौजवानों। ये नौजवान हमारा आज सुस्त बैठा हुआ है, उसको जगाने की जरूरत है। और इसीलिए दिल्ली की असेंबली के फॉर्म में, ताकि इसे जब अब जो है आना है आपको ये संघर्ष, वो है पंजाब के नौजवानों की जज्बा। अब उसको पुनः जगाना है और वो काम सबसे बड़ी कर्तव्य होगी अपनी मार्क्सवादी कम्युनिस्ट पार्टी की सिपाही, और वही होगा असली यादगार कॉमरेड सुरजीत का
चाहते थे कि पंजाब में लाइब्रेरी हो ताकि नौजवान आके पढ़े कुछ और उनको शिक्षा मिले, उसकी चेतना बढ़े ताकि वो अपने देश की हित में काम करें। तो वो काम भी आज शुरू हुआ। तो आज हम आप सबसे यही अपील करते हैं आखिर में, आइए आज अपने देश को बचाना है, इस देश को बचाना है ताकि आने वाले दिनों में जो हमारी कल्पना है एक समाजवादी व्यवस्था की ओर इस देश को ले जाना है, उसके लिए संघर्षों को तेज़ करने की ज़रूरत है। ये पंजाब में आप सभी लोग करेंगे इस उम्मीद के साथ, इस भरोसे के साथ। आज फिर कॉमरेड सुरजीत को लाल सलाम देते हुए आप सबको मेरी बात खत्म करते हुए लाल सलाम। बहुत धन्यवाद कामरेड जी। मैं कामरेड शेख होਰਾਂ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਤੁਹਾਡੇ ਵਿੱਚ ਆਪਣੇ ਰੈਜ਼ੋਲੂਸ਼ਨ ਨੇ ਜਿਹੜੇ ਰੱਖਣ। ਇੱਕ ਪ੍ਰੈਸ ਵਾਲੇ ਸਾਥੀਆਂ ਨੂੰ ਬੇਨਤੀ ਆ, ਬਾਅਦ 'ਚ ਇੱਥੇ ਹੀ ਮਿਲ ਲੈਣਾ, ਹੋਰ ਕਿਤੇ ਪ੍ਰੈਸ ਕਾਨਫਰੰਸ ਦਾ ਇੰਤਜ਼ਾਮ ਨਹੀਂ ਹੈਗਾ। ਕਾਮਰੇਡ ਸੁਖਵਿੰਦਰ ਸਿੰਘ ਸਿੱਧੂ। ਸਾਥੀਓ, ਆਪਾਂ ਇੱਕ ਮਤੇ ਦੇ ਰੂਪ 'ਚ ਤੁਹਾਡੇ ਨਾਲ ਮੈਂ 2 ਮਿੰਟ ਗੱਲ ਕਰਨੀ ਹੈ। ਆਜ਼ਾਦੀ ਦੇ ਸੰਗਰਾਮ 'ਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਪਹਿਲੇ ਸ਼ਹੀਦੀ ਦਿਵਸ ਦੇ ਉੱਪਰ ਕਾਂਗਰਸ ਪਾਰਟੀ ਨੇ ਸੱਦਾ ਦਿੱਤਾ ਸੀ ਸਾਰੇ ਮੁਲਕ ਦੇ ਅੰਦਰ, ਜਿਹੜਾ ਸਾਂਝਾ ਭਾਰਤ ਦੀ ਗੱਲ ਕਰਦਾ ਮੈਂ ਉਸ ਵੇਲੇ 1931 ਵਿੱਚ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਉਹਨਾਂ ਨੂੰ ਫਾਂਸੀ ਹੁੰਦੀ ਹੈ ਤੇ 23 ਮਾਰਚ 1932 ਨੂੰ ਕਾਂਗਰਸ ਨੇ ਸੱਦਾ ਦਿੱਤਾ ਸੀ ਵੀ ਤਿਰੰਗਾ ਫਹਿਰਾਉਣਾ ਡੀਸੀ ਦਫ਼ਤਰਾਂ ਤੋਂ ਜਿੰਨੇ ਸਰਕਾਰੀ ਦਫ਼ਤਰ ਹੈ, ਯੂਨੀਅਨ ਜੈਕ ਉਤਾਰਨਾ। तो उस समय सारे भारत में सिर्फ एक ही जिला है, एक ही महान योद्धा नितरिया इस गल लई, कामरेड हरकिशन सिंह सुरजीत, जिहड़े हुशियारपुर गए हुए सन अपनी भूआ जी को, उत्थों पता लग्या तो कांग्रेस पार्टी के दफ्तर गए, ऑफिस सैकटरी को पूछा भी अज सदा से यूनियन जैक उतार के ते तिरंगे फहराने सी, तो वो कह लग्या भी वो सदा वापस हो गया। कामरेड जी ने सवाल किया ऑफिस सैकटरी को क्यों वापस होया, तो ऑफिस सैकटरी बजुर्ग से जो कामरेड जी दसते होंगे सन भी वो कह लग्या जे बहुत औखा तू चढ़ाया। कामरेड जी ने तिरंगा फड़िया कांग्रेस पार्टी के दफ्तरों 23 मार्च 1932 ਨੂੰ हुशियारपुर जिला कचहरियां ते यूनियन जैक उतार के तिरंगा फहरा दिता। तिरंगा फहराउण तो बाद जब थले उतरे तो पुलिस एक्टिव हुई तो उन्होंने फायरिंग कर दी। फायरिंग के विच कामरेड जी फरतीले से कोई जंग से 10वीं के पेपर दे के उत्ते गए सन। 10वीं क्लास बच्चे की किन्ना मतलब हुंदा उम्र का तो फुर्तीलापन वो जो कामरेड जी उस तो पर एक गल जिहड़ी वो कहंदे सन कि वो गोली स्टॉप होने का एक कारण ਜਾਂ मेरी लाइफ बचण का एक कारण उस वेले वैसे अंग्रेज़ों तो बगैर डिप्टी कमिश्नर नहीं होंगे ना SP होंगे सन, तो उस वेले मिस्टर बाखले करके कोई डिप्टी कमिश्नर से जिहड़ा मराठी सी, तो उन्होंने एकदम उन्होंने स्टॉप करा दिता तो कहा भी की गल हुई है। वो कहने इदा करके नौजवान ने झंडा फहराया, DC ने कहा भी अरेस्ट कर लो तो पेश करो। तो उस अरेस्ट के कामरेड जी नूं बहुता लंबा ना करा तो 3 साल की सज़ा हुई जी उस धारा च हो सकती सी। तो मैं साथियों नाल गल की, कामरेड जी नाल पहला गल करके असीं जैचरी जी होना ना पंजाब के मुख्यमंत्री नूं चिट्ठी लिखी है कि वो सांझे भारत दे विच यूनियन जैक उतारना, वो सिर्फ एक जिला से हुशियारपुर जिथे कामरेड सुरजीत उन्होंने कार्य किया, तो जो जिला कचहरियां ढह ढेर हुई, जिला कचहरियां होर थां बणियां ने, असी ये मंग की है भी वो जिला कचहरियां तो मंग के रूप च मता मैं तुहाडे सामने रखदा कि वो जिला कचहरियां च कामरेड सुरजीत उन्हों की यादगार बनाई जाए, तो सारा इतिहास लिखा जाए 1932 वाला। तो चिट्ठी भी दी है, हुशियारपुर जिला कमेटी पार्टी ने डिप्टी कमिश्नर को मिल के मंग पत्र भी दिता है। तो मैं कामरेड बंद बराड़ होने नाल रामूवालिया जी नाल भी इस मसले पर गलबात की है, ये भी अपने अपने तौर पर लिखणगे। तो अज आप समूह तौर के उत्ते एक मता जिहड़ा है भी कामरेड सुरजीत उन्होंने की यादगार उस पुरानी जिला कचहरी हुशियारपुर दे विच असारी जानी चाहिए है,
ਤੇ ਉਹਨਾਂ ਦਾ ਬੁੱਤ ਲੱਗਣਾ ਚਾਹੀਦਾ, ਤੇ ਉਹ ਹਿਸਟਰੀ ਜਿਹੜੀ ਉਹ ਝੰਡੇ ਨਾਲ ਜੁੜੀ ਹੈ ਤੇ ਉਹ ਹੋਵੇ। ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਲਾਲ ਸਲਾਮ, ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਲਾਲ ਸਲਾਮ। ਸੋ ਮਤਾ ਤੁਸੀਂ ਬੜੇ ਭਾਵਕ ਹੋ ਕੇ ਪਾਸ ਪੇਸ਼ ਕਰਨ ਤੋਂ ਪਹਿਲਾਂ ਹੀ ਪਾਸ ਕੀਤਾ ਹੈ। ਧੰਨਵਾਦ ਤੁਹਾਡਾ ਸਾਰਿਆਂ ਦਾ। ਤੇ ਇਸ ਤੋਂ ਪਹਿਲਾਂ ਅਸੀਂ ਯਤਨ ਕਰਕੇ ਪਾਰਟੀ ਵੱਲੋਂ ਕਾਮਰੇਡ ਸੁਰਜੀਤ ਉਹਨਾਂ ਦੇ ਨਾਂ ਤੇ ਜੰਡਿਆਲੇ ਤੋਂ ਲੈ ਕੇ ਬੜੇ ਪਿੰਡ ਤੱਕ ਜਿੱਥੋਂ ਐਮਐਲਏ ਰਹੇ ਉਹ 24.5 ਕਿਲੋਮੀਟਰ ਸੜਕ ਆ ਜਿਹੜੀ ਉਹ ਵੀ ਕਾਮਰੇਡ ਸੁਰਜੀਤ ਉਹਨਾਂ ਦੇ ਨਾਂ ਤੇ ਗਵਰਨਰ ਪੰਜਾਬ ਵੱਲੋਂ ਮਨਜ਼ੂਰੀ ਨਾਲ ਉਹ ਹੋ ਗਿਆ ਤੇ ਉਹਦੇ ਬੋਰਡ ਲੱਗ ਚੁੱਕੇ ਨੇ। ਤੇ ਜਿਹੜੇ ਸਕੂਲ 'ਚੋਂ ਕਾਮਰੇਡ ਜੀ ਦਾ ਨਾਂ ਇਸ ਕਰਕੇ ਕੱਟ ਦਿੱਤਾ ਗਿਆ ਸੀ, ਜਦੋਂ ਦੇਸ਼ ਭਗਤਾਂ ਨੇ ਗਦਰੀ ਬਾਬਿਆਂ ਨੇ ਕਾਮਰੇਡ ਜੀ ਨੂੰ ਕਿਹਾ, ਜਦੋਂ 9ਵੀਂ 'ਚ ਪੜ੍ਹਦੇ ਸਨ ਪਿੰਡ ਦੇ ਸਕੂਲ 'ਚ ਖਾਲਸਾ ਸਕੂਲ ਸੀ, ਵੀ ਘੜਿਆਲ ਖੜਕਾ ਦੇ ਮੀਟਿੰਗ ਕਰਨੀ ਹੈ। ਤੇ ਅਗਲੇ ਦਿਨ ਪੁਲਿਸ ਚਲੀ ਗਈ, ਮੈਨੇਜਮੈਂਟ ਪ੍ਰਾਈਵੇਟ ਸੀ, ਉਹਨਾਂ ਨੇ ਕਿਹਾ ਵੀ ਇਸ ਬੱਚੇ ਦਾ ਨਾਂ ਕੱਟ ਦਿਓ। ਤੇ ਨਾਲ ਮੈਨੇਜਮੈਂਟ ਨੇ ਕਿਹਾ ਵੀ ਐਸਾ ਤਰ੍ਹਾਂ ਨਾਂ ਕੱਟਣਾ ਵੀ ਮੁੜ ਕੇ ਕਿਸੇ ਸਕੂਲ 'ਚ ਦਾਖਲ ਨਾ ਹੋ। ਤੋ ਪ੍ਰਿੰਸੀਪਲ ਜਿਹੜਾ ਹੈਡਮਾਸਟਰ ਸੀ ਉਹ ਕਹਿਣ ਲੱਗਾ ਵੀ ਇਹ ਨਹੀਂ ਮੈਂ ਕੰਮ ਕਰ ਸਕਦਾ, ਤੁਸੀਂ ਮੈਨੇਜਮੈਂਟ ਹੋ, ਤੁਹਾਡੇ ਕਹਿਣ 'ਤੇ ਮੈਂ ਕੰਮ ਕਰ ਸਕਦਾ, ਵੀ ਨਾਂ ਕੱਟ ਦਿੱਤਾ। ਤੇ ਉਸ ਤੋਂ ਬਾਅਦ ਬਾਬਿਆਂ ਨੇ ਗਦਰੀ ਬਾਬਿਆਂ ਨੇ ਕਾਮਰੇਡ ਜੀ ਨੂੰ ਖਾਲਸਾ ਕਾਲਜ ਜਲੰਧਰ ਦੇ ਵਿੱਚ ਐਡਮਿਸ਼ਨ ਕਰਵਾ ਦਿੱਤਾ। ਜਿੱਥੋਂ ਤੱਕ ਉਹ 10ਵੀਂ ਤੱਕ ਪੜ੍ਹੇ, ਪ੍ਰੈਕਟੀਕਲ ਪੇਪਰ ਨਹੀਂ ਦੇ ਸਕੇ, ਉਹ 10ਵੀਂ ਪਾਸ ਨਹੀਂ ਕਰ ਸਕੇ, ਵੱਖਰਾ ਵਿਸ਼ਾ ਹੈ। ਤੋ ਸਕੂਲ ਦਾ ਨਾਮ ਵੀ ਅੱਜ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਯਾਦਗਾਰੀ ਸਕੂਲ ਆ ਜਿਹੜਾ ਉਹ ਸਰਕਾਰ ਨੇ ਪ੍ਰਵਾਨ ਹੀ ਨਹੀਂ ਕੀਤਾ। ਉਹਦਾ ਉਦਘਾਟਨ ਵੀ ਕਰਾਇਆ ਸੀ ਪਿੱਛੇ, ਤੇ ਉਹ ਅਸੀਂ 2 ਕਾਰਜ ਕੀਤੇ ਆ। ਤੇ ਤੀਸਰਾ ਕਾਰਜ ਜਿਹੜਾ ਕਾਮਰੇਡ ਜੀ ਨਾਲ ਜੁੜਿਆ ਹੈ ਤੇ ਉਹ ਬੜਾ ਮਹੱਤਵਪੂਰਨ ਹੈ। ਆਜ਼ਾਦੀ ਦੀ ਲਹਿਰ ਦੇ ਅੰਦਰ ਸਮੁੱਚੇ ਭਾਰਤ ਦੇ ਅੰਦਰ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਹੋਰ ਕਿਸੇ ਨੇ ਉਹ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਨਹੀਂ ਫਹਰਾਇਆ। ਉਹ ਮਹਾਨ ਯੋਧੇ ਕਾਮਰੇਡ ਸੁਰਜੀਤ ਹੋਣੀ ਸਨ। ਉਹਦੇ ਵਾਸਤੇ ਅਸੀਂ ਪੈਰਵਾਈ ਕਰਾਂਗੇ। ਤੇ ਸਾਰੇ ਜ਼ਿਲ੍ਹਿਆਂ ਨੂੰ ਵੀ ਮੈਂ ਬੇਨਤੀ ਕਰਦਾ, ਜ਼ਿਲ੍ਹਾ ਕਮੇਟੀਆਂ ਡਿਪਟੀ ਕਮਿਸ਼ਨਰਾਂ ਰਾਹੀਂ ਇੱਕ ਮੰਗ ਪੱਤਰ ਵੀ ਭੇਜਣ ਆਪਣਾ ਆਪਣਾ ਪ੍ਰੋਗਰਾਮ ਬਣਾ ਕੇ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਉਹ ਜਿਹੜਾ ਮਤਾ ਤੁਸੀਂ ਪਾਸ ਕੀਤਾ ਫਿਰ ਤੁਹਾਡਾ ਧੰਨਵਾਦ ਕਰਦਾ। ਪ੍ਰਧਾਨ ਜੀ ਧੰਨਵਾਦ ਕਰਨਗੇ। ਧੰਨਵਾਦ ਸਾਥੀਓ। ਬਸ ਇੱਕ ਮਿੰਟ ਵਾਸਤੇ ਕਾਮਰੇਡ ਗੁਰਦਰਸ਼ਨ ਸਿੰਘ ਜਿਹੜੇ ਪ੍ਰਧਾਨਗੀ ਕਰ ਰਹੇ ਸੀ, ਸੂਬਾ ਸਕੱਤਰੇਤ ਮੈਂਬਰ ਨੇ, ਉਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਗੇ। ਉਸ ਤੋਂ ਬਾਅਦ ਸਾਥੀਆਂ ਨੇ ਲੰਗਰ ਛਕ ਕਾਮਰੇਡ ਸੀਤਾਰਾਮ ਯਤਰੀ ਜੀ, ਜਨਰਲ ਸਕੱਤਰ CPIM, ਕਾਮਰੇਡ ਬੰਤ ਬਰਾੜ ਜੀ ਤੇ ਕੁਲਵੰਤ ਸਿੰਘ ਰਾਮੂਵਾਲੀਆ ਜੀ, ਸੁਰਿੰਦਰ ਸਿੰਘ ਸੇਖੋਂ ਜੀ। ਅੱਜ ਜਿਹੜਾ ਅਸੀਂ ਆਪਣੇ ਮਹਾਨ ਆਗੂ 14ਵੀਂ ਬਰਸੀ 'ਤੇ ਯਾਦ ਕੀਤਾ ਹੈ, ਤੇ ਮੈਂ ਇੱਕ ਬੇਨਤੀ ਕਰਾਂਗਾ ਆਪਣੇ ਸਾਥੀਆਂ ਨੂੰ ਵੀ ਜਿਹੜੇ ਆਏ ਨੇ ਕਿ ਉਹਨਾਂ ਨੂੰ ਉਤਸ਼ਾਹ ਲੈ ਕੇ ਤੇ ਉਹਨਾਂ ਦੀ ਸੋਚ ਨੂੰ ਪਿੰਡਾਂ ਤੱਕ ਪਹੁੰਚਾਉਣ ਦੇ ਲਈ, ਤਕੜਾ ਕਰਨ ਦੇ ਲਈ ਸਾਨੂੰ ਪਿੰਡਾਂ ਵੱਲ ਉਹ ਕਰਨਾ ਚਾਹੀਦਾ ਹੈ। ਤੇ ਲੋਕਾਂ 'ਚ ਜਾ ਕੇ ਸਾਨੂੰ ਇਸ ਜਥੇਬੰਦੀ CPIM ਨੂੰ ਤਕੜਾ ਕਰਨਾ ਚਾਹੀਦਾ ਹੈ। ਤੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਪ੍ਰਸਾਦਾ ਤਿਆਰ ਹੈ, ਸਾਰਿਆਂ ਨੇ ਪ੍ਰਸਾਦਾ ਛਕ ਕੇ ਜਾਣਾ। ਇੰਨੀਆਂ ਬੇਨਤੀਆਂ ਕਰਦਾ ਹੋਇਆ ਤੇ ਆਪਣੇ ਵੱਲੋਂ ਤੇ ਟਰੱਸਟ ਦੇ ਵੱਲੋਂ ਮੈਂ ਇੱਕ ਵਾਰੀ ਆਪਣੇ ਉਸ ਮਹਾਨ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ।